ਗੁਰਦਿਆਲ ਸਿੰਘ ਦਾ ਨੋਵਲ ਕੋਵੇਲਾ ਦਾ ਚੌਥਾ ਭਾਗ, ਚੌਥਾ ਪਹਿਰ। ਦੂਜੇ ਤੀਜੇ ਦਿਨ ਮਗਰੋਂ ਹੀ ਸਾਰੇ ਨਗਰ 'ਚ ਜਿਵੇਂ ਇਸ ਖਬਰ ਨਾਲ ਹਾਹਾਕਾਰ ਮਚ ਗਈ ਕਿ ਹੀਰਾ ਦੇਵੀ ਵਿਆਹ ਕਰਵਾਉਣ ਲੱਗੀ ਹੈ। ਕਿਸੇ ਨੂੰ ਸੱਚ ਆਇਆ, ਕਿਸੇ ਨੂੰ ਨਹੀਂ, ਪਰ ਜਿਸ ਵੀ ਇਹ ਗੱਲ ਸੁਣੀ ਜਾਂ ਕੀਤੀ ਉਹਨੂੰ ਇਉਂ ਲੱਗਿਆ ਜਿਵੇਂ ਉਹ ਨਿਰਾ ਝੂਠ ਸੁਣ ਰਿਹਾ ਹੋਵੇ, ਨਿਰਾ ਝੂਠ ਬੋਲ ਰਿਹਾ ਹੋਵੇ, ਤੇ ਝੂਠ ਬੋਲਣਾ ਪਾਪ ਹੈ। ਅੱਖੀ ਵੇਖੇ ਬਿਨਾਂ ਕੋਈ ਕਿਉਂ ਕਹੇ, ਕਿਉਂ ਸੁਣੇ। ਪਰ 8ਵੇਂ ਦਿਨ ਇਹ ਝੂਠ ਵਰਗਾ ਸੱਚ ਲੋਕਾਂ ਅੱਖੀਂ ਵੀ ਵੇਖਿਆ। ਚਿੱਟੇ ਦਿਨ 10 ਵਜੇ ਹੀਰਾ ਦੇਵੀ ਨੂੰ ਸੂਹੇ ਰੰਗ ਦੀ ਸਾੜੀ ਪਾਈ ਸੁਰਿੰਦਰ ਦੇ ਨਾਲ ਗੱਡੀਆਂ ਉਤਰਦਿਆਂ ਕਿਸੇ ਇੱਕ ਨੇ ਨਹੀਂ 20 ਨੇ ਵੇਖਿਆ ਸੀ। ਉਦੋਂ ਵੀ ਅੱਲੋਕਾਰ ਗੱਲ ਸੀ ਕਿ ਉਹ ਖੁਸ਼ ਦਿਸਦੀ ਸੀ। ਸੁਰਿੰਦਰ ਨਾਲ ਸ਼ਰੇਆਮ ਗੱਲਾਂ ਕਰਦੀ ਆਉਂਦੀ ਸੀ। ਭਰਾ ਜੀ ਦੀ ਗਲੀ 'ਚੋਂ ਲੰਘ ਕੇ ਆਪਣੇ ਵੱਲ ਜਾਂਦੀ ਉਹ ਗਲੀ ਦੀਆਂ ਸਾਰੀਆਂ ਤੀਵੀਆਂ ਨੇ ਵੇਖੀ ਸੀ। ਖੱਬੀ ਬਾਂਹ 'ਚ ਸੋਨੇ ਦੀ ਇੱਕ ਚੂੜੀ ਤੇ ਚੀਰਨੀ ਵਿੱਚ ਸੰਧੂਰ ਵੀ ਉਹਨਾਂ ਵੇਖਿਆ ਸੀ। ਝੂਠ ਦਾ ਇਉਂ ਸੱਚਾ ਰੂਪ ਵੇਖ ਕੇ ਸੱਚ ਨਹੀਂ ਆਉਂਦਾ, ਪਰ ਸੱਚ ਸੂਰਜ ਸਿਰਫ ਉੱਲੂਆਂ ਨੂੰ ਨਹੀਂ ਦਿਸਦਾ। ਉੱਲੂ ਕੋਈ ਨਹੀਂ ਅਖਵਾਉਣਾ ਚਾਹੁੰਦਾ। ਤੇ ਇਹ ਸੱਚ ਫੂਸ ਦੀ ਅੱਗ ਵਾਂਗ ਘਰ ਘਰ ਖਿਲਰ ਗਿਆ। ਗੱਲਾਂ ਨਹੀਂ, ਵਾਰਾਂ ਤੁਰ ਪਈਆਂ। ਵੱਡੇ ਭਰਾ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਸਭ ਤੋਂ ਪਹਿਲਾਂ ਮਦਨ ਮੋਹਨ ਨੂੰ ਤਾਰ ਦੇ ਕੇ ਸੱਦ ਭੇਜਿਆ, ਪਰ ਕੁਝ ਘੰਟੇ ਪਿੱਛੋਂ ਹੀ ਉਹਦਾ ਜਵਾਬ ਆ ਗਿਆ। ਗੱਲ ਸਾਫ਼ ਹੋਈ ਤਾਂ ਪਤਾ ਲੱਗਿਆ ਕਿ ਇਹ ਅਨਰਥ ਤਾਂ ਉਹਨੇ ਆਪਣੀ ਹੱਥੀਂ ਕੀਤਾ। ਉਹਨਾਂ ਦੇ ਸੱਤੀ ਕੱਪੜੀ ਅੱਗ ਲੱਗ ਪਈ। ਘਰ ਆਏ ਤੇ ਅੱਤ ਬੇਚੈਨੀ ਦੀ ਹਾਲਤ ਵਿੱਚ ਆਪਣੇ ਕਮਰੇ ਅੰਦਰ ਜਾ ਲੇਟੇ। ਪਤਨੀ ਭੱਜੀ ਆਈ ਤੇ ਤਰਲੋ ਮੱਛੀ ਹੁੰਦਿਆਂ ਬੋਲੀ, ਮੈਂ ਤੁਹਾਨੂੰ ਕਹਿੰਦੀ ਹੁੰਦੀ ਸੀ ਕਿ ਨਹੀਂ ਬਈ, ਇਹ ਖੈਰ ਹੱਥੀ ਨਹੀਂ। ਵੇਖ ਲਿਆ। ਜੀ ਕਰਦਾ ਵੀ ਉਹਨੂੰ ਬਿੜਕਣ ਦੀ ਹਿੰਮਤ ਨਹੀਂ ਪਈ। ਕੰਧ ਵੱਲ ਮੂੰਹ ਕਰ ਲਿਆ। ਹੰਝੂ ਮੱਲੋ ਜ਼ੋਰੀ ਵਗ ਪਏ। ਪਤੀ ਕੋਲ ਬਹਿ ਕੇ ਹੀਰਾ ਦੇਵੀ ਦੇ ਅੱਗੇ ਪਿੱਛੇ ਨੂੰ ਜਾਣਦਿਆਂ ਨੂੰ ਪਿੱਟਦੀ ਰਹੀ। ਫਿਰ ਰੋਣ ਹਾਕੀ ਹੋ ਕੇ ਚਲੀ ਗਈ। ਉਹ ਬਿਲਕੁਲ ਨਹੀਂ ਬੋਲੇ। ਆਥਣੇ ਕੇਸਰੀ ਨੇ ਹੀਰਾ ਦੇਵੀ ਨੂੰ ਆ ਕੇ ਭਰਾ ਜੀ ਦੀ ਹਾਲਤ ਦੱਸਦਿਆਂ ਕਿਹਾ, ਜੀ ਹੁਣੇ ਇੱਕ ਬੰਦਾ ਕਹਿ ਕੇ ਗਿਆ ਕਿ ਭਰਾ ਜੀ ਬੜੇ ਗੁੱਸੇ ਹੋਏ ਹੈ। ਕਹਿੰਦੇ ਆ ਜਾਂ ਤਾਂ ਮੰਡੀ ਛੱਡ ਕੇ ਚਲੀ ਜਾਏ, ਨਹੀਂ ਤਾਂ ਇਹ ਬਦਨਾਮੀ ਮੈਥੋਂ ਨਹੀਂ ਝੱਲੀ ਜਾਣੀ ਤੇ ਮੈਂ ਕੋਈ ਕਾਰਾ ਕਰ ਬੈਠੂੰਗਾ। ਕੀ ਕਾਰਾ ਕਰ ਬੈਠੂੰਗਾ? ਹੀਰਾ ਦੇਵੀ ਨੇ ਪਹਿਲੀ ਵਾਰ ਆਪਣੇ ਸਤਿਕਾਰਯੋਗ ਭਰਾ ਜੀ ਲਈ ਅਜਿਹੇ ਸ਼ਬਦ ਵਰਤੇ ਤੇ ਫਿਰ ਉਹਦਾ ਸਾਰਾ ਚਿਹਰਾ ਤਾਂਬੇ ਵਾਂਗ ਭਖਣ ਲੱਗ ਪਿਆ। ਅੱਖਾਂ ਦਗਣ ਲੱਗ ਪਈਆਂ ਤੇ ਹਲਕੇ ਗੁਲਾਬੀ ਰੰਗ ਦੀ ਅੰਗੀ ਦੇ ਗਲਮੇ ਤੋਂ ਹੇਠ ਸਾਰੀ ਛਾਤੀ ਜ਼ਖਮ ਪੰਛੀ ਵਾਂਗ ਤੜਫਣ ਲੱਗ ਪਈ। ਖੜਕ ਕੇ ਬੋਲੀ, ਜੇ ਉਹ ਬੰਦਾ ਫੇਰ ਆਵੇ ਤਾਂ ਮੇਰੇ ਕੋਲ ਭੇਜ ਦੇਈਂ, ਮੈਂ ਉਹਦਾ ਨਾਲੇ ਉਹਦੇ ਡਾਕਟਰ ਸਾਹਿਬ ਦਾ ਗੋਤ ਪੁੱਛ ਲਵਾਂਗੀ। ਕੇਸਰੀ ਨੇ ਉਹਦਾ ਇਹ ਚੰਡੀ ਰੂਪ ਪਹਿਲੀ ਵਾਰ ਵੇਖਿਆ ਸੀ। ਉਹ ਕੁਝ ਚਿਰ ਤਾਂ ਸਹਿਮੀ ਜੀ ਚੁੱਪਚਾਪ ਖੜੀ ਰਹੀ, ਫਿਰ ਡਰੀ ਹੋਈ ਆਵਾਜ਼ 'ਚ ਬੋਲੀ, ਨਾਲੇ ਜੀ ਉਹ ਸਾਨੂੰ ਕਹਿੰਦਾ ਸੀ ਤੁਸੀਂ ਇੱਥੋਂ ਨਿਕਲ ਜਾਓ, ਮੰਦਰ ਨੂੰ ਤੁਸੀਂ ਆਪਦੇ ਪਿਓ ਦੀ ਜਾਇਦਾਦ ਬਣਾ ਛੱਡਿਆ। ਤੇ ਇੱਥੋਂ ਫਿਰ ਕੁਛ ਨਹੀਂ ਸਰਿਆ। ਉਸੇ ਕ੍ਰੋਧ ਨਾਲ ਜਿਵੇਂ ਉਹਦੇ ਵੀ ਗਲ ਪੈ ਗਈ। ਮੈਂ ਵੇਖੂੰ ਕਿਹੜਾ ਸਾਡੇ ਬੰਨੀ ਅੱਖ ਭਰ ਕੇ ਝਾਕਦਾ ਹੈ। ਮੈਂ ਅੱਖਾਂ ਕਿਹੜਾ ਨਾ ਕੱਢ ਦੂੰ ਇਹੋ ਜਿਹਿਆਂ ਦੀਆਂ। ਮੈਂ ਤਾਂ ਕੱਲ ਨੂੰ ਉਹ ਆਖਣਗੇ ਤੁਸੀਂ ਇਸ ਧਰਤੀ ਤੇ ਹੀ ਨਾ ਰਹੋ। ਭਗਵਾਨ ਵੀ ਉਹਨਾਂ ਦਾ ਹੋ ਗਿਆ। ਮੈਂ ਵੇਖੂ ਮੈਨੂੰ ਇੱਥੋਂ ਕੌਣ ਕੱਢਦਾ ਹੈ। ਉਦੋਂ ਹੀ ਸੁਰਿੰਦਰ ਆ ਗਿਆ। ਮੁਸਕਰਾ ਕੇ ਉਹਦੇ ਚਿਹਰੇ ਵੱਲ ਤੱਕਦਿਆਂ ਬੋਲਿਆ, ਦੇਵੀ ਕਿਸ ਤੇ ਕਰੋਪ ਹੋਈ ਬੈਠੀ ਹੈ। ਪਰ ਹੀਰਾ ਦੇਵੀ ਉਸ ਵੱਲੋਂ ਬੇਧਿਆਨ ਕੇਸਰੀ ਵੱਲ ਨਿਗਾਹ ਗੱਡ ਕੇ ਝਾਕਦਿਆਂ ਬੋਲੀ, ਜੇ ਹੁਣ ਕੋਈ ਹੋਰ ਆਵੇ ਤਾਂ ਮੈਨੂੰ ਉਸੇ ਵੇਲੇ ਸੱਦ ਲੈਣਾ, ਨਾਲੇ ਅੱਜ ਰਾਤ ਨੂੰ ਇੱਥੇ ਆ ਪਈ। ਮੈਨੂੰ ਕੀ ਹੋਇਆ? ਹੀਰਾ ਦੇਵੀ ਨੇ ਪੂਰੀ ਤਰ੍ਹਾਂ ਮਨ ਨੂੰ ਕਾਬੂ ਕਰਦਿਆਂ ਮੁਸਕਰਾ ਕੇ ਕਿਹਾ, ਬਿਲਕੁਲ ਠੀਕ ਹੈ। ਉਹ ਤਾਂ ਚਿੱਤ ਕਰਾਰਾ ਕਰਨ ਨੂੰ ਜੀ ਕਰ ਆਇਆ ਸੀ। ਪਰ ਉਹਦੇ ਇਸ ਰੌਂ ਦੇ ਉਲਟ ਸੁਰਿੰਦਰ ਗੰਭੀਰ ਹੋ ਗਿਆ। ਉਸ ਰਤਾ ਕੋ ਤਿੱਖੀ ਆਵਾਜ਼ 'ਚ ਸਾਹਮਣੇ ਟੰਗੇ ਸ਼ਿਵ ਭਗਵਾਨ ਦੇ ਕੈਲੰਡਰ ਵੱਲ ਤੱਕਦਿਆਂ ਕਿਹਾ, ਇਹ ਸਭ ਗੱਲਾਂ ਆਪਾਂ ਪਹਿਲਾਂ ਸੋਚ ਚੁੱਕੇ ਹਾਂ। ਸਾਹਮਣੇ ਆਉਣੀਆਂ ਵੀ ਕੁਦਰਤੀ ਹੈ। ਜਦੋਂ ਸਿਖਰ ਦੁਪਹਿਰੇ ਗੱਡੀਆਂ ਉਤਰ ਕੇ ਝੱਲੀਆਂ ਲੋਕਾਂ ਦੇ ਸਾਹਮਣੇ ਉਹ ਲੰਘੇ ਸੀ ਤਾਂ ਪ੍ਰਤੀਕਰਮ ਇਹੋ ਹੋਣਾ ਸੀ। ਮੈਨੂੰ ਪਤਾ ਵੀ ਸੀ ਕਿ ਇਹਦਾ ਪ੍ਰਤੱਖ ਰੂਪ ਸਾਹਮਣੇ ਆਉਣ ਤੋਂ ਥੋਥੋਂ ਝੱਲਿਆ ਨਹੀਂ ਜਾਣਾ। ਵਿਚਾਰਾਂ 'ਚ ਸਾਨੂੰ ਮੌਤ ਵੀ ਭਿਆਨਕ ਨਹੀਂ ਲੱਗਦੀ। ਪ੍ਰਤੱਖ ਵੇਖ ਕੇ ਵੱਡੇ ਤੋਂ ਵੱਡੇ ਬੰਦੇ ਦੇ ਡੋਲ ਜਾਣ ਦੀ ਸੰਭਾਵਨਾ ਹੁੰਦੀ ਹੈ। ਹਰ ਘਟਨਾ ਦਾ ਪ੍ਰਤੱਖ ਰੂਪ ਵਿਚਾਰਾਂ ਦੇ ਧੁੰਦਲੇ ਰੂਪ ਨਾਲੋਂ ਕਈ 100 ਗੁਣਾ ਵੱਧ ਭਿਆਨਕ ਹੁੰਦਾ ਹੈ। ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਹੀਰਾ ਦੇਵੀ ਨੇ ਰਤਾ ਰੋਸ ਨਾਲ ਆਖਿਆ, ਮੈਂ ਕਿਸੇ ਭੜੂਏ ਤੋਂ ਨਹੀਂ ਡਰਦੀ, ਕਿਸੇ ਮੜੀ ਮੌਤ ਤੋਂ ਨਹੀਂ ਘਬਰਾਉਂਦੀ। ਜੇ ਇਹ ਗੱਲ ਹੁੰਦੀ ਤਾਂ ਤੁਹਾਡਾ ਖਿਆਲ ਸੀ ਮੈਂ ਪਤਾਲ 'ਚੋਂ ਤੁਰ ਕੇ ਇਸ ਅਸਮਾਨ ਤੱਕ ਕੱਪੜ ਪੈਂਦੀ। ਇਹ ਬਿਲਕੁਲ ਠੀਕ ਹੈ ਕਿ ਏਡੀ ਦਲੇਰੀ ਕੋਈ ਸਧਾਰਨ ਤੀਵੀਂ ਦਾ ਕੰਮ ਨਹੀਂ, ਪਰ ਮੈਂ ਤਾਂ ਇਹੋ ਦੱਸ ਰਿਹਾ ਕਿ ਅਜੇ ਸਿਰ 'ਚੋਂ ਪੂਣੀ ਨਹੀਂ ਕੱਤੀ ਗਈ। ਇਹ ਸਭ ਕੁਝ ਸਾਨੂੰ ਸਾਰੀ ਉਮਰ ਝੱਲਣਾ ਪਏਗਾ। ਸ਼ਾਇਦ ਸਾਡੇ ਬੱਚਿਆਂ ਨੂੰ ਵੀ ਇਹਦਾ ਦੰਡ ਭੁਗਤਣਾ ਪਏ। ਅਜੇ ਸਾਡੇ ਲੋਕ ਆਪਣੇ ਘਰਾਂ ਦੇ ਵਿਹੜਿਆਂ 'ਚੋਂ ਬਾਹਰ ਗਲੀ 'ਚ ਆ ਕੇ ਵੀ ਧੌਣ ਉੱਚੀ ਕਰਕੇ ਤੁਰਨ ਦੀ ਆਦੀ ਨਹੀਂ ਹੋਏ।
ਹਜ਼ਾਰਾਂ ਵਰੇ ਦੀ ਗੁਲਾਮੀ ਨੇ ਹੀਣਤਾ ਇਹਨਾਂ ਦੇ ਹੱਡਾਂ 'ਚ ਰਚਾ ਦਿੱਤੀ ਹੋਈ ਹੈ, ਜੋ ਸਮਾਂ ਹੀ ਕੱਢ ਸਕੇਗਾ। ਉਹ ਬੜੇ ਚੰਗੇ ਲੋਕ ਹੈ, ਪਰ ਵਸ ਇਹਨਾਂ ਦੇ ਵੀ ਕੁਛ ਨਹੀਂ। ਕਦੇ ਗੈਰਾਂ ਨੇ ਤੇ ਕਦੇ ਆਪਣੇ ਨਾ ਖੁਦਾਵਾਂ ਨੇ ਇਹਨਾਂ ਨੂੰ ਲੋਹੇ ਦੇ ਸੁਹਾਗਿਆਂ ਅੱਗੇ ਪਸ਼ੂਆਂ ਵਾਂਗ ਜੋੜੀ ਰੱਖਿਆ। ਇਹਨਾਂ ਦੀ ਮੱਤ ਮਾਰੀ ਰੱਖੀ ਹੈ, ਤੇ ਹੁਣ ਵੀ ਕਿਹੜਾ। ਤੁਸੀਂ ਆਪਣੀ ਲੈਕਚਰਬਾਜ਼ੀ ਬੰਦ ਕਰੋ ਜੀ। ਉਸ ਥੋੜਾ ਅੱਕ ਕੇ ਮੁਸਕਰਾਉਂਦੇ ਉਹਦੀ ਬਾਂਹ ਫੜ ਲਈ। ਆਓ ਚੁਬਾਰੇ ਦੇ ਸਿਖਰ ਚੱਲੀਏ, ਉੱਥੇ ਲੋਕਾਂ ਦੇ ਵਿਹੜਿਆਂ 'ਚ ਈਰਖਾ ਦੀ ਅੱਗ ਮੱਚਦੀ ਵੇਖਾਂਗੇ। ਮੇਰਾ ਮਨ ਇਸ ਨਾਲ ਸ਼ਾਂਤ ਹੋਏਗਾ, ਤੁਹਾਡਾ ਵੀ ਜ਼ਰੂਰ ਹੋ ਜਾਣਾ। ਸੁਰਿੰਦਰ ਨੇ ਗੌਰ ਨਾਲ ਉਹਦੀਆਂ ਅੱਖਾਂ 'ਚ ਤੱਕਿਆ। ਉਹਨੂੰ ਸੱਚੀ ਉਸ ਤੀਵੀਂ ਦਾ ਪ੍ਰਤੱਖ ਰੂਪ ਚਿਤਰਿਆ ਦਿਸਿਆ ਜਿਹਦੀ ਉਹ ਭਾਲ ਕਰ ਰਿਹਾ ਸੀ। ਉੱਠ ਕੇ ਨਾਲ ਤੁਰ ਪਿਆ। ਪੌੜੀ 'ਚ ਆ ਕੇ ਉਹਦੇ ਮੋਢੇ ਤੇ ਹੱਥ ਧਰਦਿਆਂ ਡੂੰਘਾ ਸਾਹ ਭਰਿਆ ਤੇ ਬੋਲਿਆ, ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਦਿਨ ਚੜਿਆ ਕਿ ਛਿਪਿਆ? ਹੱਸਦਿਆਂ ਪਿੱਛਾ ਮੂੰਹ ਪੁਆ ਕੇ ਉਸ ਵੱਲ ਤੱਕਦਿਆਂ ਹੀਰਾ ਦੇਵੀ ਨੇ ਕਹਿ ਕਹਾ ਮਾਰਿਆ ਤੇ ਆਪਣੇ ਮੋਢੇ ਤੇ ਰੱਖਿਆ ਉਹਦਾ ਖੱਬਾ ਹੱਥ ਆਪਣੇ ਸੱਜੇ ਹੱਥ ਨਾਲ ਘੁੱਟ ਲਿਆ। ਸੁਰਿੰਦਰ ਉਹਨਾਂ ਤਿੰਨਾਂ ਸ਼ਬਦਾਂ ਸਧਾਰਨ ਵਾਕ ਸੁਣ ਕੇ ਸਹਿਮ ਗਿਆ। ਜਿਵੇਂ ਉਹਨੂੰ ਉਹਦੀ ਕਿਸੇ ਬਹੁਤ ਵੱਡੀ ਗਲਤੀ ਦਾ ਚੇਤਾ ਕਰਾ ਦਿੱਤਾ ਗਿਆ ਹੋਵੇ। ਚੁਬਾਰੇ ਦੇ ਸਿਖਰ ਤੇ ਆ ਕੇ ਵੇਖਿਆ ਤਾਂ ਦਿਨ ਸੱਚੀ ਛਿਪ ਰਿਹਾ ਸੀ। ਉਹ ਦੋਏ ਜਦੋਂ ਪੱਛਮ ਵਾਲੇ ਪਾਸੇ ਦੇ ਉੱਚੇ ਬਨੇਰੇ ਕੋਲ ਆ ਕੇ ਖੜੋਤੇ ਤਾਂ ਲਾਲ ਸੂਹੇ ਸੂਰਜ ਦਾ ਖੰਨਾ ਕੁ ਭਾਗ ਬਾਹਰ ਸੀ। ਸ਼ੁਕਰ ਸੀ ਪੱਛਮ ਵਾਲੇ ਪਾਸੇ ਕੋਈ ਤਿਮੰਜਲੀ ਦੁਮੰਜਲੀ ਹਵੇਲੀ ਨਹੀਂ ਸੀ, ਇਸ ਕਰਕੇ ਉਹ ਇਹਨੂੰ ਡੁੱਬਦਿਆਂ ਵੇਖ ਸਕਦੇ ਸੀ। ਸੂਰਜ ਦੇ ਉੱਤਲੇ ਪਾਸੇ ਇੱਕੋ ਨਿੱਕਾ ਜਿਹਾ ਚਿੱਟਾ ਬੱਦਲ ਸੀ, ਜਿਹਦੀ ਸ਼ਕਲ ਬਿਲਕੁਲ ਤਲਵਾਰ ਵਰਗੀ ਬਣ ਗਈ ਹੋਈ ਸੀ, ਤੇ ਹੇਠੋਂ ਸੂਹੀ ਭਾ ਨੇ ਉਹਦੀ ਸਾਰੀ ਕੋਰਿਓਂ ਰੰਗ ਦਿੱਤੀ ਸੀ, ਜਿਵੇਂ ਲਹੂ ਲੱਗਿਆ ਹੋਇਆ ਹੋਵੇ। ਤੇ ਉਰਾਰ ਸਾਰੀ ਧਰਤੀ ਉੱਤੇ ਥਾਂ ਥਾਂ ਨਰ ਮੁੰਡਾ ਵਰਗੇ ਕਾਲੇ ਕਾਲੇ ਵਣ ਕਰੀਰ ਬੇਰੀਆਂ ਕਿੱਕਰ ਤੇ ਝਾੜ ਮਲੇ ਖਿਲਰੇ ਪਏ ਸੀ। ਉਹ ਹੀਰਾ ਦੇਵੀ ਦੇ ਮੋਢੇ ਤੋਂ ਸੁਰਿੰਦਰ ਨੇ ਹਾਥੀਓਂ ਝਟਕ ਕੇ ਚੁੱਕਿਆ, ਜਿਵੇਂ ਉਹਦੀਆਂ ਉਂਗਲਾਂ ਸੇਕ ਨਾਲ ਸੜ ਗਈਆਂ ਹੋਣ। ਕੀ ਗੱਲ ਹੈ? ਹੈਰਾਨੀ ਨਾਲ ਉਸ ਵੱਲ ਝਾਕਦਿਆਂ ਉਸ ਪੁੱਛਿਆ। ਕੁਛ ਨਹੀਂ, ਗੱਲ ਤਾਂ ਕੋਈ ਨਹੀਂ। ਇਹ ਅਲੌਕਿਕ ਦ੍ਰਿਸ਼ ਤੋਂ ਪ੍ਰਭਾਵਿਤ ਹੋ ਗਿਆ ਸੀ। ਪ੍ਰਭਾਵਿਤ ਹੋ ਗਏ ਸੀ ਕਿ ਡਰ ਗਏ ਸੀ? ਡਰ ਵੀ ਗਿਆ। ਉਹ ਡੂੰਘਾ ਸਾਹ ਭਰਦਿਆਂ ਕਿਹਾ, ਜੇ ਮੰਗਤੇ ਨੂੰ ਮੋਹਰਾਂ ਦੀ ਗਾਗਰ ਥਿਆ ਜਾਏ ਤਾਂ ਉਹ ਡਰ ਵੀ ਜਾਂਦਾ ਹੈ। ਖਬਰੇ ਕੋਈ ਚੋਰੀ ਦੇ ਇਲਜ਼ਾਮ 'ਚ ਫਸਾ ਦੇਵੇ, ਕੋਈ ਸੰਗੀ ਘੁੱਟ ਕੇ ਮੋਹਰਾਂ ਹੀ ਖੋਹ ਲੈ ਜਾਏ। ਫਿਰ ਉਹ ਫਿਲਾਸਫਰਾਂ ਵਾਲੀਆਂ ਗੱਲਾਂ। ਹੀਰਾ ਦੇਵੀ ਨੇ ਮੁਸਕਰਾਉਂਦਿਆਂ ਫਿਰ ਉਹਦਾ ਹੱਥ ਆਪਣੇ ਹੱਥ 'ਚ ਲੈ ਲਿਆ ਤੇ ਵੇਗ 'ਚ ਆ ਕੇ ਬੋਲੀ, ਇੱਧਰ ਵੇਖੋ ਸਾਡੇ ਵੈਰੀਆਂ ਦੇ ਵਿਹੜੇ ਕਿਵੇਂ ਲਾਟੀ ਬਲਦੇ ਆ। ਤੇ ਉਧਰ ਸਾਰੀ ਧਰਤੀ ਸੁਨਹਿਰੀ ਹੋਈ ਪਈ ਹੈ, ਜਿਵੇਂ ਸੋਨਾ ਧੂੜਿਆ ਹੋਵੇ। ਪਰ ਹੁਣ ਤਾਂ ਹੌਲੀ ਹੌਲੀ ਕਾਲੀ ਹੁੰਦੀ ਜਾਂਦੀ ਹੈ। ਸੂਰਜ ਨੂੰ ਗ੍ਰਹਿਣ ਲੱਗ ਰਿਹਾ ਜਾਪਦਾ। ਛਿਪਣਾ ਵੀ ਗ੍ਰਹਿਣ ਦੀ ਗੱਲ ਹੀ ਹੈ ਨਾ। ਸ਼ਾਬਾਸ਼ ਤੁਹਾਡੇ, ਹੀਰਾ ਦੇਵੀ ਨੇ ਫੋਕੇ ਰੋਸ ਨਾਲ ਬੁੱਲ ਕੱਢਦਿਆਂ ਕਿਹਾ। ਇਹ ਗੱਲਾਂ ਘੱਟੋ ਘੱਟ ਅੱਜ ਦੇ ਭਾਗੀ ਭਰੇ ਦਿਨ ਤਾਂ ਨਾ ਕਰੋ। ਖਿਮਾ, ਹੁਣ ਨਹੀਂ ਕਰਦਾ। ਉਹ ਮੁਸਕਰਾ ਪਿਆ ਤੇ ਮੁੜ ਉਹਦੇ ਮੋਢੇ ਤੇ ਹੱਥ ਧਰਦਿਆਂ ਬੋਲਿਆ, ਇੱਕ ਤੁਹਾਡਾ ਵੈਰੀ ਆ ਜਾਂਦਾ ਹੈ। ਹੀਰਾ ਦੇਵੀ ਨੇ ਉਹਦੇ ਹੱਥ ਦੀ ਉਂਗਲ ਵੱਲ ਤੱਕਿਆ। ਇੱਕ ਗਿਰਜ ਵਰਗਾ ਕਾਲਾ ਕਾਲਾ ਪੰਛੀ ਐਨ ਆਕਾਸ਼ ਦੇ ਉਸ ਸੱਖਣੇ ਭਾਗ ਵਿੱਚੋਂ ਦੀ ਉੱਡਿਆ ਜਾ ਰਿਹਾ ਸੀ, ਜਿਸ ਉੱਤੇ ਸੂਰਜ ਦੀ ਲਾਲੀ ਪਲੋ ਪਲੀ ਮੱਧਮ ਪੈ ਕੇ ਕਾਲਖ ਬਣਦੀ ਜਾਂਦੀ ਸੀ। ਪਰ ਅਜੇ ਤੱਕ ਪੰਛੀ ਦੇ ਖੰਭਾਂ ਨੂੰ ਸੱਚੀ ਅੱਗ ਲੱਗੀ ਹੋਈ ਜਾਪਦੀ ਸੀ। ਫਿਰ ਉਹਨਾਂ ਦੇ ਵਹਿੰਦਿਆਂ ਦੱਖਣ ਪੱਛਮ ਵਾਲੇ ਗੁੱਠ 'ਚੋਂ ਗੁਬਾਰ ਉੱਠਿਆ। ਹਨੇਰੀ ਬਣ ਗਈ। ਕੁਝ ਪਲਾਂ ਦੇ ਅੰਦਰ ਹਨੇਰ ਗੁਬਾਰ ਛਾ ਗਿਆ। ਰੁੱਖ ਸ਼ੂਕਣ ਲੱਗ ਪਏ। ਆਓ ਹੇਠ ਚੱਲੀਏ, ਸੁਰਿੰਦਰ ਨੇ ਚੁੱਪ ਤੋੜਦਿਆਂ ਕਿਹਾ। ਕਿਉਂ, ਡਰ ਲੱਗਦਾ? ਉਸ ਵੱਲ ਬਿਨਾਂ ਤੱਕਿਆਂ ਹੀਰਾ ਦੇਵੀ ਮੁਸਕਰਾਈ। ਤੇ ਉਹ ਜਦੋਂ ਹੇਠ ਆਏ ਤਾਂ ਨਾਲ ਦੀ ਨਾਲ ਸ਼ੂਕ ਦੀ ਹਨੇਰੀ ਦੇ ਮਗਰ ਮੀਂਹ ਆਇਆ। ਕਿੰਨਾ ਹੀ ਚਿਰ ਸਾਰਾ ਵਾਤਾਵਰਨ ਝੱਖੜ ਦੀ ਸ਼ੂਕਰ ਦੇ ਸਹਿਮ ਨਾਲ ਕੰਬਦਾ ਰਿਹਾ। ਫਿਰ ਹੌਲੀ ਹੌਲੀ ਹਵਾ ਘਟਦੀ ਗਈ। ਜਦੋਂ ਰੁਮਕਣ ਤੇ ਆ ਗਈ ਤਾਂ ਮੌਸਮ ਏਡਾ ਸੁਹਾਵਣਾ ਹੋ ਗਿਆ ਕਿ ਇੱਕ ਵਾਰ ਫਿਰ ਹੀਰਾ ਦੇਵੀ ਦਾ ਜੀ ਕੀਤਾ ਮੁੜ ਚੁਬਾਰੇ ਤੇ ਜਾ ਕੇ ਗੱਲਾਂ ਕਰਨ। ਪਰ ਸੁਰਿੰਦਰ ਇਹ ਕਹਿ ਕੇ ਬਾਹਰ ਚਲਾ ਗਿਆ ਕਿ ਆਪਣੇ ਚੁਬਾਰੇ 'ਚੋਂ ਅਟੈਚੀ ਲੈ ਆਏ। ਉਹ ਜਿਹੇ ਮੌਸਮ 'ਚ ਉਹਨੂੰ ਬਾਹਰ ਜਾਣੋਂ ਵਰਜ ਦੇਣਾ ਚਾਹੁੰਦੀ ਸੀ, ਪਰ ਨੰਨਾ ਪਾਉਣਾ ਬਦਸ਼ਗਨੀ ਜਾਪੀ। ਬਾਹਰ ਆਇਆ ਤਾਂ ਹਨੇਰੇ 'ਚ ਗਲੀ 'ਚੋਂ ਲੰਘਦਿਆਂ ਇੱਕ ਬੰਦਾ ਉਹਨੇ ਆਪਣੇ ਵੱਲ ਘੂਰ ਕੇ ਝਾਕਦਾ ਵੇਖਿਆ। ਇਹ ਸ਼ਾਇਦ ਰੰਗੂ ਸੀ, ਜਿਸ ਬਾਰੇ ਉਹਨੇ ਇੱਕ ਦੋ ਵਾਰੀ ਹੀਰਾ ਦੇਵੀ ਨੂੰ ਦੱਸਿਆ ਸੀ ਕਿ ਉਹ ਤੀਵੀਆਂ ਵਰਗਾ ਚੁਗਲਖੋਰ ਹੈ। ਮੁੜ ਘੂਰ ਕੇ ਰੰਗੂ ਵੱਲ ਵੇਖਿਆ ਤਾਂ ਰੰਗੂ ਜਿਵੇਂ ਘਾਬਰ ਗਿਆ। ਸਹਿਮ ਜਿਹਾ ਮੰਨਦਿਆਂ ਚੌਂਤਰੇ ਤੇ ਚੜ੍ਹ ਕੇ ਬੁੜਬੁੜ ਕੀਤੀ ਤੇ ਘੋਨੇ ਸਿਰ ਤੇ ਹੱਥ ਫੇਰਦਿਆਂ ਨੀਵੀਂ ਪਾਈ ਆਪਣੇ ਬੂਹੇ ਵੱਲ ਤੁਰ ਗਿਆ। ਸੁਰਿੰਦਰ ਨੂੰ ਬੜਾ ਗੁੱਸਾ ਆਇਆ, ਪਰ ਉਹ ਬੋਲਿਆ ਕੁਛ ਨਾ। ਇਸ ਪਿੱਛੋਂ ਬਾਜ਼ਾਰ 'ਚੋਂ ਲੰਘਦਿਆਂ ਉਸ ਹਟਵਾਣੀਏ ਆਪਣੇ ਵੱਲ ਸੈਨਤਾਂ ਕਰ ਕਰਕੇ ਘੋਰ ਮਸੋਰੇ ਹੁੰਦੇ ਵੇਖੇ। ਕੋਲੋਂ ਲੰਘਦੇ ਕਈ ਕਾਲਜ ਦੇ ਮੁੰਡੇ ਹਾਸੂ ਹੀਣੀਆਂ ਜੀਆਂ ਕਾਟਵੀਆਂ ਗੱਲਾਂ ਕਰਦੇ ਸੁਣੇ। ਉਹਨਾਂ ਦੇ ਝਾਕਣ ਦਾ ਕੋਝਾ ਤੇ ਅਨਾੜੀਆਂ ਵਾਲਾ ਅੰਦਾਜ਼ ਵੇਖ ਕੇ ਉਹਨਾਂ ਤੇ ਵੀ ਗੁੱਸਾ ਆਇਆ। ਪਰ ਬਾਜ਼ਾਰ ਦੇ
ਅੱਧ ਵਿੱਚ ਆ ਕੇ ਬੜਾ ਅਕੇਵਾਂ ਹੋਣ ਲੱਗ ਪਿਆ। ਲੰਮੀਆਂ ਉਲਾਂਘਾਂ ਪੁੱਟਦਿਆਂ ਉਹ ਛੇਤੀ ਦੇਣੇ ਆਪਣੇ ਚੁਬਾਰੇ ਦੀਆਂ ਪੌੜੀਆਂ ਕੋਲ ਆਇਆ। ਕੁੰਡਾ ਖੁੱਲਾ ਪਿਆ ਸੀ। ਚੁੱਪ ਕਰਕੇ ਉੱਤੇ ਜਾ ਚੜਿਆ। ਬੂਹਾ ਖੋਲ ਕੇ ਬੱਤੀ ਜਗਾਈ ਤੇ ਜਦੋਂ ਅਗਾਂਹ ਹੋਇਆ ਤਾਂ ਹੁਮਸ ਨਾਲ ਸੰਗ ਕੁੱਟਿਆ ਗਿਆ। ਅੰਦਰਲਾ ਖਲਾਰਾ ਬਹੁਤ ਹੀ ਭੈੜਾ ਲੱਗਿਆ। ਇੱਕ ਖੂੰਜੇ ਚਾਹ, ਕਾਲਕ ਤੇ ਤੇਲ ਨਾਲ ਬੇਰੂਪ ਹੋਇਆ ਸਟੋਵ, ਦੂਜੇ ਖੂੰਜੇ ਵਾਣ ਦੀ ਮੰਜੀ ਉੱਤੇ ਘਸੀ ਪਾਟੀ ਦਰੀ ਵਾਲਾ ਬਿਸਤਰਾ, ਖਿੜਕੀ 'ਚ ਪਿਆ ਪੁਰਾਣਾ ਪੱਖਾ ਤੇ ਇੱਕ ਟੈਚੀ ਕੇਸ। ਕੁਝ ਭਾਂਡੇ ਜੋ ਅਣਮਾਂਜੇ ਅਣਧੋਤੇ ਹੀ ਇੰਨੇ ਦਿਨਾਂ ਤੋਂ ਪਏ ਸੀ। ਕਿੱਲੀ ਤੇ ਟੰਗੀਆਂ 2 ਪੁਰਾਣੀਆਂ ਕਮੀਜ਼ਾਂ, ਬਨੈਣ ਤੇ ਪੈਂਟ ਉੱਤੇ ਹਨੇਰੀ ਦਾ ਮਣਮਣ ਰੇਤਾ ਚੜਿਆ ਹੋਇਆ ਸੀ। ਮੰਜੇ ਕੋਲ ਰੱਖੀ ਲੱਕੜ ਦੀ ਸੀਟ ਵਾਲੀ ਕੁਰਸੀ ਉੱਤੇ ਪਈਆਂ ਕਿਤਾਬਾਂ ਘੱਟੇ ਨਾਲ ਭਰੀਆਂ ਪਈਆਂ ਸੀ ਤੇ ਕਿਤਾਬਾਂ ਖਿੜਕੀ ਦੀਆਂ ਵਿਰਲਾਂ ਵਿੱਚੋਂ ਵਾਛੜ ਆ ਜਾਣ ਕਰਕੇ ਭਿੱਜ ਵੀ ਗਈਆਂ ਸੀ। ਅਗਾਂਹ ਹੋ ਕੇ ਖਿੜਕੀ ਖੋਲੀ ਤੇ ਹਵਾ ਦੇ ਇੱਕ ਠੰਡੇ ਬੁੱਲੇ ਨਾਲ ਉਹਦਾ ਚਿੱਤ ਰਤਾ ਟਿਕਾਣੇ ਆ ਗਿਆ। ਲੱਤਾਂ, ਪੈਰ ਤੇ ਪਿੱਠ ਬੁਰੀ ਤਰ੍ਹਾਂ ਥੱਕੇਵਾਂ ਮਹਿਸੂਸ ਕਰ ਰਹੇ ਸਨ। ਉਵੇਂ ਅਣਝਾੜੇ ਮੰਜੇ ਉੱਤੇ ਸਣੇ ਬੂਟੀ ਲੰਮਾ ਪੈ ਗਿਆ ਤੇ ਖਿੜਕੀ 'ਚੋਂ ਬਾਹਰ ਦਿਸਦੇ ਨੀਲੇ ਅਸਮਾਨ ਵੱਲ ਝਾਕਣ ਲੱਗ ਪਿਆ। ਸੁੰਨੇ ਦਿਮਾਗ 'ਚੋਂ ਇੱਕੋ ਵਾਰ ਇੱਕ ਚਮਕਾਰਾ ਜਿਹਾ ਪਿਆ ਤੇ ਉਹਨੂੰ ਇੱਕ ਪ੍ਰਸਿੱਧ ਕਹਾਣੀਕਾਰ ਦੇ ਨਿੱਕੇ ਨਾਵਲ ਦਾ ਉਹ ਪਾਤਰ ਯਾਦ ਆ ਗਿਆ ਜਿਹੜਾ ਮੱਲੋ ਮੱਲੀ ਪਾਗਲਖਾਨੇ ਲਿਆਂਦਾ ਗਿਆ ਸੀ ਤੇ ਅਜਿਹੀ ਰਾਤ ਵਿੱਚ ਇਉਂ ਹੀ ਖਿੜਕੀ 'ਚੋਂ ਚੰਨ ਤਾਰਿਆਂ ਨੂੰ ਝਾਕ ਰਿਹਾ ਸੀ। ਪਿੱਛੋਂ ਉਹਦੇ ਡਾਕਟਰ ਨੇ ਆ ਕੇ ਕਿਹਾ ਸੀ, ਵੇਖ ਕਿੰਨੀ ਸੋਹਣੀ ਰਾਤ ਹੈ, ਕਿੰਨੇ ਸੋਹਣੇ ਚੰਨ ਤਾਰੇ ਹੈ। ਫਿਰ ਇੱਕ ਦਿਨ ਉਸ ਪਾਤਰ ਦੀ ਮੰਜੀ ਕੋਲ ਮੱਲੋ ਮੱਲੀ ਡਾਕਟਰ ਦੀ ਮੰਜੀ ਵੀ ਢੁਆ ਦਿੱਤੀ ਗਈ ਸੀ ਤੇ ਪਾਤਰ ਨੇ ਡਾਕਟਰ ਦੇ ਸ਼ਬਦ ਹੀ ਦੁਹਰਾਉਂਦਿਆਂ ਕਿਹਾ ਸੀ, ਹੁਣ ਦੱਸੀ ਡਾਕਟਰਾ, ਰਾਤ ਕਿੰਨੀ ਸੋਹਣੀ ਲੱਗਦੀ ਹੈ, ਕਿੰਨੇ ਸੋਹਣੇ ਚੰਨ ਤਾਰੇ ਲੱਗਦੇ ਹੈ। ਸੁਰਿੰਦਰ ਤਰਬ ਗਿਆ। ਉਹਨੂੰ ਲੱਗਿਆ ਕਿਸੇ ਨੇ ਦੂਜੇ ਪਾਸੇ ਦਾ ਬੂਹਾ ਖੜਕਾਇਆ ਸੀ। ਚੁਬਾਰੇ ਦੇ ਪਿਛਵਾੜੇ ਗਲੀ ਵੱਲ ਮਾਲਕ ਮਕਾਨ ਵੀ ਰਹਿੰਦੇ ਸੀ। ਉਸ ਪਾਸੇ ਵੀ ਇਸ ਚੁਬਾਰੇ ਦਾ ਬੂਹਾ ਸਾਂਝੇ ਵਿਹੜੇ ਵੱਲ ਖੁੱਲਦਾ ਸੀ। ਇਧਰੋਂ ਦੀ ਮਾਲਕ ਮਕਾਨ ਦੇ ਬੱਚੇ ਉਸ ਕੋਲ ਪੜ੍ਹਨ ਆਉਂਦੇ ਹੁੰਦੇ ਸਨ। ਬਿੜਕ ਲਈ ਤਾਂ ਜਾਪਿਆ ਐਵੇਂ ਭੁਲੇਖਾ ਲੱਗਾ ਸੀ। ਮਾਲਕ ਮਕਾਨ ਦਾ ਸਾਰਾ ਟੱਬਰ ਤਾਂ ਭਾਂਡੇ ਖੜਕਾਉਂਦਾ, ਰੋਟੀ ਟੁੱਕ ਖਾਣ ਪਕਾਉਣ ਦੇ ਆਰੇ ਲੱਗਿਆ ਹੋਇਆ ਲੱਗਦਾ ਸੀ। ਆਪਣੀ ਉਸ ਕਲਪਨਾ ਦਾ ਖਿਆਲ ਮੁੜ ਆ ਗਿਆ ਤੇ ਉਹ ਹੈਰਾਨ ਹੋਇਆ ਕਿ ਅਜੇ ਖੁਸ਼ੀ ਦੇ ਮੌਕੇ ਉਹਨੂੰ ਅਜਿਹੇ ਨੋਵਲ ਦੀ ਇਹ ਘਟਨਾ ਕਿਉਂ ਯਾਦ ਆ ਗਈ ਸੀ। ਪਰ ਅਜਿਹੀ ਖੁਸ਼ੀ ਦੇ ਮੌਕੇ ਸ਼ਬਦ ਸੋਚਦਿਆਂ ਉਹਦੀ ਸੋਚ ਖੁਸ਼ੀ ਉੱਤੇ ਆ ਕੇ ਅਟਕ ਗਈ। ਕਿ ਉਹਨੂੰ ਸੱਚੀ ਖੁਸ਼ੀ ਸੀ? ਨਾਲੇ ਕੀ ਇਹਨੂੰ ਉਹ ਵਿਆਹ ਕਹਿ ਸਕਦਾ ਸੀ? ਇਹਦੇ ਨਾਲ ਲੜੀ ਜੁੜਦਿਆਂ ਹੀ ਮਾਂ ਦਾ ਖਿਆਲ ਆਇਆ, ਜਿਸ ਆਪਣੀ ਪਲੇਠੀ ਦੀ ਨੂੰਹ ਨੂੰ ਬਿਨਾਂ ਪਾਣੀ ਵਾਰਿਆਂ ਦਿੱਲੀ ਟੱਪ ਕੇ ਮੰਜੇ ਤੇ ਬੈਠਦਿਆਂ ਵੇਖਿਆ ਸੀ ਤੇ ਉਹ ਹੈਰਾਨ ਪਰੇਸ਼ਾਨ ਹੋਈ ਆਪਣੇ ਸਾਊ ਸਿਆਣੇ, ਆਪਣੇ ਬੁਢਾਪੇ ਦੀ ਡੰਗੋਰੀ ਪੁੱਤਰ ਦੀ ਇਸ ਸਹੇੜ ਨੂੰ ਵੇਂਦੀ ਰਹੀ ਸੀ। ਪਿੱਛੋਂ ਪੀੜ ਨਾਲ ਵਿੰਨੀਆਂ ਅੱਖਾਂ 'ਚ ਕਿੰਜ ਅੱਥਰੂ ਕੇਰਦਿਆਂ ਉਹਨੂੰ ਪੁੱਤ ਨੂੰ ਅਸੀਸਾਂ ਦਿੱਤੀਆਂ ਸਨ। ਹੰਝੂ ਪੂੰਝਦਿਆਂ ਇਹਨੂੰ ਖੁਸ਼ੀ ਨਾਲ ਉਛਲਿਆ ਕੌੜਾ ਪਾਣੀ ਕਹਿ ਕੇ ਮੁਸਕਰਾਉਣ ਦਾ ਯਤਨ ਕੀਤਾ ਸੀ ਤੇ ਉਹਦਾ ਆਪਣਾ ਮਨ ਮਾਂ ਦੀ ਇਹ ਹਾਲਤ ਝੱਲ ਨਹੀਂ ਸੀ ਸਕਿਆ। ਉਸ ਲੰਬੇ ਕਰਕੇ ਮਾਂ ਨੂੰ ਲੱਖ ਸਮਝਾਇਆ ਸੀ ਕਿ ਉਸੇ ਕੰਮ ਚਾਰੇ ਕੰਨੀਆਂ ਸੋਚ ਕੇ ਕੀਤਾ ਸੀ, ਪਰ ਉਹ ਮਾਂ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਦੇ ਸਕਿਆ ਕਿ ਵਿਧਵਾ ਤੀਵੀਂ ਨਾਲ ਵਿਆਹ ਕਰਵਾ ਕੇ ਉਹਨੇ ਆਪਣੇ ਭੈਣ ਭਰਾਵਾਂ ਦਾ ਅੱਗਾ ਮਾਰ ਦਿੱਤਾ ਸੀ। ਵੇਖ ਸ਼ਿੰਦਿਆ, ਕਦੇ ਤੈਨੂੰ ਅਲਫੋਂ ਬੇ ਨਹੀਂ ਆਖੀ, ਹੁਣ ਵੀ ਨਹੀਂ ਕਹਿੰਦੀ, ਪਰ ਸਾਊ ਦੁਨੀਆ ਦਾ ਮੂੰਹ ਫੜਿਆ ਜਾਂਦਾ। ਹੁਣ ਜੇ ਕੋਈ ਬੋਲੂ ਇਹੋ ਆਖੂ ਖਬਰੇ ਕੀ ਗੱਲ ਹੈ। ਫਿਰ ਸਾਊ ਤੇਰੀਆਂ ਭੈਣਾਂ ਨੂੰ ਕੌਣ ਲਊ, ਤੇਰੇ ਭਰਾਵਾਂ ਨੂੰ ਕੌਣ ਨਾਤਾ ਕਰੂ। ਤੇ ਮਾਂ ਦੇ ਇਹਨਾਂ ਸਿੱਧੜ ਜਿਹੇ ਵਿਚਾਰਾਂ ਤੇ ਉਹਦੇ ਕਿਸੇ ਗਿਆਨ ਦੀ ਕੈਂਚੀ ਕਾਟ ਨਹੀਂ ਸੀ ਕਰ ਸਕਦੀ। ਉਹਨੂੰ ਪਤਾ ਸੀ ਕਿ ਸੰਗ ਪਾੜ ਕੇ ਉਪਭਾਵਕ ਹੁੰਦਿਆਂ ਉਹ ਕਹਿ ਸਕਦਾ ਸੀ, ਮੈਂ ਕਿਸੇ ਸਮਾਜ ਦੀ ਪਰਵਾਹ ਨਹੀਂ ਕਰਦਾ, ਪਰ ਉਹਦੀ ਨਿੱਕੀ ਉਮਰ 'ਚ ਭੋਗੀ ਇੱਕ ਪੂਰੀ ਜੂਨ ਦੇ ਤਰਕ ਤਜਰਬੇ ਨੇ ਉਹਨੂੰ ਮੂੰਹ ਨਹੀਂ ਸੀ ਖੋਲਣ ਦਿੱਤਾ। ਸਗੋਂ ਅਸਲ ਗੱਲ ਇਹ ਸੀ ਕਿ ਆਪਣੀ ਇਸ ਦਲੇਰੀ ਦੇ ਗਲਤ ਪੱਖ ਦਾ ਗਿਆਨ ਮਾਂ ਦੇ ਹੀ ਇਹਨਾਂ ਸਿੱਧੜ ਸ਼ਬਦਾਂ ਨੇ ਕਰਵਾਇਆ ਸੀ। ਉਹ ਆਪਣਾ ਸਾਰਾ ਅੱਗਾ ਦਾਅ ਤੇ ਲਾ ਬੈਠਾ ਸੀ, ਪਰ ਖੈਰ ਉਹਨੇ ਮਾਤ ਹੀ ਖਾ ਜਾਣੀ ਸੀ ਕਿ ਚਾਨਚੱਕ ਬਾਜ਼ਾਰ 'ਚ ਇੰਨਾ ਰੌਲਾ ਪਿਆ ਜਿਵੇਂ ਕਈ 100 ਬੰਦੇ ਇਕੱਠੇ ਹੋ ਕੇ ਝਗੜ ਰਹੇ ਹੋਣ। ਕਾਹਲੀ ਨਾਲ ਉੱਠ ਕੇ ਬਾਹਰ ਆਇਆ ਤਾਂ 2 ਹਟਵਾਣੀਆਂ ਆਪੋ 'ਚ ਗਾਲੂ ਗਾਲੀ ਹੋ ਰਹੇ ਸੀ। ਇਕੱਠੇ ਹੋਏ ਲੋਕ ਉਹਨਾਂ ਨੂੰ ਹਟਾਉਣ ਦਾ ਯਤਨ ਕਰ ਰਹੇ ਸੀ। ਲੜਾਈ ਮਟਾਉਣ ਵਾਲਾ ਇੱਕ ਮੋਟਾ ਸਾਰਾ ਸੇਠ बार-बार इको फिक्रा दोहरा रहा सी, किसी की बात, किसी का झगड़ा, थम पड़ोसी आपस में क्यों मरोसो हैं। वो चुप करके अंदर आया। किली ते टंगे मैले कपड़े टैची च पाउण लगा। बाजार दा रौला एक वारी फिर उच्चा होया। ਉਹਦਾ चित्त जिवें दहल गया होवे। उठ के बाहर नस्सन लगा, पर एन उसे वेले चुबारे दा पिछला बूहा खड़किया। बूहा खोल के वेख्या मालक मकान सेठ नंदू राम जी मैले दंद कढ़दियां खसियाने जे मुस्कुरा रहे सी। हे ਉਹਨੇ ਬੜੀ ਭੱਦੀ ਤਰ੍ਹਾਂ ਕਈ ਵਾਰ ਘੋੜੇ ਵਾਂਗ ਨਾਸਾਂ ਫੁਰਕਦਿਆਂ ਹੱਸਣ ਦਾ ਯਤਨ ਕੀਤਾ। ਮੁੜ ਉਹਨਾਂ ਦੀਆਂ ਅੱਖਾਂ ਜਿਵੇਂ ਉਸ ਵੱਲ ਝਾਕਦੀਆਂ ਨਾਲੋਂ ਨਾਲ ਚੁਬਾਰੇ ਦੇ ਖਿਲਾਰੇ ਨੂੰ ਵੀ ਜਾਚ ਰਹੀਆਂ ਸੀ। ਸਭ ਤੋਂ ਉੱਪਰੀ ਗੱਲ ਇਹ ਸੀ, ਉਹਨਾਂ ਦੀ ਘੁਟਾਬੀ ਹਾਸੀ ਦਾ ਅੱਖਾਂ ਦੀ ਝਾਕਣੀ ਨਾਲ ਬੜਾ ਕਜੋੜ ਸੀ। ਹੌਂਕਦਿਆਂ ਉਹ ਬਿਨਾਂ ਕੁਝ ਪੁੱਛਿਆਂ ਕਿਹਾ ਮੰਜੀ ਤੇ ਬਹਿ ਗਏ।
ਤੇ ਜ਼ੋਰ ਦੀ ਗੋਡੇ ਘੁੱਟਦਿਆਂ ਬੋਲੇ, ਮਾਸਟਰ ਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੀ, ਹੁਕਮ ਕਰੋ। ਪਹਿਲਾਂ ਬਹਿ ਜਾਓ, ਇਸ ਕੁਰਸੀ ਤੇ ਬਹਿ ਜਾਓ। ਹੀ ਗੋਡਿਆਂ ਨੇ ਮਾਰ ਲਏ। ਉਸ ਕੁਰਸੀ ਤੋਂ ਕਿਤਾਬਾਂ ਚੁੱਕ ਕੇ ਖਿੜਕੀ 'ਚ ਧਰਤੀਆਂ ਤੇ ਬੈਠਣ ਲੱਗਿਆ। ਬੋਲਿਆ, ਹਾਂਜੀ ਦੱਸੋ। ਗੱਲ ਇਹ ਹੈ ਮਾਸਟਰ ਜੀ, ਅਖੇ ਸਿਆਣਾ ਕਹੋ ਸਿਆਣਾ ਬੁੱਝੇ। ਗੱਲ ਦਾ ਤਾਂ ਤੁਹਾਨੂੰ ਕਿਹੜਾ ਪਤਾ ਨਹੀਂ, ਤੁਸੀਂ ਜੀ ਕੋਈ ਨਿਆਣੇ ਹੋ। ਤੇ ਬੋਲਦਾ ਬੋਲਦਾ ਅਟਕ ਕੇ ਆਪਣੇ ਸਿਰ ਤੇ ਹੱਥ ਫੇਰਨ ਲੱਗ ਪਿਆ। ਫਿਰ ਮੋਟੀਆਂ ਕਾਲੀਆਂ ਉਂਗਲਾਂ ਦੇ ਮੜਾਕੇ ਕੱਢਣ ਦਾ ਯਤਨ ਕਰਦਿਆਂ ਬੂਹੇ ਵੱਲ ਚੋਰਾਂ ਵਾਂਗ ਝਾਕ ਕੇ ਧੀਮੀ ਆਵਾਜ਼ 'ਚ ਬੋਲਿਆ, ਤੁਸੀਂ ਜੀ ਕੰਮ ਬਹੁਤ ਮਾੜਾ ਕੀਤਾ। ਸਾਰੀ ਮੰਡੀ ਦੀ ਬੂ ਉਭਰੀ ਪਈ ਆ। ਉਹ ਤਾਂ ਜੀ ਖੈਰ ਹੁਣ ਤੁਸੀਂ ਆਪਦਾ ਪੜਿਆ ਵਿਚਾਰੋ, ਪਰ ਡਾਕਟਰ ਸਾਹਿਬ ਨੇ ਬੰਦਾ ਭੇਜਿਆ ਸੀ ਮੇਰੇ ਕੋਲੇ। ਹੁਣ ਜੀ ਤੁਸੀਂ ਚੁਬਾਰਾ ਖਾਲੀ ਕਰਦੇ ਹੋ। ਤਾਂ ਜੀ ਤੁਹਾਡਾ ਸੁੱਖ ਨਾਲ ਸਾਨੂੰ ਬਥੇਰਾ ਸੁੱਖ ਸੀ। ਨਿਆਣੇ 4 ਅੱਖਰ ਪੜ੍ਹਦੇ ਸੀ, ਨਾਲੇ ਤੁਸੀਂ ਤਾਂ ਨੂੰਹ ਧੀ ਦੀ ਇੱਜ਼ਤ ਦੇ ਸੀਰੀ ਸੀ। ਹੋਰ ਜੀ ਕਿਰਾਏਦਾਰਾਂ ਤੋਂ ਬੰਦਾ ਕੀ ਭਾਲਦਾ ਹੈ। ਅਸੀਂ ਤਾਂ ਜੀ ਐਵੇਂ ਝੂਠ ਮਾਰੀਏ ਬਲਾਈ ਖੁਸ਼ ਸੀ ਤੁਹਾਡੇ ਤੇ, ਪਰ ਜੀ ਇਹ ਹੁਣ ਗੱਲ ਹੀ ਐਸੀ ਕਰਤੀ ਤੁਸੀਂ, ਮਾੜੀ ਹੋਈ। ਮਿਹਰਬਾਨੀ ਸੇਠ ਸਾਹਿਬ, ਉਹ ਤਿੱਖੀ ਆਵਾਜ਼ 'ਚ ਕਹਿੰਦਿਆਂ ਉੱਠ ਖੜੋਤਾ। ਆ ਤੁਹਾਡੇ ਸਾਹਮਣੇ ਕੱਪੜੇ ਸਾਂਭੇ ਪਏ ਆ, ਹੁਣੇ ਜਾਣਾ। ਹੋਰ ਦੱਸੋ। ਆ ਲਓ ਕੁੰਜੀ, ਇਹ ਬਾਕੀ ਸਮਾਨ ਤੜਕੇ ਲਿਜਾਇਆ ਜਾਊ ਤਾਂ ਲੈ ਜੂ, ਨਹੀਂ ਤਾਂ ਪਿਛਲੇ 10 ਦਿਨ ਦੇ ਕਿਰਾਏ 'ਚ ਮੁਜਰੇ ਗਿਣ ਲੈਣਾ, ਠੀਕ ਹੈ ਜੀ। ਹੀ ਐਂ ਜੀ ਅਸੀਂ ਲੋਕਾਂ ਦਾ ਸਮਾਨ ਦੱਬਦੇ ਫਿਰਦੇ ਆਂ। ਸੇਠ ਜੀ ਹਿਰਖ ਗਏ ਲੱਗਦੇ ਸੀ। ਹਰਖੋ ਨਾ ਸੇਠ ਜੀ, ਗੱਲ ਸੌਦੇਬਾਜ਼ੀ ਦੀ ਆ। ਉਹ ਤਾਂ ਠੀਕ ਹੈ। ਹੀ ਤੇ ਸੇਠ ਜੀ ਨੇ ਕੁੰਜੀ ਕੁੜਤੇ ਦੇ ਖੀਸੇ 'ਚ ਪਾ ਲਈ ਤੇ ਪਿੱਛੋਂ ਖੀਸੇ ਨੂੰ ਹੇਠੋਂ ਫੜ ਕੇ ਪਹਿਲਾਂ 1-2 ਵਾਰੀ ਟੋਇਆ, ਫਿਰ ਮੁੱਠੀ 'ਚ ਘੁੱਟ ਲਿਆ। ਅੱਛਾ ਜੀ, ਰਾਮ ਰਾਮ ਸੇਠ ਜੀ, ਬੋਲਿਆ ਚੱਲਿਆ ਮਾਫ। ਉਹ ਟੈਚੀ ਚੁੱਕ ਕੇ ਬਾਹਰ ਨਿਕਲਿਆ ਤੇ ਸੇਠ ਨੇ ਨਾਲ ਹੀ ਨਾਲ ਰਾਮ ਰਾਮ ਦਾ ਜਵਾਬ ਦਿੰਦਿਆਂ ਬੂਹਾ ਇਉਂ ਬੰਦ ਕਰ ਲਿਆ ਜਿਵੇਂ ਉਹਦੇ ਮੂੰਹ ਤੇ ਮਾਰਨ ਲੱਗੇ ਹੋਣ। ਪੌੜੀਆਂ ਉਤਰ ਕੇ ਸੁਰਿੰਦਰ ਨੂੰ ਗੁੱਸਾ ਆਇਆ ਤੇ ਨੰਦੂ ਰਾਮ ਦਾ ਘਿਨਾਉਣਾ ਪਿਲਪਿਲਾ ਚਿਹਰਾ ਅੱਖਾਂ ਸਾਹਮਣੇ ਉਹ ਨਹੀਂ ਹਟਿਆ। ਇਹੋ ਬੰਦਾ ਅੱਜ ਤੋਂ ਪਹਿਲਾਂ ਉਹਨੂੰ ਕਈ ਵਾਰੀ ਆਪਣੀ 10ਵੀਂ ਜਮਾਤ 'ਚ ਪੜ੍ਹਦੀ ਧੀ ਦੇ ਹੱਥ ਰੋਟੀ ਵੀ ਘਲਦਾ ਰਿਹਾ ਸੀ, ਪਰ ਅੱਜ ਇਹੋ ਕਬੂਤਰ ਵਾਂਗ ਅੱਖਾਂ ਫੇਰ ਗਿਆ ਸੀ। ਉਹ ਫਿਰ ਭਾਵੁਕ ਹੋ ਗਿਆ, ਪਰ ਤੁਰੰਤ ਹੀ ਮਨ ਦੀਆਂ ਲਗਾਮਾਂ ਖਿੱਚੀਆਂ ਤੇ ਸੰਭਲਦਿਆਂ ਪੱਕੇ ਕਦਮੀ ਤੁਰਦਿਆਂ ਇੱਧਰ ਉੱਧਰ ਤੱਕਿਆ। ਹਟਵਾਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਤੁਰ ਗਏ ਸਨ। ਕੁਝ ਅਜੇ ਵੀ ਅੰਦਰ ਹੀ ਬੈਠੇ ਬੂਹੇ ਭੀੜ ਕੇ ਵਹੀਆਂ ਤੇ ਹਿਸਾਬ ਕਿਤਾਬ ਲਿਖ ਰਹੇ ਲੱਗਦੇ ਸਨ ਤੇ ਉਹਦੇ ਕੋਲੋਂ ਦੀ ਵੀ ਕਈ ਜਣੇ ਲੰਘੇ। ਸਭ ਉਸ ਵੱਲ ਘੂਰ-ਘੂਰ ਵੇਖ ਰਹੇ ਸੀ। ਬਾਜ਼ਾਰੋਂ ਗਲੀ 'ਚ ਆਉਂਦਿਆਂ ਵੇਖਿਆ ਇੱਕ ਘਰ ਦੇ ਸਾਹਮਣੇ 8-7 ਤੀਵੀਆਂ ਖੜੋਤੀਆਂ ਗੱਲਾਂ ਕਰੀ ਜਾਂਦੀਆਂ ਸੀ। ਘਰ ਸ਼ਾਇਦ ਚੰਡੂ ਲਾਲ ਬਾਜਾ ਦਾ ਸੀ। ਬੂਹੇ ਤੇ ਲੱਗੀ ਬੱਤੀ ਵੀ ਜਗਦੀ ਸੀ। ਉਹ ਨੇੜੇ ਆਇਆ ਤਾਂ ਸਾਰੀਆਂ ਤੀਵੀਆਂ ਇੱਕਦਮ ਚੁੱਪ ਕਰ ਗਈਆਂ। ਉਸ ਵੱਲ ਡੌਰ ਭੌਰੀਆਂ ਝਾਕਣ ਲੱਗ ਪਈਆਂ। ਪੈਰ ਥਿੜਕਦੇ ਜਾਪੇ, ਪਰ ਐਤਕੀ ਹਾਲਤ ਪਹਿਲਾਂ ਵਾਂਗ ਨਹੀਂ ਹੋਈ। ਜਦੋਂ ਚੁੱਪ ਕੀਤਾ ਬੂਹੇ ਅੰਦਰ ਆਣ ਵੜਿਆ ਤਾਂ ਉਹਨੂੰ ਇੱਕ ਬੜਾ ਹੀ ਓਪਰਾ ਅਹਿਸਾਸ ਹੋਇਆ। ਇਉਂ ਲੱਗਿਆ ਜਿਵੇਂ ਜੇਲ੍ਹ ਅੰਦਰ ਆ ਵੜਿਆ ਹੋਵੇ। ਵਿਹੜੇ 'ਚ ਆਉਂਦਿਆਂ ਹੀ 3 ਪਾਸੇ ਬਣੇ ਚੌਥੇ ਥੰਮਾਂ ਵਾਲੇ ਵਰਾਂਡਿਆਂ ਵੱਲ ਤੱਕਿਆ। ਇਹ ਜੇਲ੍ਹ ਵਾਲਾ ਅਹਿਸਾਸ ਵਧੇਰੇ ਪੱਕਾ ਹੋ ਗਿਆ। ਸਮਝ ਨਹੀਂ ਪਈ ਕਿ ਆਖਿਰ ਅਜਿਹੀਆਂ ਸੋਚਾਂ ਫੁਰਨ ਦਾ ਕਾਰਨ ਕੀ ਸੀ। ਚੁਬਾਰੇ ਤੇ ਆਇਆ ਤਾਂ ਹੀਰਾ ਦੇਵੀ ਉਹਦੀ ਪੈੜ ਚਾਲ ਸੁਣ ਕੇ ਬੂਹੇ ਤੇ ਆ ਗਈ ਤੇ ਬੜੀ ਬੇਸਬਰੀ ਤੇ ਕਾਹਲ ਨਾਲ ਉਹਦਾ ਜਿਵੇਂ ਸਵਾਗਤ ਕੀਤਾ। ਤੁਸੀਂ ਇੰਨਾ ਚਿਰ ਕਿੱਥੇ ਲਾਏ? ਤੇ ਜਦੋਂ ਉਹਦੇ ਹੱਥੋਂ ਉਸ ਬੈਗ ਫੜਿਆ ਤੇ ਇਹ ਗੱਲ ਸੁਰਿੰਦਰ ਨੂੰ ਪਹਿਲੀਆਂ ਸਭ ਗੱਲਾਂ ਨਾਲੋਂ ਵੱਧ ਓਪਰੀ ਲੱਗੀ। ਉਹ ਬਹੁਤ ਹੀ ਹੈਰਾਨ ਹੋ ਕੇ ਉਹਦੇ ਮੂੰਹ ਵੱਲ ਝਾਕਣ ਲੱਗ ਪਿਆ। ਕਿੰਨਾ ਚਿਰ ਹੋ ਗਿਆ ਰੋਟੀ ਆਈ ਨੂੰ? ਅੱਜ ਮੈਨੂੰ ਭੁੱਖ ਵੀ ਬੜੀ ਲੱਗੀ ਸੀ। ਹੀਰਾ ਦੇਵੀ ਨੇ ਮੁੜ ਰੋਸ 'ਚ ਕਿਹਾ, ਰੋਟੀ ਆਈ ਨੂੰ? ਇਹ ਸੁਣ ਕੇ ਹੋਰ ਵੀ ਹੈਰਾਨ ਹੋਇਆ ਤੇ ਪੁੱਛ ਲਿਆ, ਇਹ ਰੋਟੀ ਆਈ ਵਾਲੀ ਗੱਲ ਕੀ ਬਣੀ? ਦੱਸਦੀ ਹਾਂ। ਉਹ ਮੁੜ ਕੇ ਪਲੰਗ ਤੇ ਬੈਠਦਿਆਂ ਕਿਹਾ, ਤੁਸੀਂ ਪਹਿਲੇ ਇੱਧਰ ਮੇਰੇ ਕੋਲ ਆ ਕੇ ਬੈਠੋ। ਪਰ ਹੀਰਾ ਦੇਵੀ ਦੇ ਕੋਲ ਢੁੱਕੇ ਇਉਂ ਪਲੰਗ ਤੇ ਬੈਠਦਿਆਂ ਉਹਨੂੰ ਜਿਵੇਂ ਲੱਗ ਰਿਹਾ ਸੰਗ ਲੱਗ ਰਹੀ ਸੀ। ਜੋ ਹੀਰਾ ਦੇਵੀ ਨੇ ਉਹਦਾ ਹੱਥ ਫੜ ਕੇ ਖਿੱਚਿਆ ਤਾਂ ਉਹ ਢੱਬੇ ਜਿਹੇ ਢੰਗ ਨਾਲ ਉਤੋਂ ਰਤਾ ਦੂਰ ਪਲੰਗ ਦੀ ਢੋਹ ਨਾਲ ਪਿੱਠ ਲਾ ਕੇ ਲੇਟ ਜਿਹਾ ਗਿਆ ਤੇ ਹੱਥ ਛੁਡਾ ਕੇ ਗਿੱਚੀ ਪਿੱਛੇ ਹੱਥਾਂ ਦੀ ਕੰਘੀ ਪਾਉਂਦਿਆਂ ਉਸ ਵੱਲ ਮੁਸਕਰਾ ਕੇ ਤੱਕਣ ਦਾ ਯਤਨ ਕਰਨ ਲੱਗ ਪਿਆ। ਕੀ ਗੱਲ ਅੱਜ ਸੰਗ ਲੱਗਣ ਲੱਗ ਪਈ? ਹੀਰਾ ਦੇਵੀ ਨੇ ਉਹਦੇ ਗੋਡੇ ਉੱਤੇ ਠੋਡੀ ਧਰ ਕੇ ਝੁਕਦਿਆਂ ਆਖਿਆ, ਮੈਂ ਤਾਂ ਹੁਣ ਤਾਈਂ ਤੁਹਾਨੂੰ ਬੜਾ ਦਲੇਰ ਸਮਝਦੀ ਰਹੀ ਹਾਂ। ਹੀਰਾ ਦੇਵੀ ਧੀਮੀ ਜੀ ਹੱਸ ਪਈ। ਉਹ ਵੀ ਰਤਾ ਹੱਸਿਆ, ਪਰ ਇੱਕਦਮ ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪਿਆ, ਜਿਵੇਂ ਚੋਰ ਸੰਨ ਤੇ ਫੜਿਆ ਗਿਆ ਹੋਵੇ। ਤੁਸੀਂ ਮੇਰੀ ਕਿਹੜੀ ਕਮਜ਼ੋਰੀ ਫੜ ਲਈ? ਉਹਨੇ ਹੋਰ ਤਰੱਦਦ ਨਾਲ ਮੁਸਕਰਾਉਣ ਦਾ ਯਤਨ ਕਰਦਿਆਂ ਕਿਹਾ। ਇਹ ਵੀ ਦੱਸਾਂ? ਐਤਕੀ ਉਹ ਖਿੜਖੜਾ ਕੇ ਹੱਸੀ। ਅੱਛਾ, ਪਹਿਲਾਂ ਤੁਹਾਡੇ ਉਸ ਸਵਾਲ ਦਾ ਜਵਾਬ ਦੇ ਲਵਾਂ। ਰੋਟੀ ਮੈਂ ਉੱਧਰੋਂ ਕੇਸਰੀ ਤੋਂ ਮੰਗਵਾਈ ਹੈ। ਦਾਦੀ ਨੇ ਆਪਣੇ ਇੱਥੋਂ ਜਾਣ ਤੋਂ ਪਹਿਲਾਂ ਹੀ ਜਵਾਬ ਦੇ ਦਿੱਤਾ ਸੀ ਕਿ ਉਹ ਹੁਣ ਸਾਡੇ ਨਾਲ ਨਹੀਂ ਰਹਿ ਸਕਦੀ। ਅਜਿਹਾ ਅਨਰਥ ਹੋ ਨਹੀਂ ਸੀ ਵੇਖ ਸਕਦੀ। ਉਹ ਸੌਕਾ ਭਰਿਆ ਤੇ ਇੱਕਦਮ ਗੰਭੀਰ ਹੋ ਗਈ। ਫਿਰ ਸਿੱਧੀ ਹੋ ਕੇ ਬੈਠਦਿਆਂ ਸੁਰਿੰਦਰ ਦੀਆਂ ਅੱਖਾਂ 'ਚ ਤੱਕਿਆ ਤੇ ਚਿੱਟੇ ਗੋਟੇ ਦੀ ਕਿਨਾਰੀ ਵਾਲੀ ਚੁੰਨੀ ਨੂੰ ਸਿਰ ਤੇ ਠੀਕ ਕਰਦਿਆਂ ਬੋਲੀ, ਮੈਂ ਸੋਚਿਆ ਇਹੋ ਜਿਹੇ ਲੋਕਾਂ 'ਚ ਆਪਾਂ ਸੁਖੀ ਵਸ ਸਕਾਂਗੇ। ਸੁਰਿੰਦਰ ਨੂੰ ਜਿਵੇਂ ਅੱਤ ਯੋਗ ਮੌਕਾ ਲੱਭ ਪਿਆ। ਉਹ ਵਿਅੰਗ ਨਾਲ ਹੱਸਦਿਆਂ ਬੋਲਿਆ, ਹੈ ਕਰਤੀ ਭਗਤਨੀਆਂ ਵਾਲੀ ਗੱਲ। ਕੋ ਨਾ ਚੱਲੀ ਬਾਬਾ ਧਿਆਈ।
ਹੀਰਾ ਦੇਵੀ ਨਿੰਮੋ ਝੋਣੀ ਹੋ ਕੇ ਖੱਬੇ ਹੱਥ ਦੀ ਉਂਗਲ 'ਚ ਪਾਈ ਇੱਕੋ ਇੱਕ ਛਾਪ ਨੂੰ ਗੌਰ ਨਾਲ ਵੇਂਦਿਆਂ ਉਹਨੂੰ ਘੁਮਾਉਣ ਲੱਗ ਪਈ। ਚਿਹਰੇ ਦਾ ਪੱਖਾ ਮੱਧਮ ਜਿਹਾ ਹੋ ਗਿਆ। ਛੱਤ ਵਾਲਾ ਪੱਖਾ ਪੂਰੀ ਤੇਜ਼ ਚਾਲ ਨਾਲ ਚੱਲ ਰਿਹਾ ਸੀ, ਪਰ ਸੁਰਿੰਦਰ ਨੇ ਵੇਖਿਆ ਤਦ ਵੀ ਉਹਦੇ ਮੱਥੇ ਤੇ ਮੁੜਕੇ ਦੇ 2-3 ਤੁਪਕੇ ਲਿਸ਼ਕ ਰਹੇ ਸਨ। ਉਹ ਸੋੜਕ ਕੇ ਸਿੱਧਾ ਹੁੰਦਿਆਂ ਆਪਣੇ ਰੁਮਾਲ ਨਾਲ ਉਹਦਾ ਮੱਥਾ ਪੂੰਝਿਆ ਤੇ ਉਵੇਂ ਰਤਾ ਹੌਸਲੇ ਨਾਲ ਬੋਲਿਆ, ਇੰਨਾ ਦਿਲ ਹੁਣੇ ਡੁਲਾ ਲਿਆ ਤਾਂ ਗਾਂ ਨੂੰ ਕੀ ਹਾਲ ਹੋਊ ਜਨਾਬ। ਪਰ ਹਾਲਤ ਦੋਹਾਂ ਦੀ ਇਹੋ ਜਿਹੀ ਸੀ ਜਿਵੇਂ ਨੇਰੀ 'ਚ ਗੁਆਚੇ ਇੱਕ ਦੂਜੇ ਨੂੰ ਰਾਹ ਦੱਸਣ ਦਾ ਯਤਨ ਕਰ ਰਹੇ ਹੋਣ, ਪਰ ਰਾਹ ਦੋਹਾਂ ਨੂੰ ਹੀ ਨਾ ਲੱਭ ਰਿਹਾ ਹੋਵੇ। ਜੇ ਆਪਾਂ ਤੁਹਾਡੇ ਸ਼ਹਿਰ ਚਲੇ ਚਲੀਏ ਤਾਂ ਠੀਕ ਨਹੀਂ? ਹੀਰਾ ਦੇਵੀ ਨੇ ਗੰਭੀਰਤਾ ਨਾਲ ਪੁੱਛਿਆ। ਮਸਲਾ ਰੋਜ਼ੀ ਦਾ ਹੈ। ਤੁਹਾਨੂੰ ਪਤਾ ਮੈਂ ਤੁਹਾਡੇ ਸਕੂਲ ਦਾ ਇੱਕ ਅਦਨਾ ਮਾਸਟਰ ਹਾਂ। ਜੇ ਉੱਥੇ ਕੁਝ ਬਣ ਸਕਦਾ ਤਾਂ ਇੱਥੇ ਆ ਕੇ ਨਿਆਣਿਆਂ ਦੇ ਨੱਕ ਪੂੰਝਣ ਦੀ ਕੀ ਲੋੜ ਸੀ? ਤੇ ਜੇ ਇਹੋ ਸਕੂਲ ਉੱਥੇ ਚਲਾ ਲਈਏ ਕੀ ਖਿਆਲ ਹੈ? ਹਿੰਮਤ ਵੇਖੋ ਆਪਣੀ। ਜਿਹੜੀ ਭਗਤਨੀ ਐਡਾ ਲੰਮਾ ਰੰਡੇਪਾ ਕੱਟ ਕੇ ਆਪਣੀ ਜਵਾਨੀ ਦੀ ਸਿਖਰ ਢਾਲ ਕੇ ਇੱਕ ਅਣਜਾਣੇ ਬੰਦੇ ਦੀ ਪਤਨੀ ਬਣ ਸਕਦੀ ਹੈ, ਉਸ ਭਾਰਤੀ ਨਾਰੀ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਇੰਨਾ ਕੰਮ ਨਹੀਂ ਕਰ ਸਕਦੀ? ਤੁਹਾਨੂੰ ਪਤਾ ਹੈ ਵੀ ਗ੍ਰੰਥਾਂ 'ਚ ਅਹੰਕਾਰ ਨੂੰ ਮਾਰ ਵੀ ਲਿਖੀ ਹੋਈ ਹੈ। ਉਹਨੇ ਵਿਅੰਗ ਨਾਲ ਮੁਸਕਰਾਉਂਦਿਆਂ ਕਿਹਾ, ਤੇ ਨਾਲੇ ਜਿਹੜਾ ਬੰਦਾ ਆਪਣੇ ਕੋਲੋਂ 7 ਸਾਲ ਵੱਡੀ ਤੇ ਅਣਜਾਣੀ ਤੀਵੀਂ ਨੂੰ ਲੜ ਲਾ ਲਵੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਦੋਵੇਂ ਇੱਕ ਦੂਜੇ ਵੱਲ ਇੱਕ ਪਲ ਲਈ ਤੱਕਦੇ ਰਹੇ, ਫਿਰ ਘਸਿਆਨੇ ਜਿਹੇ ਹੋ ਕੇ ਹੱਸ ਪਏ। ਇੱਕ ਦੂਜੇ ਨੂੰ ਇਉਂ ਦਰਸਾਉਣ ਦਾ ਯਤਨ ਕਰਨ ਲੱਗੇ ਕਿ ਸਭ ਕੁਝ ਮਖੌਲ ਵਿੱਚ ਕਿਹਾ ਜਾ ਰਿਹਾ ਸੀ, ਪਰ ਉਂਝ ਦੋਹਾਂ ਦੇ ਅੰਦਰ ਕੰਡੇ ਵਾਂਗ ਕੁਝ ਚੁਭੀ ਜਾ ਰਿਹਾ ਸੀ। ਇੱਕ ਅਣਪਛਾਤੇ ਸਹਿਮ ਨਾਲ ਦੋਹਾਂ ਦੇ ਚਿਹਰੇ ਗ੍ਰਹਿਣੇ ਲੱਗਦੇ ਸੀ। ਉਹਨਾਂ ਦੀ ਅੰਤਰ-ਆਤਮਾ ਜਿਵੇਂ ਨਾਰਦ ਮੁਨੀ ਦੇ ਵਿਅੰਗਾਤਮਕ ਹਾਸੇ ਦੀ ਡੂੰਘੀ ਦਬਵੀਂ ਗੁੱਝੀ ਆਵਾਜ਼ ਸੁਣ ਰਹੀ ਸੀ, ਤੇ ਇਹ ਆਵਾਜ਼ ਉਹਨਾਂ ਨੂੰ ਸਿਰ ਤੋਂ ਪੈਰਾਂ ਤੱਕ ਕੰਬਾ ਰਹੀ ਲੱਗਦੀ ਸੀ। ਆਓ ਉੱਤੇ ਚੁਬਾਰੇ ਤੇ ਚੱਲੀਏ, ਉਹਦਾ ਹੱਥ ਫੜ ਕੇ ਉਠਾਉਂਦਿਆਂ ਹੀਰਾ ਦੇਵੀ ਨੇ ਨਰੋਈ ਆਵਾਜ਼ 'ਚ ਕਿਹਾ। ਇਹ ਤਾਂ ਆਪਣੀ ਇਸ ਘਰ ਮੇਰੇ ਘਰ ਪਹਿਲੀ ਰਾਤ ਹੈ, ਨਾਲੇ ਭਗਵਾਨ ਨੇ ਅੱਜ ਤਾਂ ਸੱਚੀ ਸਾਡੇ ਉੱਤੇ ਆਪਣੀਆਂ ਅਸੀਸਾਂ ਦੀਆਂ ਕਣੀਆਂ ਵਰਾ ਦਿੱਤੀਆਂ। ਠੰਡੇ ਝੋਲੇ ਅਜਿਹੇ ਵੇਲੇ ਵੀ ਭਗਵਾਨ ਤੁਹਾਨੂੰ ਨਹੀਂ ਭੁੱਲਿਆ। ਧੰਨ ਉਹਦੇ ਭਗਤ, ਧੰਨ ਉਹਨਾਂ ਦਾ ਦੀਨ ਦੁਖੀਆਂ ਦਾ ਸਹਾਰਾ ਭਗਵਾਨ। ਉਹ ਮੁਸਕਰਾਉਂਦਿਆਂ ਉੱਠ ਖੜੋਤਾ। ਹੀਰਾ ਦੇਵੀ ਵੀ ਹੱਸੀ। ਦੋਵੇਂ ਇੱਕ ਦੂਜੇ ਨਾਲ ਮੋਢਾ ਜੋੜ ਕੇ ਭੀੜੀਆਂ ਪੌੜੀਆਂ ਚੜ੍ਹ ਗਏ। ਰੋਟੀ ਦਾ ਖਿਆਲ ਕਿਸੇ ਨੂੰ ਵੀ ਨਹੀਂ ਆਇਆ। ਮੌਸਮ ਬੜਾ ਹੀ ਸੁਖਾਵਾਂ ਹੋ ਗਿਆ ਸੀ। ਹਵਾ ਠੰਡੀ ਸੀ, ਅਸਮਾਨ ਤੇ ਟਾਵੇਂ-ਟਾਵੇਂ ਬੱਦਲ ਵੀ ਸੀ, ਪਰ ਕਈ ਥਾਵਾਂ ਤੋਂ ਅਸਮਾਨ ਇੰਨਾ ਨਿਖਰਿਆ ਹੋਇਆ ਸੀ ਕਿ ਤਾਰਿਆਂ ਦੀ ਝਿਲਮਿਲਾਤ ਤਿੱਖੀ ਤੇ ਮਨਮੋਹਣੀ ਲੱਗਦੀ ਸੀ। ਨੇਰ ਪੱਖ ਹੋਣ ਕਰਕੇ ਤਾਰੇ ਸੰਘਣੇ ਤੇ ਵਧੇਰੇ ਚਮਕੀਲੇ ਸਨ। ਸੜਕਾਂ ਦੀਆਂ ਬੱਤੀਆਂ ਦਾ ਚਾਨਣ ਵੀ ਬੜਾ ਤੇਜ਼ ਹੋ ਗਿਆ ਲੱਗਦਾ ਸੀ। ਮੋੜਾਂ ਤੇ ਇਕੱਠੇ ਹੋਏ ਨਿਆਣੇ ਨੰਗ ਧੜੰਗੇ ਖੇਡਦਿਆਂ ਹੱਲਾ ਗੁੱਲਾ ਮਚਾ ਰਹੇ ਸਨ। ਅਜਿਹੇ ਵਾਤਾਵਰਨ 'ਚ ਰੌਲਾ ਅੱਖਰਦਾ ਸੀ ਤੇ ਹੀਰਾ ਦੇਵੀ ਦੇ ਅੰਦਰਲੀ ਚੋਭ ਹੋਰ ਤਿੱਖੀ ਮਹਿਸੂਸ ਹੋਣ ਲੱਗ ਪਈ ਸੀ। ਇਹ ਨਿਆਣਿਆਂ ਨੇ ਕਿਉਂ ਸਮਾਨ ਸਿਰ ਤੇ ਚੱਕਿਆ? ਵੇਖ ਕਿਵੇਂ ਕਲਕਾਰੀਆਂ ਮਾਰਨ ਲੱਗੇ ਹੋਏ ਆ ਸ਼ੈਤਾਨ। ਉਸ ਰੋਸ ਨਾਲ ਬੁੱਲ ਟੇਰ ਕੇ ਕਿਹਾ। ਉਹ ਸਾਹਮਣੇ ਜਿਹੜਾ ਤਾਰਾ ਹੈ ਨਾ, ਉਹਨੂੰ ਮੰਗਲ ਤਾਰਾ ਕਹਿੰਦੇ ਆ। ਉਹਦੀ ਗੱਲ ਅਣਸੁਣੀ ਕਰਕੇ ਸੁਰਿੰਦਰ ਨੇ ਆਪਣੇ ਸੱਜੇ ਪਾਸੇ ਉਂਗਲ ਦਾ ਇਸ਼ਾਰਾ ਕੀਤਾ ਤੇ ਉਹਦੀ ਬਾਂਹ ਡੋਲੇ ਕੋਲੋਂ ਫੜਦਿਆ ਕਿਹਾ, ਪਤਾ ਹੈ ਇੰਨੀ ਚਮਕੀਲਾ ਕਿਉਂ ਹੈ? ਹੀਰਾ ਦੇਵੀ ਨੇ ਮੂੰਹ 'ਚੋਂ ਹੂੰ ਕਹਿੰਦਿਆਂ ਸਿਰ ਹਿਲਾਤਾ। ਕਹਿੰਦੇ ਆ ਇੱਥੇ ਸਾਰੇ ਉਹਨਾਂ ਲੋਕਾਂ ਦਾ ਵਾਸਾ ਹੁੰਦਾ ਜਿਹੜੇ ਬੇਔਲਾਦ, ਅਣਵਿਆਹੇ ਜਾਂ ਰੰਡੇ ਹੋ ਕੇ ਬੇਆਸ ਤੇ ਨਿਰਾਸ਼ ਮਰ ਜਾਂਦੇ ਆ। ਉਹ ਹਰ ਵੇਲੇ ਆਪਣੀਆਂ ਸਧਰਾਈਆਂ ਆਸਤਰਿਆਈਆਂ ਅੱਖਾਂ ਇਸ ਧਰਤੀ ਵੱਲ ਲਾਈ ਰੱਖਦੇ ਆ। ਇਸੇ ਕਰਕੇ ਉਸ ਤਾਰੇ ਤੇ ਇੰਨੀ ਲਿਸ਼ਕ ਰਹਿੰਦੀ ਹੈ। ਇਹ ਉਹਨਾਂ ਦੀਆਂ ਅੱਖਾਂ ਦੀ ਰਲਵੀਂ ਲਿਸ਼ਕ ਹੈ। ਸੱਚੀ ਸੱਚ। ਉਸ ਗੰਭੀਰਤਾ ਨਾਲ ਨਿਗਾਹ ਗੱਡ ਕੇ ਤਾਰੇ ਵੱਲ ਝਾਕਦਿਆਂ ਗਿਆ। ਪਰ ਇਹ ਗੱਲ ਹੈ ਬੜੀ ਅਜੀਬ, ਮੈਂ ਨਹੀਂ ਸੁਣੀ। ਤੁਸੀਂ ਉਹ ਗ੍ਰੰਥ ਨਹੀਂ ਨਾ ਪੜ੍ਹੇ ਜਿਹੜੇ ਮੈਂ ਪੜ੍ਹੇ ਆ? ਖੂਬ। ਹੀਰਾ ਦੇਵੀ ਨੇ ਵਿਅੰਗ ਨਾਲ ਉਹਦੇ ਵੱਲ ਤੱਕਦਿਆਂ ਕਿਹਾ। ਗੱਲ ਤਾਂ ਪੈਰੀਂ ਤੋਰਨੀ ਆਉਂਦੀ ਹੈ। ਹੋਰ ਸਾਡੇ ਕੋਲ ਹੈ ਕੀ? ਅਜੇ ਵੀ ਇੰਨੀ ਨਿਰਾਸ਼ਾ। ਉਹ ਚੁੱਪ ਕਰ ਗਿਆ। ਫਿਰ ਦੋਵੇਂ ਬਨੇਰੇ ਕੋਲ ਖੜੋਤੇ ਕਿੰਨਾ ਚਿਰ ਤਾਰਿਆਂ, ਬੱਦਲਾਂ, ਕਾਲੀ ਸ਼ਾਹ ਧਰਤੀ, ਭੂਤਾਂ ਦੇ ਘੋਰਿਆਂ ਅਰਗੇ ਦੁਮੰਜਲੇ ਤਮੰਜਲੇ ਘਰਾਂ ਦੇ ਲਿਸ਼-ਲਿਸ਼ ਕਰਦੇ ਬਿਜਲੀ ਦੇ ਲਾਟੂਆਂ ਵੱਲ ਤੱਕਦੇ ਰਹੇ। ਨਿਆਣਿਆਂ ਦਾ ਰੌਲਾ ਰੱਪਾ ਵੀ ਕਿਧਰੇ ਦੂਰ ਚਲਾ ਗਿਆ ਸੀ। ਚਾਰੇ ਪਾਸੇ ਪਲੋ ਪਲੀ ਇੱਕ ਸੰਘਣੀ ਚੁੱਪ ਪਸਰਦੀ ਜਾਂਦੀ ਸੀ। ਉਹ ਜਿਉਂ-ਜਿਉਂ ਕਾਲੀ ਮਿੱਟੀ ਦੇ ਲਿਓੜ ਵਾਂਗ ਭਾਰੀ ਹੁੰਦੀ ਜਾਂਦੀ ਸੀ, ਕਿਸੇ ਦਾ ਵੀ ਉਹਨੂੰ ਤੋੜਨ ਦਾ ਹੌਸਲਾ ਨਹੀਂ ਸੀ ਪੈ ਰਿਹਾ। ਫਿਰ ਉਹਨਾਂ ਨੂੰ ਘਰਾਂ ਦੇ ਅੰਦਰ, ਵਿਹੜਿਆਂ 'ਚ, ਵਰਾਂਡਿਆਂ 'ਚ, ਚੁਬਾਰਿਆਂ ਅੰਦਰ ਤੇ ਛੱਤਾਂ ਉੱਤੇ ਇਕੱਠੇ ਹੋਏ ਬੰਦੇ ਆਪੋ 'ਚ ਕਾਨਾ-ਫੂਸੀਆਂ ਕਰਦੇ ਸੁਣੇ। ਉਹਨਾਂ ਤਰਹਿ ਕੇ ਪਹਿਲਾਂ ਚਾਰੇ ਪਾਸੇ ਵੇਖਿਆ, ਫਿਰ ਇੱਕ ਦੂਜੇ ਦੀਆਂ ਅੱਖਾਂ 'ਚ। ਰੌਲਾ ਤੁਹਾਨੂੰ ਵੀ ਸੁਣਿਆ? ਹੀਰਾ ਦੇਵੀ ਨੇ ਸਹਿਮੀ ਆਵਾਜ਼ 'ਚ ਪੁੱਛਿਆ। ਕਾਹਦਾ ਰੌਲਾ? ਆਹੀ ਜਿਹੜਾ ਮੈਨੂੰ ਸੁਣਿਆ। ਹਾਂ, ਕੁਛ ਲੱਗਦਾ। ਫਿਰ ਉਹ ਚੁੱਪ। ਦੋਏ ਦੂਰ ਤੱਕ ਖਿਲ ਰਹੇ ਭੂਤਾਂ ਦੇ ਘੋਰਿਆਂ ਵਰਗੇ ਘਰਾਂ ਵੱਲ ਡੋਰੇ ਭੋਰੇ ਕੁਝ ਚਿਰ ਹੋਰ ਝਾਕਦੇ ਰਹੇ। ਫਿਰ ਹੀਰਾ ਦੇਵੀ ਨੇ ਔਕੜ ਕੇ ਆਪਣੇ ਘਰ ਦੇ ਪਹਾੜ ਜਿੱਡੇ ਸੁੰਨੇ ਤੇ ਭਾਂ-ਭਾਂ ਕਰਦੇ ਵਿਹੜੇ ਵੱਲ ਵੇਖਿਆ। ਤੁਸੀਂ ਹੇਠਲਾ ਡਿਊਟੀ ਦਾ ਬਾਰ ਅੜਾਇਆ ਸੀ? ਉਸ ਅਚਾਨਕ ਹੀ ਡਰੀ ਹੋਈ ਆਵਾਜ਼ 'ਚ ਪੁੱਛਿਆ। ਨਹੀਂ, ਯਾਦ ਹੀ ਨਹੀਂ ਰਿਹਾ। ਸੁਰਿੰਦਰ ਨੂੰ ਤੁਰੰਤ ਤਾਂ ਕੁਝ ਨਹੀਂ ਸੁੱਝਿਆ, ਪਰ ਫਿਰ ਉਹਦੇ ਮਗਰ ਲੰਮੀਆਂ ਪਲਾਂਘਾਂ ਭਰਦਾ ਪੌੜੀਆਂ ਉਤਰਨ ਲੱਗ ਪਿਆ।
ਜਦੋਂ ਹੇਠਲੀਆਂ ਪੌੜੀਆਂ ਉਤਰਨ ਲੱਗੀ ਤਾਂ ਉਸ ਉਬੜਵਾਇਆ ਆਵਾਜ਼ ਮਾਰੀ, ਹੀਰਾ ਠਹਿਰ, ਮੈਂ ਅੜਾ ਕੇ ਆਉਣਾ, ਤੂੰ ਮੁੜਾ। ਹੀਰਾ ਦੇਵੀ ਦਾ ਲੂੰ ਕੰਬ ਗਿਆ। ਸੁਰਿੰਦਰ ਨੇ ਜਿਵੇਂ ਉਹਨੂੰ ਆਵਾਜ਼ ਮਾਰੀ ਸੀ, ਜਿਵੇਂ ਉਹਨੂੰ ਪਹਿਲੀ ਵਾਰ ਹੀਰਾ ਤੂੰ ਆਖਿਆ ਸੀ, ਇਸ ਨਾਲ ਇਉਂ ਜਾਪਿਆ ਜਿਵੇਂ ਸਦੀਆਂ ਪਿੱਛੋਂ ਸੀਲ ਪੱਥਰ ਹੋਈ ਖੜੋਤੀ ਰਾਧਿਕਾ ਨੂੰ ਸ਼ਾਮ ਨੇ ਅੰਗ ਛੁਆ ਕੇ ਸੁਰਜੀਤ ਕਰ ਦਿੱਤਾ ਹੋਵੇ। ਉਹਦੀ ਸਾਰੀ ਆਤਮਾ ਚੀਚਵੱਟੀ ਵਾਂਗ ਲਿਸ਼ਕਵੀਂ, ਕੂਲੀ ਤੇ ਕੋਮਲ ਹੋ ਗਈ ਜਾਪੀ। ਅੱਖਾਂ 'ਚ ਚਾਨਚੱਕ ਏਡਾ ਖੁਮਾਰ ਭਰ ਆਇਆ ਕਿ ਉਹ ਥਿੜਕਦੇ ਪੈਰਾਂ ਨੂੰ ਸੱਚੀ ਸੰਭਾਲ ਨਹੀਂ ਸਕੀ। ਜਦੋਂ ਕਾਲੇ ਪੈਰੀਂ ਸੁਰਿੰਦਰ ਉਸ ਕੋਲ ਅੱਪੜਿਆ ਤਾਂ ਉਹਨੇ ਮੋਢੇ ਦਾ ਸਹਾਰਾ ਲੈ ਕੇ ਉਹ ਮਸਾਂ ਡਿੱਗਣੋਂ ਬਚ ਸਕੀ। ਚਲੋ ਪਿਆ ਰਹਿਣ ਦਿਓ ਖੁੱਲਾ, ਉਹਨੂੰ ਬਾਹੋਂ ਫੜ ਕੇ ਰੋਕਦਿਆਂ ਅਲਸਾਈ ਆਵਾਜ਼ 'ਚ ਉਹਨੇ ਕਿਹਾ। ਨਹੀਂ, ਮੈਂ ਹੁਣੇ ਆਇਆ। ਸੁਰਿੰਦਰ ਬੇਪਰਵਾਹੀ ਨਾਲ ਉਹ ਤੋਂ ਬਾਂਹ ਛੁਡਾ ਕੇ ਪੌੜੀ ਉਤਰ ਗਿਆ। ਦਿਲ ਵੱਸੋਂ ਬਾਹਰਾ ਹੋ ਕੇ ਧੜਕਿਆ। ਪੌੜੀ ਦੀ ਕੰਧ ਨਾਲ ਹੱਥ ਘਸਰਦਿਆਂ ਸੰਭਲਦੀ ਥਿੜਕਦੀ ਆਪਣੇ ਪਲੰਗ ਤੇ ਆ ਟੱਠੀ। ਸਾਰੇ ਅੰਗਾਂ 'ਚ ਅੱਗ ਜੀ ਬਲਣ ਲੱਗ ਪਈ ਸੀ। ਅੱਖਾਂ 'ਚ ਚੰਗਿਆੜੇ ਨਿਕਲ ਰਹੇ ਸਨ, ਮਹਿਸੂਸ ਹੋ ਰਹੇ ਸਨ। ਪਰ ਜਦ ਤੱਕ ਸੁਰਿੰਦਰ ਹੇਠਲਾ ਬੂਹਾ ਅੜਾ ਕੇ ਦਫ਼ਤਰ ਦਾ ਜੰਦਰਾ ਤੇ ਵਿਹੜੇ 'ਚ ਪਏ ਤੱਪੜ ਕੁਰਸੀਆਂ ਨੂੰ ਸਾਂਭ ਕੇ ਉੱਤੇ ਆਇਆ, ਉਹਦੀ ਮਾਨਸਿਕ ਹਾਲਤ ਅੱਤ ਡਾਵਾਂਡੋਲ ਹੋ ਚੁੱਕੀ ਸੀ। ਤੁਸੀਂ ਬੜਾ ਚਿਰ ਲਾ ਆਏ, ਉਸ ਘੱਗੀ ਆਵਾਜ਼ ਨਾਲ ਆਖਿਆ। ਮੈਂ ਸਮਾਨ ਸਾਂਭਣ ਲੱਗ ਪਿਆ। ਕੇਸਰੀ ਸਭ ਕੁਝ ਵਿਹੜੇ 'ਚ ਖਿਲਰਿਆ ਹੀ ਛੱਡ ਗਈ ਸੀ। ਉਸ ਕਿਹਾ ਤੇ ਫਿਰ ਪਲੰਗਾਂ ਦੇ ਨਾਲ ਹੀ ਨਵੀਆਂ ਲਿਆਂਦੀਆਂ ਕੁਰਸੀਆਂ 'ਚੋਂ ਇੱਕ ਤੇ ਬੈਠਦਿਆਂ ਬੋਲਿਆ, ਆਓ ਰੋਟੀ ਖਾਈਏ, ਹੁਣ ਤਾਂ ਮੈਨੂੰ ਵੀ ਬੜੀ ਭੁੱਖ ਲੱਗ ਗਈ ਆ। ਆਓ। ਇਹ ਕੀ? ਏਡੀ ਛੇਤੀ ਉਹਦੀ ਬੋਲੀ ਫੇਰ ਕਿਉਂ ਬਦਲ ਗਈ ਸੀ? ਭੁੱਖ ਤਾਂ ਮੈਨੂੰ ਵੀ ਉਦੋਂ ਬਹੁਤ ਲੱਗੀ ਸੀ, ਹੁਣ ਸ਼ਾਇਦ ਕੁਵੇਲਾ ਹੋਣ ਕਰਕੇ ਮਰ ਗਈ। ਉਹ ਥੱਕੇ ਅੰਗਾਂ ਨਾਲ ਪਲੰਗ ਤੋਂ ਉੱਠੀ ਤੇ ਉਹਦੇ ਸਾਹਮਣੇ ਕੁਰਸੀ ਤੇ ਜਾ ਬੈਠੀ। ਵਾਲ ਖਿਲਰ ਕੇ ਮੂੰਹ ਤੇ ਆ ਪਏ ਸੀ, ਜਿਵੇਂ ਸਵੇਰੇ ਸੁੱਤੀ ਉੱਠੀ ਹੋਵੇ। ਚੁੰਨੀ ਸਿਰੋਂ ਲੈ ਕੇ ਗਲ 'ਚ ਆ ਪਈ ਸੀ ਤੇ ਆਥਣੇ ਦੇ ਬਦਲ ਕੇ ਪਾਈ ਕੁੜਤੀ ਵੱਟੋ ਵੱਟ ਹੋ ਗਈ ਸੀ। ਸਬਜ਼ੀ ਤਾਂ ਬਿਲਕੁਲ ਠਰ ਗਈ ਆ। ਉਹ ਪਹਿਲੀ ਬੁਰਕੀ ਮੂੰਹ 'ਚ ਪਾਉਂਦਿਆਂ ਕਿਹਾ, ਤੁਸੀਂ ਕੀ ਯਾਦ ਕਰੋਗੇ? ਕਿਸੇ ਨੰਗ ਨਾਲ ਵਿਆਹ ਕਰਾਇਆ ਸੀ। ਸੁਰਿੰਦਰ ਠਾਕਾ ਮਾਰ ਕੇ ਹੱਸਿਆ। ਉਹਦੇ ਨਾਲ ਉਹ ਵੀ ਹੱਸੀ, ਪਰ ਦੋਹਾਂ ਨੂੰ ਹੀ ਇੱਕ ਦੂਜੇ ਦੀ ਹਾਸੀ ਓਪਰੀ ਲੱਗੀ ਤੇ ਹੱਸਦੀਆਂ ਸੱਖਣੀਆਂ ਅੱਖਾਂ ਨਾਲ ਡੌਰ ਭੌਰ ਖੱਬੇ ਸੱਜੇ ਤੇ ਇੱਕ ਦੂਜੇ ਵੱਲ ਝਾਕਦੇ ਰਹੇ। ਫਿਰ ਸੌਣ ਲੱਗਿਆਂ ਵੀ ਉਹਨਾਂ ਬੜੇ ਅਜੀਬ ਗੱਲਾਂ ਛੇੜ ਲਈਆਂ। ਹੀਰਾ ਦੇਵੀ ਨੇ ਪਹਿਲਾਂ ਆਪਣੇ ਬਚਪਨ ਦੀ ਇੱਕ ਲੰਗੜੀ ਸਹੇਲੀ ਦੀਆਂ ਗੱਲਾਂ ਸੁਣਾਈਆਂ, ਜੋ ਅਕਸਰ ਖੇਡਣ ਲੱਗਿਆਂ ਡਿੱਗ ਪੈਂਦੀ ਸੀ ਤੇ ਫਿਰ ਸਾਰਿਆਂ ਨੂੰ ਗਾਲਾਂ ਕੱਢਦੀ ਰੋਂਦੀ ਚਲੀ ਜਾਂਦੀ ਸੀ। ਸੁਰਿੰਦਰ ਨੇ ਆਪਣੇ ਪਿੰਡ ਦੇ ਕੰਨੇ ਦੀਆਂ ਗੱਲਾਂ ਸੁਣਾਈਆਂ, ਫਿਰ ਬੜੀ ਕੁਟੱਬੇ ਢੰਗ ਨਾਲ ਅੰਨਿਆਂ ਵਾਂਗ ਹੱਸ ਕੇ ਵਿਖਾਇਆ। ਉਹ ਹੱਸਦੇ ਤਾਂ ਰਹੇ, ਪਰ ਦੋਹਾਂ ਨੂੰ ਆਪਣੀਆਂ ਅਜਿਹੀਆਂ ਗੱਲਾਂ ਤੋਂ ਜਿਵੇਂ ਕਚਿਆਣ ਜਿਹੀ ਆਉਣ ਲੱਗ ਪਈ। ਫਿਰ ਵੀ ਕੋਈ ਅੱਧੀ ਰਾਤ ਤਾਈਂ ਇਹੋ ਜਿਹੀਆਂ ਹੀ ਗੱਲਾਂ ਕਰ ਹੱਸੀ ਗਏ। ਕੋਈ ਗੰਭੀਰ ਜਾਂ ਜੱਚਦੀ ਗੱਲ ਉਹਨਾਂ ਨੂੰ ਜਿਵੇਂ ਔੜੀ ਨਹੀਂ, ਤੇ ਹੋਰ ਰਾਤਾਂ ਵਾਂਗ ਅੰਤ ਇਹ ਰਾਤ ਵੀ ਬੀਤ ਗਈ। ਸਵੇਰੇ ਹੀਰਾ ਦੇਵੀ ਨੂੰ ਜਾਗ ਰਤਾ ਕੁਵੇਲੇ ਆਈ। ਧੁੱਪ ਚੜ੍ਹ ਆਈ ਜਾਪੀ। ਉੱਠਦਿਆਂ ਬਿੜਕ ਲਈ ਤਾਂ ਕੋਈ ਹੇਠਲਾ ਬੂਹਾ ਖੜਕਾ ਰਿਹਾ ਸੀ। ਨੱਸ ਕੇ ਹੇਠ ਗਈ। ਕੇਸਰੀ ਚਾਹ ਲੈ ਕੇ ਆਈ ਸੀ। ਉਹਨੂੰ ਇਹ ਬੜਾ ਅਜੀਬ ਲੱਗਿਆ ਕਿ ਉਹ ਚਾਹ ਉੱਧਰੋਂ ਹੀ ਕਰਕੇ ਲਿਆਈ ਸੀ। ਇਹ ਤੂੰ ਕੀ ਕੀਤਾ? ਐਂ ਚੰਗੀ ਲੱਗਦੀ ਐ? ਰਤਾ ਰੋਸ ਨਾਲ ਉਸ ਕੇਸਰੀ ਨੂੰ ਕਿਹਾ। ਇੱਥੇ ਜੀ ਖੰਡ ਵੀ ਨਹੀਂ ਸੀ ਤੇ ਨਾ ਦੁੱਧ ਸੀ। ਕੇਸਰੀ ਨੇ ਨਿੰਮੋ ਝੁਣੀ ਆਵਾਜ਼ 'ਚ ਜਵਾਬ ਦਿੱਤਾ ਤੇ ਅੰਦਰ ਲੰਘ ਗਏ। ਖੰਡ ਨਹੀਂ, ਦੁੱਧ ਨਹੀਂ, ਇਹ ਗੱਲ ਕੀ ਬਣੀ? ਉਹ ਹੋਰ ਤੱਤੀ ਹੁੰਦਿਆਂ ਕਿਹਾ, ਪਰ ਫਿਰ ਕੁਝ ਮੁਸਕਰਾ ਕੇ ਬੋਲੀ, ਮੈਂ ਕੀ ਸਵੇਰੇ ਸਵੇਰੇ ਪੁਆੜਾ ਪਾ ਬੈਠੀ ਤੇਰੇ ਨਾਲ। ਚੱਲ ਲੈ ਚੱਲ, ਮੈਨੂੰ ਤਾਂ ਚਾਹ ਦੀ ਤਲਬੀ ਅੱਜ ਬੜੀ ਲੱਗੀ ਐ। ਫਿਰ ਪੌੜੀ ਚੜ੍ਹਦਿਆਂ ਚੌੜ ਜਿਹੀ ਨਾਲ ਕੇਸਰੀ ਦੇ ਮੋਢੇ ਤੇ ਹੱਥ ਧਰ ਕੇ ਆਪਣਾ ਸਾਰਾ ਭਾਰ ਉਸ ਤੇ ਸੁੱਟਦਿਆਂ ਅਲਸਾਈ ਆਵਾਜ਼ 'ਚ ਬੋਲੀ, ਕੇਸਰਾਂ ਭੈਣ, ਮੈਂ ਤਾਂ ਰਾਤ ਤੈਨੂੰ ਸੁਪਨਿਆਂ 'ਚ ਵੀ ਨਾਲ ਲਈ ਤੁਰੀ ਫਿਰੀ। ਕੇਸਰੀ ਕੁਛ ਨਹੀਂ ਬੋਲੀ। ਇਹਨੂੰ ਇਉਂ ਚੁੱਪ ਵੇਖ ਕੇ ਉਸ ਕਿਹਾ, ਤੂੰ ਰੁੱਸੀ ਹੋਈ ਐ ਮੇਰੇ ਨਾਲ? ਨਹੀਂ ਜੀ। ਕੇਸਰੀ ਦੀ ਆਵਾਜ਼ ਭਰੜਾਈ ਹੋਈ ਲੱਗੀ ਤੇ 6ਵੀਂ 7ਵੀਂ ਪੌੜੀ ਤੇ ਮੋਢਾ ਫੜ ਕੇ ਉਹਨੂੰ ਰੋਕਦਿਆਂ ਹੀਰਾ ਦੇਵੀ ਨੇ ਉਹਦੀਆਂ ਅੱਖਾਂ 'ਚ ਹੈਰਾਨੀ ਨਾਲ ਤੱਕਿਆ ਤਾਂ ਹੰਝੂ ਤੱਕ ਕੇ ਉਹਦੀ ਖਾਨਿਓਂ ਗਈ। ਸਹਿਮੀ ਆਵਾਜ਼ ਨਾਲ ਪੁੱਛਿਆ, ਕੁੜੀ ਇਹ ਕੀ? ਤੂੰ ਮੈਥੋਂ ਵੀ ਲੁਕੋ ਰੱਖਦੀ ਹੈ? ਨਹੀਂ ਬੀਬੀ ਜੀ, ਗੱਲ ਤਾਂ ਕੋਈ ਨਹੀਂ, ਬਸ ਐਵੇਂ ਚੰਦਰੇ ਲੋਕਾਂ ਦਾ ਖਿਆਲ ਆ ਗਿਆ। ਉਹ ਚਾਹ ਵਾਲਾ ਡੋਲੂ ਖੱਬੇ ਹੱਥ ਥੰਮਦਿਆਂ ਸੱਜੇ ਨਾਲ ਅੱਖਾਂ ਪੂੰਝੀਆਂ। ਕਿਹੜੇ ਚੰਦਰੇ ਲੋਕ? ਰਾਤ ਤੀਰਥ ਰਾਮ ਰਾਧਾ ਮਲ ਤੇ ਇੱਕ ਹੋਰ ਬੰਦਾ ਆ ਕੇ ਸਾਨੂੰ ਮੰਦਾ ਚੰਗਾ ਬੋਲ ਗਏ ਵੀ ਜੇ ਕੱਲ ਨੂੰ ਅਸੀਂ ਤੁਹਾਨੂੰ ਇੱਥੇ ਵੇਖ ਲਿਆ ਤਾਂ ਤੁਹਾਡੀਆਂ ਜੁਲੀਆਂ ਫੂਕ ਦਿਆਂਗੇ। ਮੰਦਰ 'ਚ ਅਸੀਂ ਇਹ ਕੁਪੱਤ ਨਹੀਂ ਹੋਣ ਦੇਣਾ। ਪਤਾ ਨਹੀਂ ਅੱਜ ਹੀ ਅਸੀਂ ਕੀ ਕੁਪੱਤ ਕਰਨ ਲੱਗ ਪਏ। ਅੱਗੇ ਕਿਸੇ ਤੋਂ ਉਹ ਇਹ ਨਹੀਂ ਅਖਵਾਈ। ਇਹ ਕਹਿ ਕੇ ਉਹ ਫੇਰ ਅੱਖਾਂ ਭਰ ਆਈ ਤੇ ਉਹਦੀ ਭੁੱਬ ਨਿਕਲ ਗਈ। ਲੈ, ਮੈਂ ਕਿਹਾ ਖਬਰ ਨਹੀਂ ਕੀ ਆਫਤ ਆ ਗਈ। ਉੱਤੋਂ ਬੜੀ ਬੇਪਰਵਾਹੀ ਨਾਲ ਹੀਰਾ ਦੇਵੀ ਬੋਲੀ। ਅੰਦਰੋਂ ਉਹਦਾ ਮਨ ਤੜਪ ਉੱਠਿਆ, ਪਰ ਨਾਲ ਹੀ ਸਹਿਮ ਵੀ ਗਿਆ। ਕੇਸਰੀ ਦੇ ਮੋਢਿਆਂ ਉੱਤੋਂ ਬਾਹਾਂ ਵਲਾ ਕੇ ਆਪਣੇ ਨਾਲ ਤੋਰਦਿਆਂ ਬੋਲੀ, ਹੁਣ ਮੰਦਰ ਆਪਾਂ ਕਰਨਾ ਵੀ ਕੀ ਹੈ? ਸਾਡਾ ਜਦੋਂ ਉੱਥੇ ਸੀਰ ਹੀ ਕੋਈ ਨਹੀਂ ਰਿਹਾ, ਨਾਲੇ ਭਗਵਾਨ ਤਾਂ ਹਰ ਥਾਂ ਵਸਦੇ ਆ। ਚੱਲ ਤੁਸੀਂ ਅੱਜ ਆਪਣਾ ਸਮਾਨ ਹੇਠਲੀ ਦਫ਼ਤਰ ਨਾਲ ਦੀ ਬੈਠਕ 'ਚ ਲੈ ਆਇਓ, ਫਿਰ ਉਹਨਾਂ ਨਾਲ ਮੈਂ ਆਪੇ ਸਮਝ ਲਊਂਗੀ। ਵੇਖੋ ਮੈਂ ਉਹ ਕੀ ਕਰਦੇ ਆ ਮੇਰਾ। ਪਤਾ ਨਹੀਂ ਉਹਦਾ ਇਸ ਕਰਦੇ ਤੋਂ ਕੀ ਭਾਵ ਸੀ। ਕੇਸਰੀ ਨੂੰ ਸਮਝ ਨਹੀਂ ਪਈ। ਉੱਤੇ ਆ ਕੇ ਉਸੇ ਬੇਪਰਵਾਹੀ ਨਾਲ ਚਾਹ ਪੀਂਦੇ ਹੋ ਇਹ ਗੱਲ ਸੁਰਿੰਦਰ ਕੋਲ ਦੱਸਣ ਲੱਗ ਪਈ।
ਅੱਗੋਂ ਹੁੰਗਾਰਾ ਭਰਦਾ ਰਿਹਾ, ਪਰ ਸਮਝ ਉਹਨੂੰ ਵੀ ਨਹੀਂ ਪਈ ਕਿ ਉਹ ਕੀ ਕਹਿਣਾ ਚਾਹੁੰਦੀ ਸੀ। ਉਹਨੂੰ ਗੁੱਸਾ ਕਿਸ ਉੱਤੇ ਸੀ, ਕਿਸ ਗੱਲ ਦਾ ਰੋਸ ਸੀ। ਕੇਸਰੀ ਉਹਨਾਂ ਨੂੰ ਚਾਹ ਪਿਆ ਕੇ ਗੁਸਲਖਾਨੇ ਵਿੱਚ ਨਹਾਉਣ ਲਈ ਪਾਣੀ ਧਰ ਕੇ ਹੇਠੋਂ ਦਫ਼ਤਰ ਸੰਭਰਨ ਦੇ ਵਿਹੜੇ 'ਚ ਬੱਚਿਆਂ ਲਈ ਤੱਪੜ ਆਦਿ ਵਿਛਾਉਣ ਲਈ ਚਲੀ ਗਈ। ਉਹ ਦੋਏ ਆਮ ਦਿਨਾਂ ਵਾਂਗ ਸਕੂਲ ਜਾਣ ਲਈ ਤਿਆਰ ਹੋਣ ਲੱਗ ਪਏ। ਬਸ ਇੱਕ ਸੁਰਿੰਦਰ ਨੂੰ ਪਹਿਲੀ ਵਾਰ ਇੱਥੇ ਆ ਕੇ ਥਾਂ ਓਪਰਾ ਲੱਗਦਾ ਸੀ, ਤੇ ਜਦੋਂ ਦੋਏ ਇਕੱਠੇ ਪੌੜੀਆਂ ਉਤਰ ਕੇ ਵਿਹੜੇ 'ਚ ਆਏ ਤਾਂ ਸਮੇਂ ਤੋਂ ਪਹਿਲਾਂ ਆਉਣ ਵਾਲੇ 5-7 ਨਿਆਣੇ ਉਹਨਾਂ ਨੂੰ ਵੇਖ ਕੇ ਜਿਵੇਂ ਭਵੱਤਰ ਗਏ। ਉਹਨਾਂ ਵੱਡੇ ਭੈਣ ਜੀ ਦੇ ਪਹਿਲੀ ਵਾਰੀ ਨਵੀਂ ਨਕੋਰ ਕੁੜਤੀ ਸਲਵਾਰ ਪਾਈ ਵੇਖੀ ਸੀ। ਕੁੜਤੀ ਬੜੀ ਭੀੜੀ ਜਿਹੀ ਸੀ ਤੇ ਉਹ ਹੋਰੋਂ ਲੱਗਦੀ ਸੀ। ਉਹ ਦੇਖੀ ਭੈਣ ਜੀ ਕਿਵੇਂ ਲੱਗਦੇ ਆ, ਰੱਤੂ ਨੇ ਸ਼ਾਮ ਦੇ ਕੰਨ 'ਚ ਕਿਹਾ, ਪਰ ਹੀਰਾ ਦੇਵੀ ਨੇ ਸੁਣ ਲਿਆ। ਕਿਉਂ, ਮੇਰੀ ਪਛਾਣ ਨਹੀਂ ਆਉਂਦੀ? ਮੁਸਕਰਾਉਂਦਿਆਂ ਉਹਨਾਂ ਦੇ ਨੇੜੇ ਆ ਕੇ ਹੀਰਾ ਦੇਵੀ ਨੇ ਪੁੱਛਿਆ। ਸੁਰਿੰਦਰ ਨੇ ਉਹ ਤੋਂ ਪੁੱਛਿਆ, ਮੈਂ ਇੱਕ ਕੰਮ ਜਾਵਾਂ। ਕਿੱਥੇ? ਹੁਣ ਕੀ ਦੱਸਾਂ? ਕਿੱਥੇ ਕਹਿ ਕੇ ਤਾਂ ਪਹਿਲਾਂ ਹੀ ਬੇਸ਼ਗਨੀ ਕਰਤੀ। ਤੇ ਉਹ ਹੱਸ ਪਿਆ। ਤੁਸੀਂ ਵੀ ਸ਼ਗਨ ਵਿਚਾਰਦੇ ਹੁੰਨੇ ਹੋ। ਸ਼ਗਨ ਵਿਚਾਰਨ ਵਾਲਿਆਂ ਨਾਲ ਹੁਣ ਵਾਹ ਜੋ ਪੈ ਗਿਆ। ਉਹ ਆਪਣੀ ਕੁਰਸੀ ਤੇ ਬੈਠਣ ਲੱਗੀ ਤਾਂ ਸੁਰਿੰਦਰ ਨੇ ਰੋਕ ਦਿੱਤਾ। ਹੁਣ ਹਿੰਦੂ ਧਰਮ ਦੇ ਨਿਯਮਾਂ ਅਨੁਸਾਰ ਇਸ ਕੁਰਸੀ ਦਾ ਵਾਰਸ ਮੈਂ ਨਹੀਂ ਬਣ ਗਿਆ। ਹੀਰਾ ਦੇਵੀ ਖਿੜਖੜਾ ਕੇ ਹੱਸ ਪਈ। ਉਹਦੀ ਹਾਸੀ ਸੁਰਿੰਦਰ ਨੂੰ ਐਡੀ ਚੰਗੀ ਲੱਗੀ। ਕਿੰਨਾ ਚਿਰ ਉਹਦੇ ਜਵਾਨੀਓਂ ਢਲਦੇ ਪਰ ਨਿਖਰੇ ਤਿੱਖੇ ਨੈਣ ਨਕਸ਼ਾਂ ਵਾਲੇ ਮਨਮੋਹਣੇ ਚਿਹਰੇ ਵੱਲ ਗੌਰ ਨਾਲ ਝਾਕਦਾ ਰਿਹਾ। ਉਹਦਾ ਸਪਾਟ ਮੱਥਾ, ਸਿੱਧੇ ਵਾਏ ਵਾਲ ਹੱਥ ਸੋਹਣੇ ਲੱਗੇ। ਸ਼ਾਇਦ ਐਡੇ ਲੰਮੇ ਸੰਘਣੇ ਸ਼ਾਹ ਕਾਲੇ ਵਾਲਾਂ ਦਾ ਐਡਾ ਸੋਹਣਾ ਜੂੜਾ ਵੀ ਉਸ ਪਹਿਲੀ ਵਾਰੀ ਕੀਤਾ ਸੀ, ਤੇ ਚਿੱਟੇ ਗੋਟੇ ਦੀ ਕਿਨਾਰੀ ਵਾਲੀ ਘਿਓ ਕਪੂਰੀ ਚੁੰਨੀ ਵੀ ਪਹਿਲੀ ਵਾਰੀ ਲਈ ਸੀ। ਇਹਦਾ ਰੰਗ, ਉਹਦੇ ਚਿਹਰੇ ਦਾ ਰੰਗ ਇੱਕ ਮਿੱਕ ਹੋ ਗਿਆ ਲੱਗਦਾ ਸੀ। ਉਹਦਾ ਐਡਾ ਲੋਹੜੇ ਦਾ ਰੂਪ ਉਹਨੇ ਕਦੇ ਕਿਆਸਿਆ ਵੀ ਨਹੀਂ ਸੀ। ਘਿਓ ਕਪੂਰੀ ਕੁੜਤੀ ਵਿੱਚੋਂ ਉਹਦੇ ਰੱਤਾ ਭਰਵੇਂ ਸਡੌਲ ਅੰਗ ਫੁੱਟ ਪੈ ਰਹੇ ਸੀ। ਤੇ ਜਦੋਂ ਸੁਰਿੰਦਰ ਆਪਣੇ ਤੇ ਕਾਬੂ ਨਹੀਂ ਰੱਖ ਸਕਿਆ ਤੇ ਕੁਰਸੀ ਤੇ ਬਹਿੰਦਿਆਂ ਡੂੰਘਾ ਸਾਹ ਲੈ ਕੇ ਬੋਲਿਆ, ਅੱਜ ਤੁਸੀਂ ਬੜੇ ਸੋਹਣੇ ਲੱਗਦੇ ਹੋ। ਅੱਛਾ ਜੀ। ਹੀਰਾ ਦੇਵੀ ਮੁਸਕਰਾਈ ਤੇ ਸਿਰੋਂ ਖਿਸਕੀ ਚੁੰਨੀ ਸੂਤ ਕਰਦਿਆਂ ਬੋਲੀ, ਅੱਗੇ ਕਦੀ ਐਡੀ ਨਹੀਂ ਸੋਹਣੀ ਲੱਗੀ। ਨਹੀਂ, ਕਦੇ ਨਹੀਂ। ਅੱਗੇ ਜਨਾਬ ਦਾ ਕਬਜ਼ਾ ਜੋ ਨਹੀਂ ਸੀ। ਸੁਰਿੰਦਰ ਦਾ ਸਿਰ ਚਕਰਾ ਗਿਆ। ਉਹਨੂੰ ਜਾਪਿਆ ਉਹ ਸੱਚ ਕਹਿ ਰਹੀ ਸੀ। ਇਸ ਗੱਲ ਤੇ ਸ਼ਰਮ ਜੀ ਆਈ ਤੇ ਉਹਨੇ ਅੱਖਾਂ ਨੀਵੀਆਂ ਪਾਉਂਦਿਆਂ ਕਿਹਾ, ਇਹ ਵੀ ਸੱਚ ਹੋ ਸਕਦਾ ਹੈ। ਉਹ ਕਹਿ ਕਹਾ ਮਾਰ ਕੇ ਹੱਸੀ। ਸੁਰਿੰਦਰ ਅਚਵੀ ਮਹਿਸੂਸ ਕਰਦਿਆਂ ਕਾਹਲ ਨਾਲ ਕੁਰਸੀ ਤੋਂ ਉੱਠਿਆ ਤੇ ਚਿੱਕ ਤੋਂ ਬਾਹਰ ਝਾਕਦਿਆਂ ਬੋਲਿਆ, ਕੀ ਗੱਲ, ਅੱਜ ਬੱਚੇ ਬੜੇ ਥੋੜੇ ਆ ਰਹੇ ਆ। ਸਕੂਲ ਲੱਗਣ 'ਚ ਤਾਂ 15 ਮਿੰਟ ਹੀ ਰਹਿ ਗਏ। ਬਾਹਰ ਆਇਆ ਤਾਂ ਸੱਚੀ 15-20 ਕੇ ਨਿਆਣੇ ਆਏ ਸੀ। ਕੇਸਰੀ ਸ਼ਾਇਦ ਚਲੀ ਗਈ ਸੀ। ਉਹਨੇ ਇੱਕ ਮੁੰਡੇ ਨੂੰ ਘੰਟੀ ਖੜਕਾਉਣ ਲਈ ਕਿਹਾ, ਆਪ ਫਿਰ ਦਫ਼ਤਰ ਵੱਲ ਮੁੜ ਆਇਆ, ਪਰ ਅੰਦਰ ਜਾਣ ਦੀ ਥਾਂ ਗਲੀ 'ਚ ਚਲਾ ਗਿਆ। ਬਾਹਰ ਨਿਕਲਣ ਸਾਰ ਰੰਗੂ ਮੱਥੇ ਲੱਗਿਆ। ਉਹ ਘੂਰ ਇੱਧਰ ਵੇਖ ਰਿਹਾ ਸੀ। ਬੜਾ ਉਪਰਾ ਲੱਗਿਆ, ਪਰ ਉਸ ਵੱਲੋਂ ਧਿਆਨ ਹਟਾ ਕੇ ਉਹ ਗਲੀ 'ਚ ਆਉਂਦੇ ਬੱਚਿਆਂ ਵੱਲ ਝਾਕਣ ਲੱਗ ਪਿਆ। ਕਈ ਬੱਚੇ ਘੰਟੀ ਦੀ ਆਵਾਜ਼ ਸੁਣ ਕੇ ਨੱਸ ਪਏ ਸਨ। ਭਾਵੁਕ ਹੋ ਕੇ ਸੁਰਿੰਦਰ ਚੁਟਕੀਆਂ ਮਾਰਦਿਆਂ ਭੱਜੋ ਬਈ ਭੱਜੋ ਕਹਿੰਦਿਆਂ ਉਹਨਾਂ ਨੂੰ ਇਸ਼ਾਰੇ ਕਰਕੇ ਸੱਦਣ ਲੱਗ ਪਿਆ। ਬੱਚੇ ਭੱਜ ਉਹਨੂੰ ਨਮਸਤੇ ਜੈ ਹਿੰਦ ਬੁਲਾਉਂਦਿਆਂ ਅੰਦਰ ਲੰਘਦੇ ਗਏ, ਪਰ ਉਹ ਬਹੁਤਾ ਹੈਰਾਨ ਇਸ ਗੱਲ ਤੇ ਸੀ ਕਿ ਦੋਵੇਂ ਅਧਿਆਪਕਾਵਾਂ ਅਜੇ ਵੀ ਨਹੀਂ ਸੀ ਆਈਆਂ। ਅੰਦਰ ਮੁੰਡੇ ਨੇ ਘੰਟੀ ਖੜਕਾ ਜਿਵੇਂ ਭੰਨ ਛੱਡੀ ਸੀ। ਜਦ ਪੂਰੇ 7:30 ਵੱਜ ਗਏ ਤਾਂ ਉਹ ਕਾਲਾ ਅੰਦਰ ਆਇਆ ਤੇ ਤੱਪੜ ਵਿਛਵਾ ਕੇ ਕੁਰਸੀਆਂ ਮੇਜ਼ ਠੀਕ ਕਰਵਾ ਰਹੀ ਹੀਰਾ ਦੇਵੀ ਕੋਲ ਆ ਕੇ ਰੋਸ ਨਾਲ ਬੋਲਿਆ, ਇੱਕੋ ਹਫ਼ਤੇ 'ਚ ਮਾਸਟਰਨੀਆਂ ਨੇ ਇਹ ਹਾਲ ਕਰ ਦਿੱਤਾ ਹੈ। ਜੇ ਹੋਰ ਕੁਛ ਚਿਰ ਨਾ ਆਉਂਦੇ ਤਾਂ ਸਰ ਗਿਆ ਸੀ ਕੰਮ। ਬਗਾਨੇ ਨੂੰ ਕੀ ਲੋੜ ਹੁੰਦੀ ਹੈ? ਹੀਰਾ ਦੇਵੀ ਨੇ ਸਧਾਰਨ ਉੱਤਰ ਦਿੱਤਾ। 7:40 ਤੇ ਜਦੋਂ ਪ੍ਰਾਰਥਨਾ ਕਰਵਾ ਰਹੇ ਸਨ, ਦੋਵੇਂ ਅਧਿਆਪਕਾਵਾਂ ਡਿਊਟੀ 'ਚ ਆ ਖੜੋਤੀਆਂ ਤੇ ਪ੍ਰਾਰਥਨਾ ਮੁੱਕਣ ਤੱਕ ਉੱਥੇ ਹੀ ਸਾਵਧਾਨ ਖੜੋਤੀਆਂ ਰਹੀਆਂ। ਭੈਣ ਜੀ ਵਧਾਈਆਂ। ਵੀਰ ਜੀ ਤੁਹਾਨੂੰ ਵੀ। ਪ੍ਰਾਰਥਨਾ ਮੁੱਕਣ ਸਾਰ ਛੋਟੀ ਨੇ ਅਗਾਂਹ ਵੱਧ ਕੇ ਮੁਸਕਰਾਉਂਦਿਆਂ ਉਹਨੂੰ ਕਿਹਾ, ਪਰ ਵੱਡੀ ਕੁੱਡਾ ਬਾਜਿਆ ਸਿਰ ਝੁਕਾ ਕੇ ਸਹਿਮੀ ਆਪਣੀ ਜਮਾਤ ਵੱਲ ਚਲੀ ਗਈ। ਤੁਸੀਂ ਤਾਂ ਭੈਣ ਜੀ ਅੱਜ ਬੜੇ ਸੋਹਣੇ ਲੱਗਦੇ ਹੋ। ਛੋਟੀ ਨੇ ਇਹ ਗੱਲ ਜਿਵੇਂ ਖੁਸ਼ਾਮਦ ਵਜੋਂ ਆਖੀ। ਹੀਰਾ ਦੇਵੀ ਨੂੰ ਗੁੱਸਾ ਆ ਗਿਆ, ਪਰ ਉਹਦਾ ਅੱਲੜਪੁਣਾ ਵੇਖ ਕੇ ਉਸ ਉੱਤੋਂ ਮੁਸਕਰਾ ਕੇ ਕਿਹਾ, ਤੇਰੇ ਨਾਲੋਂ ਵੀ? ਕੁੜੀ ਸੰਗ ਗਈ। ਟੇਢੀ ਅੱਖ ਸੁਰਿੰਦਰ ਵੱਲ ਝਾਕਦਿਆਂ ਹੌਲੀ ਜੀ ਬੋਲੀ, ਮੇਰਾ ਤਾਂ ਜੀ ਪੁੱਠੇ ਤਵੇ ਵਰਗਾ ਰੰਗ ਹੈ, ਕਿਧਰੋਂ ਸੋਹਣੀ ਆ। ਹੀਰਾ ਦੇਵੀ ਨੂੰ ਅਹਿਸਾਸ ਹੋਇਆ ਕਿ ਉਹਨੇ ਉਹਦੀ ਜਿਵੇਂ ਕੋਈ ਦੁੱਖ ਦੀ ਰਗ ਛੇੜਤੀ ਸੀ। ਉਹਨੇ ਸੱਚੀ ਮੂੰਹ ਬੁੱਸਿਆ ਜਿਹਾ ਕਰ ਲਿਆ ਸੀ। ਪਹਿਲਾਂ ਮਾਫੀ ਮੰਗਣ ਨੂੰ ਜੀ ਕੀਤਾ, ਪਰ ਫਿਰ ਹੱਸ ਕੇ ਗੱਲ ਟਾਲਦਿਆਂ ਬੋਲੀ, ਤੁਸੀਂ ਸੱਚ ਇੰਨੀਆਂ ਲੇਟ ਕਿਉਂ ਹੋ ਗਈਆਂ ਅੱਜ? ਕੱਲ ਜੀ ਮੇਰੇ ਭਰਾ ਦੀ ਰੋਪਨਾ ਪਈ ਸੀ। ਪ੍ਰਾਹੁਣੇ ਸਰਾਉਣੇ ਤੋਰਨੇ ਚਿਰ ਲੱਗ ਗਿਆ। ਪਰ ਉਹ ਲੰਮੋ ਨੂੰ ਕੀ ਹੋਇਆ ਸੀ? ਉਹ ਤਾਂ ਜੀ ਤੁਹਾਨੂੰ ਪਤਾ ਇਕੱਲੀ ਕਦੀ ਆਉਂਦੀ ਨਹੀਂ। ਕਿਉਂ? ਐਵੇਂ ਕਹਿੰਦੀ ਹੈ ਮੈਨੂੰ ਸੰਗ ਲੱਗਦੀ ਹੈ। ਹੀਰਾ ਦੇਵੀ ਕਹਿਕਾ ਮਾਰ ਕੇ ਹੱਸੀ ਤੇ ਹੱਸਦਿਆਂ ਉਹਨੂੰ ਹੱਥੋਂ ਆ ਗਿਆ। ਫਿਰ ਸੰਭਲ ਕੇ ਪੁੱਛਿਆ, ਕੀ ਤੂੰ? ਥੋਥੋਂ? ਮੈਥੋਂ ਨਹੀਂ ਜੀ, ਥੋਥੋਂ। ਹੀਰਾ ਦੇਵੀ ਮੁਸਕਰਾਈ। ਉਹਨੇ ਕੁੜੀ ਦੇ ਮੁਸ਼ਕੀ ਚਿਹਰੇ ਉੱਤੇ ਆਈ ਸੰਗ ਦੀ ਭਾਅ ਤੱਕੀ ਤੇ ਹੌਕਾ ਭਰਦਿਆਂ ਉਹਨੂੰ ਕਿਹਾ, ਚੰਗਾ ਹੁਣ ਜਮਾਤ 'ਚ ਜਾ, ਬੱਚੇ ਉਡੀਕਦੇ ਆ।
ਉਹ ਜਿਵੇਂ ਚਾਈ ਚਾਈ ਖੱਬੇ ਪਾਸੇ ਵਾਲੇ ਵਰਾਂਡੇ ਵੱਲ ਚਲੀ ਗਈ। ਹੀਰਾ ਦੇਵੀ ਤੇ ਸੁਰਿੰਦਰ ਦੋਵੇਂ ਹੈਰਾਨ ਇਸ ਗੱਲ ਤੇ ਚਿੰਤਾ ਕਰਦੇ ਰਹੇ ਕਿ ਅੱਜ ਬੱਚਿਆਂ ਦੀ ਗਿਣਤੀ ਇੰਨੀ ਥੋੜੀ ਕਿਉਂ ਸੀ। ਕੀ ਗੱਲ ਅੱਜ ਕੋਈ ਦਿਨ ਤਿਉਹਾਰ ਹੈ? ਸੁਰਿੰਦਰ ਨੇ ਦਫ਼ਤਰ ਵੱਲ ਆਉਂਦਿਆਂ ਉਹ ਤੋਂ ਪੁੱਛਿਆ। ਨਹੀਂ, ਕਿਉਂ? ਫਿਰ ਇਹਦਾ ਮਤਲਬ ਹੈ ਇਹਨਾਂ ਦੋਹਾਂ ਜਣੀਆਂ ਨੇ ਸਾਰਾ ਕੰਮ ਚੌੜ ਚਪੱਟ ਕਰ ਦਿੱਤਾ। ਮੈਨੂੰ ਵੀ ਇਉਂ ਲੱਗਦਾ ਹੈ। ਕੋਈ ਨਹੀਂ, 2-4 ਦਿਨਾਂ 'ਚ ਠੀਕ ਕਰ ਲਾਂਗੇ। ਪਰ 2-4 ਦਿਨਾਂ ਦੀ ਥਾਂ 8-10 ਦਿਨ ਤੇ ਫਿਰ 15-20 ਦਿਨ ਵੀ ਲੰਘ ਗਏ। ਕੰਮ ਠੀਕ ਹੋਣ ਦੀ ਥਾਂ ਸਗੋਂ ਵਧੇਰੇ ਵਿਗੜਨ ਲੱਗ ਪਿਆ। ਬੱਚੇ ਰੋਜ਼ ਘਟਦੇ ਗਏ। ਕਈ ਲੋਕ ਸਰਟੀਫਿਕੇਟ ਕਟਾ ਕੇ ਲੈ ਗਏ। ਕਿੰਨੇ ਵਾਰੀ ਸੱਦਣ ਤੇ ਬੱਚੇ ਨਹੀਂ ਭੇਜੇ। ਕੁੱਲ ਬੱਚਿਆਂ ਦੀ ਫੀਸ ਤੇ ਪੁਰਾਣੇ ਉਗਰਾਉਣ ਵਾਲੇ ਚੰਦੇ ਗਿਣ ਗਿਣਾ ਕੇ ਦੋਹਾਂ ਮਾਸਟਰਨੀਆਂ ਦੀ ਤਨਖਾਹ ਵੀ ਪੂਰੀ ਨਹੀਂ ਸੀ ਬਣਦੀ। ਬਾਕੀ ਸਕੂਲਾਂ 'ਚ ਵੀ ਗਰਮੀ ਦੀਆਂ ਛੁੱਟੀਆਂ ਹੋਣ ਵਾਲੀਆਂ ਸੀ ਤੇ ਉਹਨਾਂ ਨੇ ਛੁੱਟੀਆਂ ਵੀ ਨਾ ਕਰਨ ਦਾ ਫੈਸਲਾ ਕਰ ਲਿਆ ਸੀ, ਪਰ ਬੱਚੇ ਫਿਰ ਵੀ ਘਟਦੇ ਜਾ ਰਹੇ ਸੀ। 3 ਹਫ਼ਤਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਆਪਣੇ ਆਲੇ ਦੁਆਲੇ ਇੱਕ ਸੰਘਣਾ ਗਲ ਘੋਟੂ ਵਾਤਾਵਰਨ ਪਸਰਿਆ ਜਾਪਣ ਲੱਗ ਪਿਆ। ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਘਰ ਘਰ ਉਹਨਾਂ ਦੀ ਚਰਚਾ ਹੋਣ ਲੱਗ ਪਈ ਹੈ। ਹੀਰਾ ਦੇਵੀ ਦੇ ਭਰਾ ਜੀ ਹਫ਼ਤਾ ਭਰ ਤਾਂ ਨਮੋਸ਼ੀ ਦੇ ਮਾਰੇ ਅੰਦਰੋਂ ਨਹੀਂ ਨਿਕਲੇ। ਫਿਰ ਉਹਨਾਂ ਆਪਣਾ ਕ੍ਰੋਧ ਦੱਸਣ ਲਈ ਸ਼ਹਿਰ ਦੇ 2-3 ਪਤਵੰਤੇ ਬੰਦਿਆਂ ਨੂੰ ਉਹਨਾਂ ਕੋਲ ਘੱਲਿਆ। ਪਤਵੰਤਿਆਂ ਨੇ ਮਰਿਆਦਾ ਦੀਆਂ ਸਾਰੀਆਂ ਗੱਲਾਂ ਦੱਸ ਕੇ ਕਿਹਾ ਉਹ ਇੱਥੋਂ ਚਲੇ ਜਾਣ, ਲੋਕਾਂ ਦੀ ਦੰਦ ਕਥਾ ਚੰਗੀ ਨਹੀਂ ਹੁੰਦੀ। ਪਰ ਹੀਰਾ ਦੇਵੀ ਬਘਿਆੜੀ ਵਾਂਗ ਉਹਨਾਂ ਦੀ ਗਲ ਪੈ ਗਈ। ਜਦੋਂ ਕਿਸੇ ਭੜੂਏ ਨੇ ਹੁਣ ਤੱਕ ਮੇਰੀ ਪਰਵਾਹ ਨਹੀਂ ਕੀਤੀ ਤਾਂ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਇਹ ਘਰ ਮੇਰਾ, ਮੈਂ ਵੇਖੂ ਇੱਥੋਂ ਮੈਨੂੰ ਕੌਣ ਕੱਢਦਾ। ਪਤਵੰਤੇ ਤਾਂ ਚਲੇ ਗਏ, ਪਰ ਗੱਲ ਦੱਬਣ ਦੀ ਥਾਂ ਗੋਹਿਆਂ ਦੀ ਧੂਣੀ ਵਾਂਗ ਅੰਦਰੇ ਅੰਦਰ ਹੋਰ ਭਖਣ ਲੱਗ ਪਈ। ਮੰਡੀ ਦੀਆਂ 3 ਮੁਖੀ ਕੀਰਤਨ ਮੰਡਲੀਆਂ ਦੇ ਤੇ ਧਾਰਮਿਕ ਸੰਸਥਾਵਾਂ ਨੇ ਇਹਨੂੰ ਧਰਮ ਕਰਮ ਦੀ ਸਮੱਸਿਆ ਬਣਾ ਕੇ ਇੱਕ ਗੰਭੀਰ ਮਾਮਲੇ 'ਚ ਪੇਸ਼ ਕੀਤਾ। 2 ਵਾਰ ਇਹਨਾਂ ਸੰਸਥਾਵਾਂ ਦਾ ਇਕੱਠ ਵੀ ਹੋਇਆ। ਉਹਨਾਂ ਵੀ ਪੰਡਿਤ ਕ੍ਰਿਸ਼ਨ ਕੁਮਾਰ ਨੂੰ ਉਹ ਗੱਲ ਕਹਿਣ ਲਈ ਭੇਜਿਆ ਜਿਹੜੀ ਉਹ ਪਤਵੰਤੇ ਕਹਿਣ ਆਏ ਸੀ। ਪਰ ਅੱਗੋਂ ਹੀਰਾ ਦੇਵੀ ਨੇ ਪੰਡਿਤ ਜੀ ਦੀਆਂ ਕਰਤੂਤਾਂ ਦੱਸ ਉਹਨਾਂ ਨੂੰ ਸਿਰਫ ਚੁੱਪ ਹੀ ਨਹੀਂ ਕਰਾਇਆ, ਸਗੋਂ ਕੇਸਰੀ ਨੂੰ ਸੱਦ ਕੇ ਆਪਣੇ ਸਾਹਮਣੇ ਉਹਨਾਂ ਦੀ ਬੇਇੱਜ਼ਤੀ ਵੀ ਕਰਾਈ। ਇਹਨਾਂ ਗੱਲਾਂ ਨੇ ਲੋਕਾਂ ਦਾ ਕਹਿਰੀ ਕ੍ਰੋਧ ਹੋਰ ਵਧਾ ਦਿੱਤਾ। ਘੋਰ ਕਲਯੁਗ ਦੇ ਪਹਿਰੇ ਬਾਰੇ ਘਰ ਘਰ ਵਾਰਾਂ ਤੁਰ ਪਈਆਂ। ਜਿਸ ਸਾਰੀ ਉਮਰ ਕਦੇ ਮੰਦਿਰ ਗੁਰਦੁਆਰੇ ਦਾ ਮੂੰਹ ਨਹੀਂ ਸੀ ਵੇਖਿਆ, ਉਹ ਵੀ ਇਹਨੂੰ ਧਰਮ ਕਰਮ ਦਾ ਮਸਲਾ ਬਣਾ ਕੇ ਬਹਿ ਗਿਆ। ਹਰ ਗਲੀ 'ਚ ਕਿਸੇ ਪ੍ਰਧਾਨੋਂ ਦੇ ਬੂਹੇ ਅੱਗੇ ਮੂੜੇ ਪੀੜੇ ਡਾਹ ਕੇ ਬੈਠੀਆਂ ਤੀਵੀਆਂ ਨੂੰ ਇਹ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਸੀ ਸੁੱਝਦੀ। ਖੰਭਾਂ ਦੀਆਂ ਡਾਰਾਂ ਬਣਾ ਤੀਵੀਆਂ ਨੇ 7ਵੇਂ ਅੰਬਰੀ ਚੜਾਤੀਆਂ ਤੇ ਉੜਦੀਆਂ ਵੀ ਵਿਖਾਤੀਆਂ। ਪਰ ਇਸ ਸਭ ਕਾਸੇ ਦੇ ਬਾਵਜੂਦ ਹੀਰਾ ਦੇਵੀ ਦਾ ਮਨ ਨਹੀਂ ਡੋਲਿਆ। ਉਹਨੂੰ ਜਿਵੇਂ ਪਹਿਲੇ ਹੀ ਇਸ ਗੱਲ ਦਾ ਪਤਾ ਸੀ ਕਿ ਕੀ ਵਾਪਰਨਾ ਹੈ। ਇਸੇ ਲਈ ਉਹ ਆਪਣੇ ਕਿਲੇ ਵਰਗੇ ਘਰ ਅੰਦਰ ਪੂਰੀ ਤਰ੍ਹਾਂ ਸੁਰੱਖਿਅਤਾ ਨਾਲ ਅਡੋਲ ਬੈਠੀ ਰਹੀ। ਪਰ ਬਾਹਰ ਨਿਕਲ ਕੇ ਅੱਗੇ ਵਾਂਗ ਲੋਕਾਂ ਦੇ ਘਰੀਂ ਜਾ ਕੇ ਬੱਚਿਆਂ ਨੂੰ ਲਿਆਉਣ, ਚੰਦਾ ਇਕੱਠਾ ਕਰਨ ਤੇ ਸਮੇਲਨਾਂ 'ਚ ਜਾਣ ਦਾ ਹੀਆ ਉਹਦਾ ਨਹੀਂ ਸੀ ਪੈਂਦਾ। ਜੇ ਹਾਸੇ 'ਚ ਕਦੇ ਸੁਰਿੰਦਰ ਉਹਦੇ ਇਸ ਅਗਿਆਤਵਾਸ ਦੀ ਗੱਲ ਛੇੜ ਲੈਂਦਾ ਤਾਂ ਉਹ ਘਿਰਨਾ ਨਾਲ ਆਖਦੀ, ਮੈਂ ਹੁਣ ਕਿਸੇ ਚੰਦਰੇ ਬੰਦੇ ਦੇ ਮੱਥੇ ਨਹੀਂ ਲੱਗਣਾ ਚਾਹੁੰਦੀ। ਉਹ ਹੱਸ ਪੈਂਦਾ। ਪਤਾ ਦੋਹਾਂ ਨੂੰ ਸੀ ਕਿ ਉਹਦਾ ਇੰਜ ਲੁਕਣ ਦਾ ਕੀ ਕਾਰਨ ਸੀ, ਪਰ ਇਹ ਭੁੱਬਲ ਨੂੰ ਫਰੋਲਣ ਨਾਲ ਨਿਕਲਣਾ ਕੁਝ ਵੀ ਨਹੀਂ ਸੀ। ਸਕੂਲ ਬੰਦ ਹੋਣ ਦੀ ਹਾਲਤ 'ਚ ਆ ਗਿਆ। ਕੁੱਲ 40 ਕੁ ਬੱਚੇ ਰਹਿ ਗਏ, ਉਹ ਵੀ ਉਹਨਾਂ ਲੋਕਾਂ ਦੇ ਜੋ ਫੀਸਾਂ ਆਦਿ ਨਹੀਂ ਸੀ ਦੇ ਸਕਦੇ। ਲੰਮੋ ਮਾਸਟਰੀ ਨੇ ਉਹਨੂੰ ਹਟਾ ਦਿੱਤਾ ਗਿਆ। ਨਿੱਕੀ ਆਪੇ ਹਟ ਗਈ। ਹੀਰਾ ਦੇਵੀ ਨੇ ਕਾਰਨ ਪੁੱਛਿਆ। ਉਸ ਬੜੀ ਉਦਾਸ ਆਵਾਜ਼ 'ਚ ਕਿਹਾ, ਭੈਣ ਜੀ ਮੇਰੇ ਬਾਈ ਜੀ ਕਹਿੰਦੇ ਆ ਮੈਂ ਨਹੀਂ ਇਹੋ ਜਿਹੇ ਸਕੂਲ 'ਚ ਤੈਨੂੰ ਨੌਕਰੀ ਕਰਨ ਦਿੰਦਾ, ਉੱਥੇ ਤਾਂ ਮਾੜੇ ਬੰਦੇ ਆਉਂਦੇ ਆ। ਤੇ ਹੀਰਾ ਦੇਵੀ ਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ। ਨਾਲ ਹੀ ਨਾਲ ਅੱਖਾਂ 'ਚ ਸ਼ਿਵਾਂ ਜਏ ਕ੍ਰੋਧ ਡੋਰੇ ਲਿਸ਼ਕ ਪਏ ਤੇ ਉਹਨੇ ਕੁੜੀ ਦੇ ਮੂੰਹ ਤੇ ਕਹਿਤਾ, ਆਪਣੇ ਬਾਈ ਜੀ ਨੂੰ ਆਖੀ ਜੇ ਮਾੜੇ ਬੰਦਿਆਂ ਤੇ ਬਹੁਤਾ ਗੁੱਸਾ ਆਉਂਦਾ ਤੇ ਕਦੇ ਉਹਨਾਂ ਦੇ ਹੱਥ ਵੇਖ ਜਾਣ ਆ ਕੇ। ਕੁੜੀ ਨੂੰ ਇਹ ਗੱਲ ਬਹੁਤ ਬੁਰੀ ਲੱਗੀ। ਉਹਨੇ ਘਰ ਜਾ ਕੇ ਕਰ ਵੀ ਦਿੱਤੀ ਤੇ ਇੱਕ ਲਾਟ ਇਹ ਵੀ ਪਹਿਲੇ ਲਾਂਬੂਆਂ ਨਾਲ ਰਲ ਗਈ। ਹੱਥ ਬੜਾ ਤੰਗ ਹੋ ਗਿਆ ਸੀ। ਅਖੀਰ ਸੁਰਿੰਦਰ ਨੇ ਉਹਦੀ ਆਗਿਆ ਲੈ ਕੇ ਜ਼ਿਲ੍ਹੇ ਦੇ ਵੱਡੇ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ 'ਚ ਨੌਕਰੀ ਲੱਭ ਲਈ। ਸ਼ਹਿਰ ਕੁੱਲ 16 ਮੀਲ ਸੀ। ਇੱਕ ਗੱਡੀ ਤੜਕਸਾਰ ਜਾਂਦੀ ਸੀ, ਦੁਪਹਿਰ ਵੇਲੇ ਸਿਰ ਆ ਜਾਂਦੀ ਸੀ। ਗੱਡੀ ਦਾ ਪਾਸ ਬਣਵਾ ਕੇ ਉੱਥੇ ਆਉਣ ਜਾਣ ਲੱਗ ਪਿਆ। ਪਰ ਇਸ ਨਾਲ ਜੰਗਲ ਨੂੰ ਲੱਗੀ ਅੱਗ ਮੱਠੀ ਪੈਣ ਦੀ ਥਾਂ ਹੋਰ ਭੜਕੀ। ਉਹ ਨਿੱਤ ਜਦੋਂ ਗੱਡੀ ਚੜ੍ਹਨ ਲਈ ਭਰਾ ਜੀ ਦੀ ਗਲੀ 'ਚੋਂ ਲੰਘਦਾ, ਕਾਹਲ ਕਰਕੇ ਨੇੜੇ ਦੀ ਗਲੀ 'ਚੋਂ ਚਲਿਆ ਜਾਂਦਾ, ਪਰ ਆਉਂਦੀ ਵਾਰ ਬਾਜ਼ਾਰ 'ਚੋਂ ਦੀ ਆ ਜਾਂਦਾ ਤਾਂ ਇਸ ਅੱਗ ਦੇ ਸੇਕ ਨਾਲ ਉਹਦਾ ਪਿੰਡਾ ਲੋਹਿਆ ਜਾਂਦਾ। ਕੀ ਕਰਾਂ, ਕਾਹਲ ਕਰਕੇ ਚਲਿਆ ਜਾਣਾ, ਪਰ ਉਹ ਸਮਝਦੇ ਹੋਣਗੇ ਸ਼ਾਇਦ ਮੈਂ ਉਹਨਾਂ ਨੂੰ ਖਾਰ ਦੇਣ ਲਈ ਇੱਧਰੋਂ ਲੰਘਦਾ। ਉਸ ਇੱਕ ਦਿਨ ਹੀਰਾ ਦੇਵੀ ਕੋਲੋਂ ਜਿਵੇਂ ਮਾਫੀ ਮੰਗੀ, ਪਰ ਅੱਗੋਂ ਨੇ ਗੱਲ ਸੁਣ ਕੇ ਗੁੱਸੇ ਨਾਲ ਕੰਬਦੀ ਆਵਾਜ਼ 'ਚ ਕਿਹਾ, ਤੁਹਾਨੂੰ ਆਪਣੀ ਹੀਰਾ ਦੇਵੀ ਦੀ ਸਹੁੰ ਜੇ ਹੁਣ ਆਉਂਦੀ ਵਾਰੀ ਵੀ ਉੱਧਰੋਂ ਨਾ ਆਇਆ ਕਰੋ ਤਾਂ ਮੈਂ ਇਹਨਾਂ ਸੜਦੇ ਲੋਕਾਂ ਨੂੰ ਹੋਰ ਸਾੜਨਾ ਚਾਹੁੰਦੀ ਹਾਂ। ਇਹਨਾਂ ਨੇ ਮੇਰੀ ਆਤਮਾ ਨੂੰ ਪੱਚ ਕੇ ਲਹੂ ਲੁਹਾਨ ਕਰੀ ਰੱਖਿਆ। ਤੁਹਾਡਾ ਖਿਆਲ ਹੈ ਮੈਂ ਬਦਲਾ ਨਹੀਂ ਲਵਾਂਗੀ? ਕਰਮ ਹੀ ਰਹਿੰਦਾ। ਗੀਤਾ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਜਿਵੇਂ ਅਰਜਨ ਨੇ ਆਪਣੇ ਸਕਿਆਂ ਨੂੰ ਮਾਰਨ ਲਈ ਹਥਿਆਰ ਚੁੱਕੇ ਸੀ, ਉਵੇਂ ਮੈਂ ਵੀ ਹੁਣ ਸਕਾ ਸੰਬੰਧੀ ਕੋਈ ਨਹੀਂ ਵੇਖਣਾ।
ਸੁਰਿੰਦਰ ਨੂੰ ਉਹਦੀਆਂ ਇਹਨਾਂ ਅਸੰਗਤ ਜੀਆਂ ਗੱਲਾਂ ਤੇ ਉਹਦੇ ਕ੍ਰੋਧ ਦੀ ਕੋਈ ਸਮਝ ਨਹੀਂ ਸੀ ਆਉਂਦੀ, ਪਰ ਸੁਭਾਵਕ ਹੀ ਉਸ ਨਾਲ ਰਗ ਮਿਲਦੀ ਹੋਣ ਕਰਕੇ ਉਹਦੀਆਂ ਸਭ ਗੱਲਾਂ ਨਾਲ ਸਹਿਮਤ ਹੋ ਜਾਂਦਾ। ਹਾਲਾਤ ਹੋਰ ਵਿਗੜ ਗਏ। ਇੱਕ ਦਿਨ ਭਰਾ ਜੀ ਆਪ ਆਏ ਤੇ ਵਿਹੜੇ 'ਚ ਖੜੋ ਕੇ ਬੁੱਝੜ ਜੱਟਾਂ ਵਾਂਗ ਮੰਦਾ ਚੰਗਾ ਵੀ ਬੋਲ ਗਏ। ਉਹਨਾਂ ਇਹ ਵੀ ਕਿਹਾ ਕਿ ਜੇ ਉਹ ਇਸੇ ਮਹੀਨੇ ਬਾਹਰ ਦਫੇ ਨਾ ਹੋਏ ਤਾਂ ਉਹਨਾਂ ਨੂੰ ਜਹੰਨਮ ਪਹੁੰਚਾ ਦੇਣਗੇ। ਜਾਂਦੇ ਜਾਂਦੇ ਉਹ ਕੇਸਰੀ ਤੇ ਉਹਦੇ ਮਾਲਕ ਨੂੰ ਕਹਿ ਗਏ ਉਹ ਕੱਲ ਤੱਕ ਇੱਥੋਂ ਨਿਕਲ ਜਾਣ। ਕੇਸਰੀ ਇਸ ਨਾਲ ਡੋਲ ਗਈ। ਉਹਨੂੰ ਕੋਈ ਆਸ ਨਹੀਂ ਸੀ ਕਿ ਗੱਲ ਇੱਥੋਂ ਤੱਕ ਵੀ ਵੱਧ ਜਾਏਗੀ। ਹੀਰਾ ਦੇਵੀ ਨੇ ਉਸੇ ਦਿਨ ਮਦਨ ਮੋਹਨ ਭਰਾ ਜੀ ਨੂੰ ਤਾਰ ਪਾਈ। ਉਹ ਰਾਤ ਦੀ ਗੱਡੀ ਆ ਗਏ। ਸਾਰੀ ਰਾਤ ਉਹ ਸਲਾਹਾਂ ਕਰਦੇ ਰਹੇ। ਅੰਦਰ ਉਹਨਾਂ ਹੀਰਾ ਦੇਵੀ ਨੂੰ ਮਨਾ ਲਿਆ ਕਿ ਉਹ ਕੁਝ ਦਿਨਾਂ ਲਈ ਉਹਦੇ ਨਾਲ ਚਲੀ ਜਾਏਗੀ। ਉਹਨੇ ਦਿਨ ਸੁਰਿੰਦਰ ਵੀ ਇੱਥੇ ਨਹੀਂ ਆਏਗਾ। ਹੇਠਲਾ ਮਕਾਨ ਸਾਰਾ ਕਿਰਾਏ ਤੇ ਦਿੱਤਾ ਜਾਏਗਾ। ਪਰ ਹੀਰਾ ਦੇਵੀ ਸਕੂਲ ਬੰਦ ਕਰਨ ਵਾਲੀ ਗੱਲ ਤੇ ਸਹਿਮਤ ਨਹੀਂ ਹੋਈ। ਉਸ ਬੱਚਿਆਂ ਨੂੰ 15 ਦਿਨ ਦੀ ਛੁੱਟੀ ਕਰਨ ਦੀ ਗੱਲ ਮੰਨ ਲਈ। ਹੋਰ ਵੀ ਸਾਰੇ ਸਕੂਲਾਂ 'ਚ ਗਰਮੀ ਦੀ ਰੁੱਤ ਦੀਆਂ ਛੁੱਟੀਆਂ ਸਨ। ਅਗਲੇ ਦਿਨ ਉਹ ਚਲੇ ਗਏ। ਮਦਨ ਮੋਹਨ ਜਾਂਦੇ ਜਾਂਦੇ ਭਰਾ ਜੀ ਦੇ ਘਰ ਹੋ ਗਏ। ਉਹਨਾਂ ਨੂੰ ਕੁਝ ਸਮਝਾਉਣ ਦਾ ਯਤਨ ਕੀਤਾ ਕਿ ਘਰ ਦੀ ਇੱਜ਼ਤ ਆਪੂ ਹੀ ਨਾ ਰੋਲਣ, ਪਰ ਭਰਾ ਜੀ ਉਹਨੂੰ ਚਾਰੇ ਲੱਤਾਂ ਚੁੱਕ ਕੇ ਪਏ ਤੇ ਉਹਨਾਂ ਸਾਰੀ ਗੱਲ ਦੀ ਜ਼ਿੰਮੇਵਾਰੀ ਉਸ ਉੱਤੇ ਸੁੱਟਦਿਆਂ ਕਿਹਾ, ਜੇ ਬੰਦੇ ਦਾ ਪੁੱਤ ਹੈ ਤਾਂ ਹੁਣ ਮੇਰੇ ਮੱਥੇ ਨਾ ਲੱਗੀ। ਜਦ ਤੈਂ ਮੈਨੂੰ ਕਿਸੇ ਦੇ ਮੱਥੇ ਲੱਗਣ ਜੋਗਾ ਨਹੀਂ ਛੱਡਿਆ ਤਾਂ ਮੇਰਾ ਤੂੰ ਕੀ ਲੱਗਦਾ? ਤੇ ਅਖੀਰ 'ਚ ਤੰਮ ਕੇ ਬੋਲੇ, ਮੈਂ ਤੈਨੂੰ ਇਹਨਾਂ ਗੱਲਾਂ ਦੀ ਖਾਤਰ ਹੀ ਆਪਣਾ ਘਰ ਲਾ ਕੇ ਪੜ੍ਹਾਇਆ ਸੀ। ਉਹ ਕੋਈ ਉੱਤਰ ਨਾ ਦੇ ਸਕਿਆ, ਚੁੱਪ ਕਰਕੇ ਮੁੜ ਆਇਆ। ਪਿੱਛੋਂ ਕੇਸਰੀ ਦੇ ਮਾਲਕ ਨੂੰ ਵੀ ਭਰਾ ਜੀ ਨੇ ਡਰਾ ਕੇ ਉੱਥੋਂ ਕੱਢਤਾ। ਘਰ ਦੇ ਹੇਠਲੇ ਹਿੱਸੇ ਨੂੰ ਆਪਣਾ ਜੰਦਰਾ ਲਾ ਗਏ। ਕੇਸਰੀ ਤੇ ਉਹਦਾ ਮਾਲਕ ਕਿੱਧਰ ਚਲੇ ਗਏ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਤੇ ਪਹਾੜ ਜਿੱਡਾ ਸੁੰਨਾ ਘਰ ਫੇਰ ਭਾਂ-ਭਾਂ ਕਰਨ ਲੱਗ ਪਿਆ। ਪਰ ਗ੍ਰਹਿ ਚੱਕਰ ਪੁੱਠਾ ਫਿਰਨ ਲੱਗਿਆ ਤਾਂ ਰੁਕਿਆ ਨਹੀਂ। ਇਹਨਾਂ ਸਾਰੀਆਂ ਘਟਨਾਵਾਂ ਦਾ ਅੰਤ ਉਦੋਂ ਹੋਇਆ ਜਦੋਂ ਹੀਰਾ ਦੇਵੀ ਦਾ 31ਵਾਂ ਜਨਮ ਦਿਨ ਸੀ। ਮਦਨ ਮੋਹਨ ਦਾ ਸਾਰਾ ਪਰਿਵਾਰ ਉਸ ਨਾਲ ਹੱਸਦਾ ਖੇਡਦਾ ਵਧਾਈਆਂ ਦੇ ਰਿਹਾ ਸੀ। ਭਰਜਾਈ ਮੁਸਕਰਾਉਂਦਿਆਂ ਕਹਿ ਰਹੀ ਸੀ, ਹੁਣ 3 ਮਹੀਨਿਆਂ ਨੂੰ ਅਸੀਂ ਇੱਕ ਹੋਰ ਦਾ ਜਨਮ ਦਿਨ ਵੀ ਇੱਥੇ ਮਨਾਉਣਾ ਹੈ। ਉਹਨਾਂ ਚਿਰ ਤੁਹਾਨੂੰ ਨਹੀਂ ਜਾਣ ਦੇਣਾ। ਤੇ ਹੀਰਾ ਦੇਵੀ ਮੁੜ ਆਪਣੀ ਛਾਤੀ ਤੋਂ ਹੇਠਾਂ ਝਾਕ ਕੇ ਸਾੜੀ ਦੇ ਖਿਸਕ ਦੇ ਪੱਲੇ ਨੂੰ ਠੀਕ ਕਰਦਿਆਂ ਸੰਗ ਕੇ ਭਰਜਾਈ ਅੱਗੇ ਮੁਸਕਰਾ ਪੈਂਦੀ ਸੀ। ਪਰ ਅਗਲੀ ਸਵੇਰ ਜਦੋਂ ਉਹ ਨੀਂਦਰੇ ਦੀਆਂ ਭੰਨੀਆਂ ਅੱਖਾਂ ਤੇ ਖਿਲਰੇ ਵਾਲਾਂ ਨਾਲ ਘਰ ਮੁੜਿਆ ਤਾਂ ਸਭ ਕੁਝ ਮੁੱਕ ਚੁੱਕਾ ਸੀ। ਸੁਰਿੰਦਰ ਦਾ ਇੱਕ ਟਰੱਕ ਹੇਠ ਆ ਕੇ ਐਕਸੀਡੈਂਟ ਹੋ ਗਿਆ ਸੀ ਤੇ ਉਹ ਰਾਤ ਪੂਰਾ ਹੋ ਚੁੱਕਿਆ ਸੀ। ਮਦਨ ਮੋਹਨ ਨੇ ਕਿਵੇਂ ਆਪਣੇ ਆਪ ਨੂੰ ਸੰਭਾਲਿਆ, ਕਿਵੇਂ ਹੀਰਾ ਦੇਵੀ ਨੂੰ ਬਚਾਇਆ, ਕਿਵੇਂ ਇੱਕ ਹੋਰ ਆਉਣ ਵਾਲੀ ਜਿੰਦ ਦੀ ਰੱਖਿਆ ਕੀਤੀ, ਇਹ ਸਭ ਇੱਕ ਕਰਾਮਾਤ ਹੀ ਸੀ। ਭਾਵੇਂ ਕੁਝ ਦਿਨ ਪਿੱਛੋਂ ਇਹ ਭੇਤ ਵੀ ਉਸ ਲਾ ਲਿਆ ਕਿ ਟਰੱਕ ਦੇ ਡਰਾਈਵਰ ਨੇ ਐਕਸੀਡੈਂਟ ਜਾਣਬੁੱਝ ਕੇ ਕੀਤਾ ਸੀ ਤੇ ਜਿਸ ਕਰਵਾਇਆ ਸੀ ਉਹਦੇ ਖਿਲਾਫ ਪੁਲਿਸ ਕੋਈ ਕਾਰਵਾਈ ਨਹੀਂ ਸੀ ਕਰ ਸਕਦੀ ਕਿਉਂਕਿ ਪਹਿਲਾਂ ਹੀ ਸਭ ਦੇ ਮੂੰਹ ਬੰਨ੍ਹ ਦਿੱਤੇ ਗਏ ਸੀ। ਪਰ ਇਹਦਾ ਪਤਾ ਲੱਗਣ ਉੱਤੇ ਉਹ ਕਈ ਦਿਨ ਬਿਮਾਰ ਪਈ ਹੀਰਾ ਦੇਵੀ ਦੇ ਮੱਥੇ ਨਹੀਂ ਲੱਗ ਸਕਿਆ। ਅੰਤ ਇਹ ਗੱਲ ਵੀ ਲੱਖ ਯਤਨ ਕਰਦਿਆਂ ਹੱਥੋਂ ਨਿਕਲ ਗਈ। ਹੀਰਾ ਦੇਵੀ ਦੀ ਹਾਲਤ ਫੇਰ ਖਰਾਬ ਹੋ ਗਈ। ਪਰ ਮਦਨ ਮੋਹਨ ਨੇ ਹੌਸਲਾ ਇੱਥੇ ਵੀ ਨਹੀਂ ਹਾਰਿਆ। ਸਭ ਕੁਝ ਮਰਦਾਂ ਵਾਂਗ ਜਰਿਆ। ਮਰਦ ਵਾਂਗ ਹੀ ਇਹ ਫੈਸਲਾ ਵੀ ਕੀਤਾ ਹੁਣ ਉਹ ਆਪ ਤੇ ਹੀਰਾ ਦੇਵੀ ਸਾਰੀ ਉਮਰ ਵੱਡੇ ਭਰਾ ਜੀ ਦੇ ਮੱਥੇ ਨਹੀਂ ਲੱਗਣਗੇ। ਹੀਰਾ ਦੇਵੀ ਉਹਦੇ ਕੋਲ ਜਾਂ ਆਪਣੇ ਘਰ ਰਹੇਗੀ। ਪਰ ਇਸ ਸਭ ਕਾਸੇ ਦੇ ਬਾਵਜੂਦ ਲੱਗਦਾ ਸੀ ਜਿਵੇਂ ਬਾਜੀ ਮਾਤ ਪੈ ਚੁੱਕੀ ਸੀ। ਕਿਸੇ ਗੱਲ ਦਾ ਕੋਈ ਅਸਰ ਨਹੀਂ ਸੀ। ਸਭ ਕੁਝ ਮੁੱਕ ਚੁੱਕ ਗਿਆ ਸੀ। ਹੀਰਾ ਦੇਵੀ ਮੁੜ 7ਵੀਂ ਅਸਮਾਨ ਤਲਵਾਰ ਦੀ ਧਾਰ ਤੇ ਤੁਰ ਰਹੀ ਸੀ। ਥੱਲੇ ਹੋਰ ਕੋਈ ਪਤਾਲ ਨਹੀਂ ਸੀ, ਕੋਈ ਭਗਵਾਨ ਨਹੀਂ ਸੀ ਜੋ ਉਹਨੂੰ ਡਿੱਗਦੀ ਨੂੰ ਹੱਥਾਂ ਉੱਤੇ ਅਛੋਪਲੇ ਬੋਚ ਲਏ। ਹੇਠ ਉੱਤੇ ਖੱਬੇ ਸੱਜੇ ਨਿਰਾ ਅੰਧਕਾਰ ਸੀ, ਜਿਵੇਂ ਨਵਾਂ ਬ੍ਰਹਿਮੰਡ ਸਾਜਣ ਲਈ ਕਰਤੇ ਨੇ ਪਰਲਾ ਕਰ ਦਿੱਤੀ ਹੋਵੇ। ਅਖੀਰਲਾ ਭਾਗ ਹੈ ਕੁਵੇਲਾ। ਸੂਰਜ ਦੀਆਂ ਅੰਤਲੀਆਂ ਕਿਰਨਾਂ ਬਨੇਰਿਆਂ ਤੇ ਪੈ ਰਹੀਆਂ ਸੀ। ਅਸਮਾਨ ਤੇ ਧੂੜ ਚੜੀ ਹੋਣ ਕਰਕੇ ਧੁੱਪ ਦਾ ਘਸਮੈਲਾ ਰੂਪ ਪਰਛਾਵਿਆਂ 'ਚ ਘੁਲ ਗਿਆ ਲੱਗਦਾ ਸੀ। ਚਿੜੀਆਂ ਦੀਆਂ ਡਾਰਾਂ, ਕਾਂ ਤੇ ਤੋਤੇ ਖੰਭਾਂ ਨਾਲ ਬਿੰਦੇ ਝੱਟੇ ਹਵਾ ਨੂੰ ਚੀਰਦਿਆਂ ਤਿੱਖੀ ਸ਼ੂਕਰ ਨਾਲ ਉੱਤੋਂ ਲੰਘਦੇ ਸੀ। ਉਹਨਾਂ ਦੀਆਂ ਟਾਟੀਆਂ ਆਵਾਜ਼ਾਂ 'ਚ ਜਿਹਾ ਕੋਈ ਵੇਦਨਾ ਮਹਿਸੂਸ ਹੁੰਦੀ ਸੀ ਕਿ ਮਨ ਕਾਹਲਾ ਪਈ ਜਾਂਦਾ ਸੀ। ਘਰ ਸੀਮਾ ਕੱਲੀ ਸੀ ਤੇ ਘਰੋਂ ਆਇਆ ਉਹਨੂੰ 2 ਘੰਟੇ ਹੋ ਚੁੱਕੇ ਸੀ। ਇਸੇ ਕਾਲ 'ਚ ਐਵੇਂ ਸਰਸਰੀ ਨਿਗਾਹ ਮੰਦਰ ਵੱਲ ਵੇਖਿਆ ਤਾਂ ਪਿੰਡੇ 'ਚ ਝਰਨਾਟ ਛਿੜ ਗਈ, ਤੋਰ ਹੌਲੀ ਹੋ ਗਈ। ਗੌਰ ਨਾਲ ਵੇਖਿਆ ਜਿਵੇਂ ਵਰ੍ਹਿਆਂ ਤੋਂ ਕਿਸੇ ਨੇ ਬਾਹਰ ਕਲੀ ਨਹੀਂ ਸੀ ਕਰਾਈ। ਰੋਸ਼ਨਦਾਨ, ਖਿੜਕੀਆਂ, ਬੂਹਿਆਂ ਦੇ ਕਈ ਸ਼ੀਸ਼ੇ ਟੁੱਟ ਗਏ ਜਾਪਦੇ ਸੀ। ਉਹਦੇ ਚੁਬਾਰਿਆਂ ਤੇ ਕੀਤਾ ਪੀਲਾ ਰੰਗ ਉੱਕਾ ਫਿੱਟ ਗਿਆ ਸੀ ਤੇ ਝੰਡਾ ਜਿਹੜਾ ਕਦੇ ਉਹਨੇ ਆਪੂ ਗੋਟੇ ਦੀ ਕਿਨਾਰੀ ਲਾ ਕੇ ਹੱਥੀ ਲਹਿਰਾਇਆ ਸੀ, ਕਿਸੇ ਪੰਛੀ ਦੇ ਟੁੱਟੇ ਖੰਭ ਵਾਂਗ ਫੜਫੜਾ ਰਿਹਾ ਸੀ। ਮਨ ਇੱਕ ਵਾਰ ਤਾਂ ਬੇਬਲ ਹੋ ਉੱਠਿਆ ਤੇ ਆਪਣਾ ਸਭੋ ਕੁਝ ਇਸ ਹਾਲਤ 'ਚ ਵੇਖ ਕੇ ਕਦਮ ਉਧਰ ਇੱਕ ਭਰਮੀ ਝਾਤ ਪਾਉਣ ਲਈ ਰੁਕ ਗਏ, ਪਰ ਅਗਾਂਹ ਨਹੀਂ ਵੱਧ ਸਕੀ। ਜਿਵੇਂ ਅੱਗੇ ਜਾਣਾ ਵਰਜਿਤ ਹੋਵੇ। ਖਿਆਲ ਆਇਆ, ਇੱਥੇ ਹੁਣ ਮੇਰਾ ਕੀ ਹੈ, ਤੇ ਨੀਵੀਂ ਪਾ ਕੇ ਉਸੇ ਹਰੀਜਨ ਬਸਤੀ ਵਾਲੀ ਗਲੀ ਵੱਲ ਮੁੜ ਪਈ ਜਿੱਧਰੋਂ ਦੀ ਕਦੇ ਨਿਤ ਮੰਦਰ ਆਇਆ ਕਰਦੀ ਸੀ। ਉਹ ਅੱਧ ਨੰਗ ਘੱਟੇ ਨਾਲ ਲਿਬੜੇ ਨਿਆਣਿਆਂ ਦਾ ਦ੍ਰਿਸ਼ ਵੇਖਿਆ
ਉੱਚੀਆਂ ਛੀਟ ਦੀਆਂ ਘੱਗਰੀਆਂ ਵਾਲੀਆਂ ਦੋ ਤੀਵੀਆਂ ਆਪੋ 'ਚ ਲੜਦੀਆਂ ਇੱਕ ਦੂਜੀ ਨੂੰ ਗਾਲਾਂ ਕੱਢ ਰਹੀਆਂ ਸੀ। ਚੌਂਤਰਿਆਂ ਉੱਤੇ ਬਣੀਆਂ ਖੱਡੀਆਂ ਵਰਗੀਆਂ ਰਸੋਈਆਂ 'ਚ ਮੈਲੀਆਂ ਜੁਲੀਆਂ ਪਾਟੇ ਕੱਪੜੇ ਖਿੰਡੇ ਭਾਂਡੇ ਵੇਖੇ ਕੁਝ ਵੀ ਓਪਰਾ ਨਹੀਂ ਸੀ ਲੱਗਿਆ। ਸੂਰੀ ਦੇ 3-4 ਬੱਚੇ ਨਾਲੀ ਦੇ ਗੰਦ 'ਚ ਲਿਬੜੇ ਘੀ ਘੀ ਕਰਦਿਆਂ ਉਹਦਾ ਰਾਹ ਕੱਟਦੇ ਲੰਘੇ। ਉਹਨਾਂ ਦੀਆਂ ਲੰਡੀਆਂ ਪੂਛਾਂ ਨਾਲੋਂ ਗਾਰੇ ਦੇ ਚਿੱਟੇ ਆਸੀ ਪਾਸੀ ਖਿਲਰ ਗਏ। ਸਰਸਰੀ ਆਪਣੀ ਸਾੜੀ ਦਾ ਖਿਆਲ ਆਇਆ ਪਰ ਨੀਵੀਂ ਪਾ ਕੇ ਵੇਖਿਆ ਨਹੀਂ। ਅਕਸਰ ਹੁਣ ਸਾੜੀ ਕੰਨੀ ਕੋਲੋਂ ਮੈਲੀ ਰਹਿੰਦੀ ਸੀ ਤੇ ਚਿੱਟੀ ਸਾੜੀ ਤਾਂ ਧੋਤਿਆਂ ਵੀ ਚੰਗੀ ਤਰ੍ਹਾਂ ਨਹੀਂ ਸੀ ਨਿਖਰਦੀ। ਘਰ ਕੋਲ ਆ ਕੇ ਜਦੋਂ ਸੌਂਦਾ ਮਲ ਦੇ ਘਰ ਸਾਹਮਣੇ ਲੰਘਣ ਲੱਗੀ ਤਾਂ ਬਾਹਰ ਚੌਂਤਰੇ ਤੇ ਖੇਡਦੇ ਪੋਤਰੇ ਨੂੰ ਵੇਖ ਕੇ ਐਵੇਂ ਖਿਆਲ ਆ ਗਿਆ। ਇਉਂ ਲੱਗਿਆ ਜਿਵੇਂ ਮੰਜੇ ਤੇ ਬੈਠਾ ਸੌਂਦਾ ਮਲ ਉਵੇਂ ਹੁੱਕੇ ਦੀ ਨੜੀ ਮੂੰਹ 'ਚ ਪਾਇਆ ਖੰਘਦਿਆਂ ਉਹਨੂੰ ਪੁੱਛ ਰਿਹਾ ਹੋਵੇ, ਤਕੜੀਆਂ ਕੁੜੇ ਹੀਰਾ ਦੇਈਏ। ਪਿਛਲੇ ਵਰੇ ਮਰਨੋਂ ਪਹਿਲਾਂ ਉਹਨੂੰ ਐਵੇਂ ਸੰਬੋਧਨ ਕਰਨ ਲੱਗ ਪਿਆ ਸੀ। ਬਸੰਤੀ ਲਲਾਰਨ ਪਤੀਲਾ ਚੁੱਕੀ ਬਾਹਰ ਆਈ ਤਾਂ ਉਹਨੂੰ ਵਹਿੰਦਿਆਂ ਹੀ ਖਿੜ ਗਈ। ਮੁਸਕਰਾਉਂਦਿਆਂ ਕਿਹਾ, ਆਓ ਬੀਬੀਏ ਬਹਿ ਜਾਓ, ਚਾਹ ਪਾਣੀ ਪੀ ਲਓ। ਇਸ ਵੇਲੇ ਕਿੱਧਰ ਜਾ ਆਏ ਤੇ ਲੱਗਦਾ ਹੈ ਜਿਵੇਂ ਕਿਸੇ ਦੇ ਘਰੋਂ ਕੱਪੜੇ ਲੈ ਕੇ ਆਏ ਹੁੰਨੇ ਹੋ। ਹੀਰਾ ਦੇਵੀ ਰੁਕ ਗਈ। ਹੱਥ 'ਚ ਫੜੇ ਭਾਰੇ ਥੈਲੇ ਨੂੰ ਰਤਾ ਤਾਂ ਉਗਾਸਿਆ ਤੇ ਪਹਿਲਾਂ ਥੈਲੇ ਵੱਲ ਝਾਕ ਕੇ ਫਿਰ ਬਸੰਤੀ ਵੱਲ ਤੱਕਦਿਆਂ ਬੋਲੇ, ਹੋਰ ਆਪਾਂ ਕੀ ਖੰਡ ਲਿਆਉਣੀ ਹੈ? ਕਈ ਦਿਨ ਹੋ ਗਏ ਨਵੀਂ ਬਸਤੀ 'ਚੋਂ ਬਿਜਲੀ ਵਾਲੇ ਬਾਬੂ ਦੀ ਵਹੁਟੀ ਸੱਦ ਗਈ ਸੀ, ਜਾਇਆ ਨਹੀਂ ਸੀ ਗਿਆ। ਅੱਜ ਵੀ ਵੇਲ ਨਹੀਂ ਲੱਗੀ, ਕਿਹਾ ਲੈ ਆਵਾਂ, ਸਾਰੇ ਨਿੱਕੇ ਨਿਆਣਿਆਂ ਦੇ ਸੀ। ਆਹੋ ਜੀ ਫਿਰ ਸਰਦਾ ਜੋ ਨਾ ਹੋਇਆ। ਬਸੰਤੀ ਦੇ ਭਾਰੇ ਚਿਹਰੇ ਉੱਤੇ ਮੁਸਕਰਾਹਟ ਲੋਪ ਹੋ ਗਈ ਤੇ ਹਮਦਰਦੀ ਨਾਲ ਸਿਰ ਹਿਲਾਉਂਦਿਆਂ ਉਹ ਘੱਗੀ ਆਵਾਜ਼ 'ਚ ਬੋਲੀ, ਫਿਰ ਬਣੇ ਵੀ ਕੀ ਬੀਬੀ ਜੀ, ਤੁਸੀਂ ਤਾਂ ਫਿਰ ਵੀ ਬਥੇਰਾ ਯਤਨ ਕੀਤਾ ਪਰ ਭਗਵਾਨ ਨੇ ਕੋਈ ਪੇਸ਼ ਨਹੀਂ ਜਾਣ ਦਿੱਤੀ। ਸਕਤੇ ਦਾ ਸੱਤੀ ਵੀ 100 ਹੁੰਦਾ, ਉਹਦੇ ਮੂਰੇ ਫਿਰ ਜ਼ੋਰ ਕੀ ਚੱਲਦਾ ਜੀ ਬੰਦੇ ਦਾ। ਉਹਦੀ ਗੱਲ ਸੁਣਦਿਆਂ ਹੀਰਾ ਦੇਵੀ ਦਾ ਚਿੱਤ ਕਾਲਾ ਪੈ ਗਿਆ। ਬਿਨਾਂ ਹੁੰਗਾਰਾ ਭਰਿਆ ਉੱਤੋਂ ਰਾਈ। ਹੁਣ ਅਜਿਹੀ ਕੋਈ ਗੱਲ ਉਹ ਤੋਂ ਸੁਣੀ ਨਹੀਂ ਸੀ ਜਾਂਦੀ ਜਿਸ 'ਚ ਭਗਵਾਨ ਦੀ ਕਰਨੀ ਤੇ ਬੰਦੇ ਦੇ ਜ਼ੋਰ ਵਸਣ ਵਸ ਦਾ ਜ਼ਿਕਰ ਹੋਵੇ। ਉਹਨੂੰ ਜਾਪਦਾ ਇੱਕ ਵਾਰੀ ਭਗਵਾਨ ਦੀ ਕਰਨੀ ਤੇ ਬੰਦੇ ਦੀ ਕਰਾਮਾਤ ਵੀ ਉਸ ਵੇਖ ਲਈ ਸੀ। ਘਰ ਕੋਲ ਆ ਕੇ ਪੈਰ ਹੋਰ ਕਾਲੇ ਹੋ ਗਏ। ਤਾਕੀ 'ਚ ਖੜੋਤੀ ਸੀਮਾ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗੀ ਹੋਈ ਸੀ। ਉਸ ਵੱਲ ਤਾਕੋ ਮੁਸਕਰਾਈ ਤੇ ਹੱਥ ਹਿਲਾਉਂਦਿਆਂ ਸੈਨਤ ਨਾਲ ਉਹਨੂੰ ਤਾਕੀ ਦੇ ਪਿਛਾਂ ਰਹਿਣ ਲਈ ਕਹਿੰਦਿਆਂ ਚੌਂਤਰੇ ਤੇ ਚੜ੍ਹ ਆਈ। ਵਿਹੜੇ 'ਚ ਰਹਿੰਦੇ ਕਲੂਰ ਕੋਟੀਏ ਕਿਰਾਏਦਾਰ ਤੇ ਨਿਆਣਿਆਂ ਨੇ ਲਾਂਘੇ 'ਚ ਗੰਦ ਪਾ ਛੱਡਿਆ ਸੀ। ਗੋਭੀ ਦੇ ਪੱਤੇ ਗਾਜਰਾਂ ਦੇ ਬੂੰਡੇ ਥਾਂ ਥਾਂ ਖਿਲਾਰ ਛੱਡੇ ਸੀ। ਦੂਜਾ ਕਿਰਾਏਦਾਰ ਕਰਤਾਰ ਨਾਈ ਦੇ ਨਿੱਕੀ ਕੁੜੀ ਤੇ ਮੁੰਡਾ ਵਿਹੜੇ 'ਚੋਂ ਫਰਸ਼ ਦੀਆਂ ਉਖੜੀਆਂ ਇੱਟਾਂ ਵਾਲੀ ਥਾਂ ਖੁੱਤੀ ਬਣਾ ਕੇ ਗੋਲੀਆਂ ਖੇਡਣ ਲੱਗੇ ਸੀ। ਦੋਏ ਕਿਰਾਏਦਾਰ ਨਾਲ ਵਿਹੜੇ 'ਚ ਹੀ ਇੱਟਾਂ ਰੱਖ ਕੇ ਬਣਾਈਆਂ ਕੰਧੋਲੀਆਂ ਉਹਲੇ ਰੋਟੀਆਂ ਪਕਾਉਣ ਲੱਗੀਆਂ ਸੀ। ਕਰਤਾਰ ਨਾਈ ਦੀ ਤੀਵੀਂ ਨੇ ਅੱਧੀਆਂ ਬਾਹਾਂ ਦੀ ਝੱਗੀ ਜੀ ਪਾਈ ਹੋਈ ਸੀ ਤੇ ਝਾਟਾ ਕਮਲੀਆਂ ਵਾਂਗ ਖਿਲਾਰ ਛੱਡਿਆ ਸੀ। ਚੁੰਨੀ ਗਲ 'ਚ ਪਰੋਲੇ ਵਾਂਗ ਲਮਕਾਈ ਸੀ ਤੇ ਆਸੀ ਪਾਸੀ ਭਾਂਡੇ ਮੰਜੇ ਕੱਪੜੇ ਇਉਂ ਖਿਲ ਰਹੇ ਸੀ ਜਿਵੇਂ ਘਰ ਉੱਜੜ ਗਿਆ ਹੋਵੇ। ਸਰਸਰੀ ਮੂੰਹ ਭੁਆ ਕੇ ਆਪਣੇ ਪੁਰਾਣੇ ਦਫ਼ਤਰ ਵੱਲ ਤੱਕਿਆ। ਉਹਨੂੰ ਲੱਗੇ ਜੰਦਰੇ ਨੂੰ ਜਰ ਲੱਗੀ ਹੋਈ ਸੀ। ਦੇਹਲੀ ਤੇ ਨਿਆਣਿਆਂ ਨੇ ਮਿੱਟੀ ਦੀਆਂ ਖੇਡਾਂ ਬਣਾਉਂਦਿਆਂ ਗਾਰਾ ਲਿਪ ਦਿੱਤਾ ਸੀ। ਤਖਤੇ ਵੀ ਲਬੇੜਤੇ ਸੀ। ਇਹ ਵੇਂਦਿਆਂ ਹੀ ਮਨ ਬਹੁਤ ਹੀ ਕਾਲਾ ਪੈ ਗਿਆ। ਉਹ ਹੋਰ ਕਾਲੇ ਪੈਣੀ ਜਿਵੇਂ ਆਪਣੀਆਂ ਕਿਰਾਏਦਾਰਨੀਆਂ ਤੋਂ ਚੋਰੀਆਂ ਨੱਸ ਕੇ ਪੌੜੀਆਂ ਚੜ੍ਹਨ ਲੱਗੀ ਪਰ ਪਿੱਛੋਂ ਉਹਨਾਂ ਦੋਹਾਂ ਨੇ ਉਹਨੂੰ ਲਲਕਾਰਾ ਜਿਹਾ ਮਾਰ ਕੇ ਡਰਾਤਾ। ਪੈਰੀ ਪੈਨੀਆਂ ਬੀਬੀ ਜੀ, ਦੋਵੇਂ ਇਕੱਠੀ ਲੈਚ ਹੀ ਬੋਲੀਆਂ। ਤਰਬ ਕੇ ਪਿਛਾਂ ਵੇਖਿਆ, ਸਿਰ ਹਿਲਾਉਂਦਿਆਂ ਖਸਿਆਨੀ ਜੀ ਮੁਸਕਰਾ ਕੇ ਪੌੜੀ ਚੜ੍ਹ ਗਈ। ਉਹਨੂੰ ਕਦੇ ਸਮਝ ਨਹੀਂ ਸੀ ਆਈ ਕਿ ਉਹਦੀ ਉਮਰ ਦੀਆਂ ਇਹ ਦੋਏ ਕਿਰਾਏਦਾਰਨੀਆਂ ਉਹਨੂੰ ਪੈਰੀ ਪੈਣਾ ਕਿਉਂ ਕਰਦੀਆਂ ਸੀ। ਜਦੋਂ ਪੈਰੀ ਪੈਣਾ ਕਹਿੰਦੀਆਂ ਤਾਂ ਉਹ ਚਿੱਤ ਨਿਢਾਲ ਜਿਹਾ ਹੋ ਜਾਂਦਾ, ਜਾਪਦਾ ਜਿਵੇਂ ਉਹ ਬੁੱਢੀ ਹੋ ਗਈ ਹੋਵੇ। ਪੌੜੀਆਂ ਦੇ ਵਿਚਕਾਰ ਹੀ ਖਿੜਖਿੜ ਹੱਸਦੀ ਸੀਮਾ ਨੇ ਉਹਨੂੰ ਆ ਘੇਰਿਆ। ਚੁੱਕ ਕੇ ਹਿੱਕ ਨਾਲ ਘੁੱਟਦਿਆਂ ਕਈ ਵਾਰ ਉਹਦਾ ਮੂੰਹ ਚੁੰਮਿਆ। ਚਿੱਤ ਕੁਝ ਟਿਕਾਣੇ ਆਇਆ। ਮੈਂ ਤੁਹਾਨੂੰ ਆਪਣਾ ਘਰ ਬਣਾਇਆ ਖਾਵਾਂ ਬੀਬੀ ਜੀ, ਸੀਮਾ ਨੇ ਚੁਬਾਰੇ ਚਾ ਕੇ ਕੁਛੜੋਂ ਉਤਰਨ ਦਾ ਯਤਨ ਕਰਦਿਆਂ ਕਿਹਾ ਤੇ ਹੇਠ ਖਿਸਕਦਿਆਂ ਪੁਰਾਣੀਆਂ ਕਿਤਾਬਾਂ ਦਾ ਬਣਾਇਆ ਘਰ ਵਿਖਾਉਂਦਿਆਂ ਚਾਂਬੜਾ ਮਾਰਦੀ ਦੱਸਣ ਲੱਗ ਪਈ, ਆ ਦਰਵਾਜ਼ਾ, ਆ ਬੈਠਕ, ਆ ਚਬਾਰਾ। ਤੇ ਜਦੋਂ ਮੁੜ ਖਿੜਖਿੜਾ ਕੇ ਹੱਸੀ ਤਾਂ ਹੀਰਾ ਦੇਵੀ ਦੇ ਪਿੰਡੇ 'ਚੋਂ ਸੀਤ ਨਿਕਲ ਗਿਆ। ਪਹਿਲਾਂ ਪਲੰਗ ਉੱਤੇ ਲੇਟਣ ਨੂੰ ਜੀ ਕੀਤਾ, ਫਿਰ ਜਾਪਿਆ ਉਹਦੇ ਸਾਰੇ ਹੱਥ ਪੈਰ ਮੂੰਹ ਸਿਰ ਘੱਟੇ ਨਾਲ ਭਰਿਆ ਸੀ ਪਰ ਨਹਾਉਣ ਨੂੰ ਚਿੱਤ ਨਹੀਂ ਸੀ ਕਰਦਾ। ਰੋਟੀ ਪਕਾਉਣ ਨੂੰ ਵੀ ਦਿਲ ਨਹੀਂ ਸੀ ਮੰਨਦਾ। ਸੀਮੋ ਬੇਟੀ, ਭੁੱਖ ਬੜੀ ਲੱਗੀ ਹੈ। ਕਿਤਾਬਾਂ ਦਾ ਘਰ ਢਾਹ ਕੇ ਮੁੜ ਬਣਾਉਂਦੀ ਧੀ ਨੂੰ ਉਸ ਮੋਹ ਭਿੱਜੀ ਆਵਾਜ਼ 'ਚ ਪੁੱਛਿਆ। ਸੀਮਾ ਨੇ ਵੀ ਅੱਗੋਂ ਮੈਨੂੰ ਨਹੀਂ ਭੁੱਖ ਕਹਿ ਕੇ ਸਿਰ ਹਿਲਾਤਾ ਜਿਵੇਂ ਉਹਦੇ ਮਨ ਦੀ ਬੁੱਝ ਗਈ ਹੋਵੇ। ਲੰਮਾ ਸਾਹ ਭਰਿਆ ਤੇ ਉੱਠ ਕੇ ਵਾਧੇ ਉੱਤੇ ਪਏ ਸ਼ੀਸ਼ੇ ਸਾਹਮਣੇ ਜਾ ਖੜੋਤੀ। ਕੁਝ ਬਾਹਰ ਅਸਮਾਨ ਤੇ ਧੂੜ ਚੜੀ ਹੋਣ ਕਰਕੇ ਤੇ ਕੁਝ ਦਿਨ ਛਿਪਣ ਕਰਕੇ ਅੰਦਰ ਹਨੇਰਾ ਹੋਣ ਲੱਗ ਪਿਆ ਸੀ। ਸ਼ੀਸ਼ੇ 'ਚ ਮੂੰਹ ਸਾਫ਼ ਨਹੀਂ ਸੀ ਦਿਸਦਾ ਪਰ ਪੁੜਪੁੜੀਆਂ ਕੋਲ ਕਿੰਨੇ ਧੌਲੇ ਇਸ ਘੁਸਮੁਸੇ ਵਿੱਚ ਵੀ ਨਿਖੜਵੇਂ ਦਿਸਦੇ ਸੀ। ਮੱਥੇ ਦੀਆਂ ਲੰਮੇ ਪਈਆਂ 3 ਲੀਕਾਂ ਵੀ ਸਾਫ਼ ਦਿਸਦੀਆਂ ਸੀ ਤੇ ਅੱਖਾਂ ਹੇਠ
ਨੱਕ ਦੇ ਦੋਹਾਂ ਪਾਸਿਆਂ ਤੋਂ ਢਲ ਰਿਹਾ ਚੁਰੜਾਇਆ ਮਾਸ ਵੀ। ਮਨ ਅਚਾਨਕ ਹੀ ਫੇਰ ਕਾਲਾ ਪਿਆ। ਚੁਬਾਰੇ ਅੰਦਰ ਵੱਧ ਰਹੇ ਹਨੇਰੇ ਕੋਲੋਂ ਜਿਵੇਂ ਭੈ ਆਇਆ। ਉਸੇ ਵੇਲੇ ਵਾਇਆ ਸੀਮਾ ਨੂੰ ਗੋਦੀ ਚੱਕਿਆ ਤੇ ਕਰੜਾਈ ਚ ਬੋਲੀ, ਆਓ ਬੇਟੇ ਉੱਤੇ ਚੱਲੀਏ। ਚਲੋ ਜੀ, ਆਹ ਜੀ ਮੇਰਾ ਘਰ ਜੀ। ਉਹ ਤਾੜੀਆਂ ਵਜਾਉਂਦੀ ਆਪਣੇ ਘਰ ਵੱਲ ਵੇਂਦੀ ਪਛਾਂ ਝਾਕਦੀ ਰਹੀ। ਚੁਬਾਰੇ ਦੇ ਸਿਖਰ ਆਈ ਤਾਂ ਸਾਹ ਚੜ ਗਿਆ ਸੀ, ਪਰ ਨਿਤਨੇਮ ਅਨੁਸਾਰ ਧੀ ਨੂੰ ਕੁਛੜੋਂ ਨਹੀਂ ਉਤਾਰਿਆ। ਭਾਵੇਂ ਹੁਣ ਉਹ 4 ਵਰ੍ਹਿਆਂ ਦੀ ਹੋ ਚੱਲੀ ਸੀ, ਪਰ ਅਜੇ ਵੀ ਉਹਨੂੰ ਸਜਾਏ ਨਿਆਣਿਆਂ ਵਾਂਗ ਕੁਛੜ ਚੁੱਕੇ ਬਿਨਾਂ ਸਬਰ ਨਹੀਂ ਸੀ ਆਉਂਦਾ। ਇੰਝ ਹੀ 2-4 ਚੱਕਰ ਛੱਤ ਉੱਤੇ ਲਾਏ, ਫਿਰ ਸੀਮਾ ਆਪੇ ਹੀ ਕੁਛੜੋਂ ਉਤਰ ਗਈ। ਨੱਚਦਿਆਂ ਹੱਥ ਮਟਕਾਉਂਦੀ ਇੱਕ ਗੀਤ ਗਾਉਣ ਲੱਗ ਪਈ। ਉਸ ਪਤਾ ਨਹੀਂ ਕਿੱਥੋਂ ਸਿੱਖਿਆ ਸੀ, ਬੜਾ ਉਦਾਸ ਜਿਹਾ ਗੀਤ ਸੀ, ਪਰ ਗਾਉਂਦੀ ਉਹ ਜਿਵੇਂ ਆਪਣੀ ਬਣਾਈ ਕਿਸੇ ਸੁਖਾਵੀਂ ਧੁਨ ਨਾਲ ਸੀ। ਇਸ ਨਾਲ ਉਦਾਸ ਸ਼ਬਦਾਂ ਚੋਂ ਤੱਤ ਮੱਧਮ ਪੈਂਦਾ ਲੱਗਿਆ, ਜਿਹੜਾ ਇਹਨਾਂ ਨੂੰ ਰਾਗਮਈ ਲੈਅ ਚ ਗਾਇਆ ਪੂਰੇ ਵੇਗ ਨਾਲ ਕੱਢਿਆ ਜਾ ਸਕਦਾ ਸੀ। ਸੋਚਾਂ ਬੜੀ ਦੂਰ ਸਾਹਮਣੇ ਖੇਤਾਂ ਉੱਤੇ ਉੱਡੀ ਜਾਂਦੀ ਚਿੜੀਆਂ ਦੀ ਡਾਰ ਨਾਲ ਦੂਰ ਜਿਵੇਂ ਪਰਦੇਸੀ ਉੱਡ ਚਲੀਆਂ ਸੀ। ਪਲਕੂ ਪਿੱਛੋਂ ਹੀ ਆਪਣੇ ਆਲਣੇ ਚ ਪਰਤ ਆਈਆਂ। ਹਨੇਰਾ ਬਹੁਤ ਹੋ ਚੱਲਿਆ ਸੀ। ਅਸਮਾਨ ਵੱਲ ਤੱਕਿਆ, ਤਾਰੇ ਨਿਕਲ ਆਏ ਸੀ, ਪਰ ਧੁੰਦ ਜਿਹੀ ਚੜੀ ਹੋਣ ਕਰਕੇ ਲਿਸ਼ਕ ਇਹਨਾਂ ਵਿੱਚ ਅੱਜ ਨਹੀਂ ਸੀ ਜੋ ਕੱਤੇ ਦੇ ਮਹੀਨੇ ਹੁੰਦੀ ਹੈ। ਧੁੰਦਲੇ ਤਾਰਿਆਂ ਵਿੱਚੋਂ ਹੀ ਜਿਵੇਂ ਘੜਿਆਲ ਵੇਖ ਸ਼ੰਖ ਤੇ ਟੱਲੀਆਂ ਦੀ ਰਲਵੀਂ ਆਵਾਜ਼ ਸੁਣੀ। ਮੂੰਹੋਂ ਭਗਵਾਨ ਦਾ ਨਾਂ ਜਿਵੇਂ ਮੱਲੋ ਮੱਲੀ ਨਿਕਲਿਆ। ਨਾਲ ਦੀ ਨਾਲ ਇੱਕ ਹੌਕਾ ਵੀ। ਫਿਰ ਇੰਝ ਲੱਗਿਆ ਜਿਵੇਂ ਉਹ ਤੜਕਸਾਰ ਮੰਦਰ ਦੇ ਬੂਹੇ ਨਿਕਲ ਕੇ ਘਰ ਵੱਲ ਤੁਰੀ ਹੋਵੇ ਤੇ ਸਾਰਾ ਦਿਨ ਤੁਰੀ ਆਈ ਹੋਵੇ। ਪੈਰ ਲੱਤਾਂ ਤੇ ਸਾਰੇ ਅੰਗੇ ਥੱਕ ਕੇ ਚੂਰ ਹੋ ਗਏ। ਘੜਿਆਲ ਤੇ ਸ਼ੰਖ ਦੀ ਆਵਾਜ਼ ਹੁਣ ਡੂੰਘੇ 'ਚ ਗੱਜਦੇ ਬੱਦਲ ਵਾਂਗ ਸੁਣਦੀ ਸੀ। ਭਗਵਾਨ ਜਿਵੇਂ ਸੁੰਦਰ ਵਨ 'ਚ ਗੁਆਚੇ ਹੋਏ ਉਹਨੂੰ ਹਾਕਾਂ ਮਾਰ ਰਹੇ ਸੀ। ਘਰ ਵਾਪਸ ਜਾਣ ਜੋਗੀ ਤਾਂ ਅੰਗਾਂ 'ਚ ਹੁਣ ਸੱਤਿਆ ਨਹੀਂ ਸੀ ਰਹੀ, ਨਾਲੇ ਜਾਣ ਨੂੰ ਜੀ ਵੀ ਨਹੀਂ ਸੀ ਕਰਦਾ। ਪੁਰਾਣਾ ਸਭ ਕੁਝ ਬੜੀ ਦੂਰ ਰਹਿ ਗਿਆ ਸੀ। ਦਿਨ ਵੀ ਛਿਪ ਗਿਆ ਸੀ। ਏਡੇ ਕੁਵੇਲੇ ਕਿੱਥੇ ਜਾਏ? ਸਾਥ ਤੋਂ ਬਿਨਾਂ ਤਾਂ ਦਿਨੇ ਵੀ ਕਦਮ ਨਹੀਂ ਤੁਰਿਆ ਜਾਂਦਾ। ਚਾਨਚੱਕ ਉਹਨੂੰ ਠੰਡ ਮਹਿਸੂਸ ਹੋਈ ਤੇ ਧੁੜਤੜੀ ਲੈ ਕੇ ਸੀਮਾ ਵੱਲ ਤੱਕਿਆ। ਸਵੈਟਰ ਪਾਇਆ ਹੋਇਆ ਸੀ ਤੇ ਉਹ ਅਜੇ ਵੀ ਆਪ ਮੁਹਾਰੀ ਨੱਚੀ ਜਾ ਰਹੀ ਸੀ। ਉਹ ਗੀਤ ਗਾ ਰਹੀ ਸੀ। ਨੱਚਦਿਆਂ ਉਹਦੇ ਸੰਘਣੇ ਵਾਲ ਹਵਾ 'ਚ ਲਹਿਰਾ ਰਹੇ ਬੜੇ ਚੰਗੇ ਲੱਗਦੇ ਸੀ। ਵੇਂਦਿਆਂ ਮੋਹ ਦੀ ਛੱਲ ਨਾਲ ਮਨ ਨੱਕੋ ਨੱਕ ਭਰ ਆਇਆ। ਹਾਬੜਿਆਂ ਵਾਂਗ ਉਹਨੂੰ ਚੁੱਕ ਕੇ ਹਿੱਕ ਨਾਲ ਘੁੱਟ ਲਿਆ ਤੇ ਮੂੰਹ ਚੁੰਮ ਕੇ ਗੱਲ ਨਾਲ ਉਹਦੀ ਗੱਲ ਲਾਉਂਦਿਆਂ ਸਾਹਮਣੇ ਸੈਨਤ ਕਰਕੇ ਕਿਹਾ, ਬੇਟੀ ਤੈਨੂੰ ਪਤਾ ਉਹ ਤਾਰਾ ਇੰਨਾ ਕਿਉਂ ਚਮਕਦਾ? ਹਾਂਜੀ, ਸੀਮਾ ਨੇ ਚੌੜ ਨਾਲ ਸਿਰ ਹਿਲਾਉਂਦਿਆਂ ਆਖਿਆ, ਇਹ ਪਾਪਾ ਜੀ ਕਾ ਤਾਰਾ ਹੈ ਜੀ, ਹਾਂਜੀ। ਇੱਕ ਵਾਰੀ ਉਹ ਦੱਸ ਬੈਠੀ ਸੀ, ਹੁਣ ਇਹ ਗੱਲ ਲੱਖ ਭੁਲਾਉਂਦਿਆਂ ਵੀ ਉਹਨੂੰ ਨਹੀਂ ਸੀ ਭੁੱਲਦੀ। ਉਸ ਵੇਲੇ ਮਨ ਲਾਟੀ ਬਲਦੀ ਮੋਮਬੱਤੀ ਦੀ ਮੋਮ ਵਾਂਗ ਢਲ ਕੇ ਅੱਖਾਂ ਵਿੱਚੋਂ ਵਹਿਣ ਲਈ ਉਛਲਿਆ। ਬੜਾ ਯਤਨ ਕੀਤਾ ਪਰ ਕੋਈ ਚਾਰਾ ਨਹੀਂ ਚੱਲਿਆ। ਸੀਮਾ ਕੋਲੋਂ ਅੱਖਾਂ ਲੁਕਾਉਣ ਲਈ ਚੁੱਪਚਾਪ ਸੱਜੇ ਪਾਸੇ ਮੂੰਹ ਭੁਆ ਕੇ ਦੂਰ ਖਲਾ 'ਚ ਤੱਕਣ ਲੱਗ ਪਈ। ਹੌਲੀ-ਹੌਲੀ ਜਿਵੇਂ ਮਨ ਹੌਲਾ ਹੁੰਦਾ ਗਿਆ, ਅੱਖਾਂ ਦੀ ਧੁੰਦ ਸਾਫ਼ ਹੁੰਦੀ ਗਈ। ਹਨੇਰਾ ਰਤਾ ਘੱਟ ਸੰਘਣਾ ਜਾਪਣ ਲੱਗ ਪਿਆ। ਗੌਰ ਨਾਲ ਵੇਂਦਿਆਂ ਸਾਹਮਣੇ ਕੂੜੇ ਦੇ ਵੱਡੇ ਢੇਰ ਦਿਸੇ। ਹੈਰਾਨੀ ਨਾਲ ਉਹਨਾਂ ਵੱਲ ਤੱਕਿਆ, ਦਿਮਾਗ ਤੇ ਜ਼ੋਰ ਪਾਇਆ। ਪਤਾ ਲੱਗਿਆ ਉਹ ਥਾਂ ਸੀ ਜਿੱਥੇ ਉਸ ਹਸਪਤਾਲ ਬਣਾਉਣ ਦੀ ਸਲਾਹ ਕੀਤੀ ਸੀ। ਉਧਰ ਵੇਖ ਨਹੀਂ ਸਕੀ ਤਾਂ ਹੇਠ ਵਿਹੜੇ ਵੱਲ ਨਿਗਾਹ ਕਰ ਲਈ। ਭਰਾ ਜੀ ਦੇ ਹਸਪਤਾਲ ਵਰਗੇ ਵਿਹੜੇ ਵਿੱਚ ਕਿਰਾਏਦਾਰਾਂ ਦੇ ਡੱਠੇ ਚੋਖੜੇ ਦੇ ਮੰਜੇ ਤੇ ਉਹਨਾਂ ਉੱਤੇ ਖਿਲ ਰਹੇ ਖੇਸ ਰਜਾਈਆਂ ਵੇਖ ਕੇ ਮਨ ਹੋਰ ਅਧੀਰ ਹੋ ਉੱਠਿਆ। ਕਾਂਬਾ ਫੇਰ ਲੱਗਿਆ। ਕਿ ਇੱਕ ਚੀਚੀ ਜੀ ਵੱਟ ਕੇ ਸੀਮਾ ਨੂੰ ਸਾਰੇ ਜ਼ੋਰ ਨਾਲ ਘੁੱਟ ਲਿਆ। ਬਾਹਾਂ ਦੀ ਕੱਸ ਇੱਕਦਮ ਢਿੱਲੀ ਹੋ ਗਈ। ਹੈਰਾਨੀ ਨਾਲ ਅੱਖਾਂ ਸਾਹਮਣੇ ਮੁੜ ਛਾ ਗਈ। ਸਿੱਲੀ ਧੁੰਦ ਵਿੱਚੋਂ ਹੀ ਆਪਣੀ ਇਸ ਚੰਚਲ ਧੀ ਵੱਲ ਵੇਖਿਆ ਤੇ ਇਉਂ ਜਾਪਿਆ ਜਿਵੇਂ ਉਸ ਕੋਲੋਂ ਇਹ ਗੱਲ ਕਿਸੇ ਨੇ ਸਿਖਾ ਕੇ ਅਖਵਾਈ ਹੋਵੇ। ਐਤਕੀ ਦਾ ਮਨ ਤੇ ਉੱਕਾ ਕਾਬੂ ਨਹੀਂ ਰਿਹਾ। ਉਹਨੂੰ ਡੱਕੀ ਰੱਖਿਆ, ਪਰ ਹੰਝੂਆਂ ਦੇ ਹੜ ਨੂੰ ਅੱਖਾਂ ਦੇ ਨਿਤਾਣੇ ਛੱਪਰ ਬੰਨ੍ਹ ਨਹੀਂ ਮਾਰ ਸਕੇ। ਵਗਣ ਲੱਗੀਆਂ ਫੇਰ ਨਹੀਂ ਰੁਕੀਆਂ। ਸੀਮਾ ਨੂੰ ਜਿਵੇਂ ਉਹਦੀ ਹਾਲਤ ਉੱਤੇ ਤਰਸ ਆ ਗਿਆ ਹੋਵੇ। ਉਹ ਚੁੱਪਚਾਪ ਡੋਲੀ ਉਹਦੇ ਮੋਢੇ ਤੇ ਸਿਰ ਰੱਖ ਕੇ ਸੱਜੇ ਹੱਥ ਦੀਆਂ 2 ਉਂਗਲਾਂ ਮੂੰਹ 'ਚ ਪਾਈ ਬਿੱਤਰ ਗਲੀ ਦੀਆਂ ਬੱਤੀਆਂ ਉੱਚੇ ਨੀਵੇਂ ਕੋਠਿਆਂ ਤੇ ਹਵੇਲੀਆਂ ਵੱਲ ਤੱਕਦੀ ਰਹੀ। ਬੋਲੀ ਬਿਲਕੁਲ ਨਹੀਂ। ਕੁਝ ਚਿਰ ਪਿੱਛੋਂ ਜਦੋਂ ਹੀਰਾ ਦੇਵੀ ਪੌੜੀਆਂ ਉਤਰਨ ਲੱਗੀ ਤਾਂ ਉਹਨੂੰ ਸੱਚੀ ਮੁੱਚੀ ਜਾਪਿਆ ਜਿਵੇਂ ਉਹਦੀ ਸਾਰੀ ਉਮਰ ਇਉਂ ਹੀ ਆਪਣੀ ਧੀ ਨੂੰ ਮੋਢੇ ਲਾਈ ਪੌੜੀਆਂ ਚੜ੍ਹਦਿਆਂ ਉਤਰਦਿਆਂ ਬੀਤ ਗਈ ਹੋਵੇ। ਤੇ ਪਤਾ ਨਹੀਂ ਕਿਉਂ ਇੰਜ ਵੀ ਲੱਗਿਆ ਕਿ ਐਵੇਂ ਉਹਦੀ ਸੀਮਾ ਦੀ ਵੀ ਸਾਰੀ ਉਮਰ ਆਪਣੀ ਧੀ, ਉਹਦੀ ਦੋਹਤੀ ਨੂੰ ਮੋਢੇ ਲਾ ਕੇ ਇਹਨਾਂ ਹੀ ਕੋਠਿਆਂ ਤੇ ਚੜ੍ਹਦਿਆਂ ਉਤਰਦਿਆਂ ਬੀਤ ਜਾਏਗੀ। ਇਹ ਕਹੀ ਜੂਨ ਹੋਈ। ਸੋਚ ਕੇ ਉਹ ਅੱਖਾਂ ਪੂੰਝਦਿਆਂ ਮੁਸਕਰਾ ਪਈ। ਹਿੱਕ ਵਿੱਚ ਉਸੇ ਵੇਲੇ ਤਿੱਖੀ ਚੋਭ ਮਹਿਸੂਸ ਹੋਈ। ਚੁਬਾਰੇ ਦੇ ਬੂਹੇ ਅੱਗੇ ਸੀਮਾ ਨੂੰ ਕੁਛੜੋਂ ਉਤਾਰ ਕੇ ਬਿੰਦ ਦਾ ਬਿੰਦ ਹਨੇਰੇ ਚੁਬਾਰੇ ਅੰਦਰ ਘੂਰ ਝਾਕਦੀ ਹਿੱਕ ਦੇ ਉਸ ਥਾਂ ਨੂੰ ਉਂਗਲਾਂ ਨਾਲ ਟੋਂਦੀ ਰਹੀ ਜਿੱਥੇ ਹੁਣੇ ਚੋਭ ਹੋਈ ਸੀ। ਫਿਰ ਸਾੜੀ ਦਾ ਪੱਲਾ ਸੂਤ ਕਰਕੇ ਸਿਰ ਤੇ ਲੈਂਦੇ ਉਵੇਂ ਮੁਸਕਰਾ ਕੇ ਬੋਲੀ, ਜਿਹੀ ਆਪਣੇ ਆਪ ਨੂੰ ਕਿ ਅੰਤ ਵੇਲੇ ਹੁਣ ਹਨੇਰੇ ਤੋਂ ਡਰ ਲੱਗਦਾ ਵੱਡੀ ਬਹਾਦਰ ਨੂੰ। ਕੀ ਆਖਿਆ ਬੀਬੀ ਜੀ?
ਸੀਮਾ ਨੇ ਮੂੰਹ 'ਚੋਂ ਉਂਗਲਾਂ ਕੱਢ ਕੇ ਪੁੱਛਿਆ। ਕੁਛ ਨਹੀਂ ਬੇਟੇ, ਬੂਹੇ ਵੱਲ ਜਾਂਦਿਆਂ ਉਸ ਜਵਾਬ ਦਿੱਤਾ। ਮੈਂ ਕਿਹਾ ਸੀ ਹਨੇਰਾ ਹੋ ਗਿਆ, ਤੂੰ ਇੱਥੇ ਠਹਿਰ, ਮੈਂ ਅੰਦਰ ਜਾ ਕੇ ਬੱਤੀ ਜਗਾ ਦਿਆਂ। ਧੰਨਵਾਦ। ਸਮਾਪਤ।